पार्ट पहले दी थ्योरी कर ली सी, भाग पहले दी थ्योरी कर ली सी, जिहदे विच आर्टिकल सीगे जिहड़े 1 ਤੋਂ ਲੈ ਕੇ 4 तक कवर अप हो रहे सी, ਉਹਦੀ थ्योरी कर ली। ਅੱਜ ਆਪਾਂ ਉਹਦੇ ਨਾਲ ਸੰਬੰਧਿਤ ਜਿਹੜੇ ਕੁਐਸਚਨਸ ਨੇ ਉਹ ਲਾਉਣ ਲੱਗੇ ਹਾਂ, ਠੀਕ ਹੈ। ਸੋ ਕੁਐਸਚਨਸ ਲਾ ਕੇ ਫਿਰ ਆਪਾਂ ਭਾਗ ਦੂਜੇ ਤੇ ਜਾਵਾਂਗੇ, ਫਿਰ ਆਪਾਂ ਭਾਗ ਤੀਜੇ ਤੇ, ਫਿਰ ਥਿਊਰੀ, ਫਿਰ ਆਪਾਂ ਉਹਦੇ ਕੁਐਸਚਨਸ ਲਾਵਾਂਗੇ। ਦਿਦਾਰ ਐਵੇਂ ਕਰ, ਮਤਲਬ ਇਹਨਾਂ ਨੂੰ ਨਾ ਪ੍ਰਿੰਟ ਆਊਟਸ ਲਿਆ ਦੇ। हाँ इसी चीज़ के प्रिंट आउट तो ना PDF प्रिंट आउट नाल दी नाल तुसीं क्वेश्चन स्टिक करी जाओ, ठीक है। हाँ जी, मेरे ख्याल दे विच सारे बच्चे आ गए ने। हाँ बिल्कुल, मोस्ट ऑफ द स्टूडेंट्स ने जिहड़े आ गए ने। सो आपां शुरू करदे हां अज दा क्वेश्चनस वाला सैशन। कहंदे जी भारती संसद नूं हेठ लिखियां संविधानिक व्यवस्थावां विचों किस अधीन नवां राज बनाउण दी शक्ति है। ਹੁਣ देखो आर्टिकल 2 ਤੇ 3 बेसिकली ਜਿਹੜਾ ਆਪਾਂ सिस्टम समझ रहे सी ਉਹ समझ रहे सी अबाउट आर्टिकल 2 ਤੇ 3 ਦੇ ਵਿੱਚ, ਤੇ ਮੈਂ ਤੁਹਾਨੂੰ ਬੜਾ ਉਹਨੂੰ ओपन करके ਦੱਸਿਆ ਸੀਗਾ ਕਿ आर्टिकल 2 है ना ਜਿਹੜਾ ਤੇ आर्टिकल 3 है ਉਹ ਦੋਵੇਂ ਹੀ ਰਾਜ ਬਣਾਉਣ ਦੀ ਗੱਲ ਕਰਦੇ ਨੇ, ਦੋਵੇਂ ਹੀ ਨਵੀਆਂ ਸਟੇਟਸ ਬਣਾਉਣ ਦੀ ਗੱਲ ਕਰਦੇ ਨੇਗੇ। ਪਰ ਜਿਹੜਾ ਆਰਟੀਕਲ 2 ਗੱਲ ਕਰਦਾ, ਜਿਹੜਾ ਆਰਟੀਕਲ ਜਾਂ ਆਪਾਂ ਕਹਿ ਦਈਏ ਅਨੁਛੇਦ 2 ਗੱਲ ਕਰਦਾ ਹੈ, ਉਹ ਬੇਸਿਕਲੀ ਐਡਮਿਟ ਤੇ ਐਡਮਿਸ਼ਨ ਕਰਨ ਦੀ ਗੱਲ ਕਰਦਾ ਹੈ। ਐਡਮਿਟ ਤੇ ਐਡਮਿਸ਼ਨ ਕਰਨ ਦੀ ਗੱਲ ਕਰਦਾ ਹੈ। ਕਿਵੇਂ ਕਿ ਆਪਾਂ ਇਹਦੇ ਚ ਡਿਫਰੈਂਸ ਵੀ ਦੇਖਿਆ ਸੀਗਾ ਕਿ ਐਡਮਿਟ ਕਰਨ ਦਾ ਮਤਲਬ ਕੀ ਹੈ ਵੀ ਫॉर एग्जांपल कोई भी ਇਹੋ ਜਿਹਾ ਸਟੇਟ ਜਾਂ ਕੋਈ ਵੀ ਇਹੋ ਜਿਹੀ ਚੀਜ਼ ਜਿਹੜੀ ਕਿ ਭਾਰਤ ਤੋਂ ਬਾਹਰਲੀ ਹੈ, ਭਾਰਤ ਦੇ ਅੰਦਰਲੀ ਨਹੀਂ। ਨਾਰਮਲ ਆਪਾਂ ਕੀ ਸਮਝਦੇ ਹਾਂ ਕਿ ਰਾਜ ਬਣਾਉਣ ਦਾ ਮਤਲਬ ਕੀ ਹੋਇਆ, ਜਿਵੇਂ ਆਪਾਂ ਕਹਤਾ ਨਾ ਕਿ ਨਵਾਂ ਰਾਜ ਬਣਾ ਲਿਆ, ਅਸੀਂ ਸਿਰਫ ਇਸ ਕਨਸੈਪਟ ਨੂੰ ਇੱਥੇ ਤੱਕ ਸਮਝਦੇ ਹਾਂ ਕਿ ਨਵਾਂ ਰਾਜ ਦਾ ਮਤਲਬ ਹੋ ਗਿਆ ਕਿ ਭਾਰਤ ਵਿੱਚ ਕਿਸੇ ਵੀ ਇੱਕ ਸਟੇਟ ਨੂੰ ਕੱਟ ਕੇ ਉਹਦੇ ਚੋਂ ਦੂਜੀ ਸਟੇਟ ਕੱਢ ਲਈ, ਜਾਂ ਕਿਸੇ ਵੀ ਦੋ ਰਾਜਾਂ ਨੂੰ ਮਿਲਾ ਕੇ ਉਹਨੂੰ ਇੱਕ ਕੀ ਕਰਤਾ, ਕਾਮਨ ਕਰਤਾ। ਹੁਣ ਜਿਵੇਂ ਆਪਾਂ ਸਾਰੇ ਜਣੇ ਪੜ੍ਹਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਲੇਟੈਸਟ ਸਟੇਟ ਕਿਹੜਾ ਬਣਿਆ ਹੋਇਆ ਹੈਗਾ, ਤੇਲੰਗਾਨਾ ਬਣਿਆ ਹੋਇਆ। ਤੇਲੰਗਾਨਾ ਕਿਹੜੇ ਰਾਜ ਦੇ ਵਿੱਚੋਂ ਨਿਕਲਿਆ ਹੋਇਆ ਹੈਗਾ, ਆਂਧਰਾ ਪ੍ਰਦੇਸ਼ ਦੇ ਵਿੱਚੋਂ ਨਿਕਲਿਆ ਹੋਇਆ। ਕਈ ਵਾਰੀ ਕੋਈ ਸਟੇਟ ਸਾਡੇ ਵੱਡੇ ਹੋ ਜਾਂਦੇ ਨੇਗੇ ਜਾਂ ਫਿਰ ਉਹਨਾਂ ਨੂੰ ਕੱਟ ਕਰਨ ਦੀ ਜ਼ਰੂਰਤ ਪੈਂਦੀ ਹੈ। ਅਸੀਂ ਸਿਰਫ ਇੰਨਾ ਕੀ ਸਮਝਿਆ ਸੀ ਅੱਜ ਤੱਕ ਕਿ ਜਾਂ ਅਸੀਂ ਇੰਨਾ ਕੀ ਪੜਿਆ ਸੀਗਾ ਕਿ ਨਵੇਂ ਰਾਜ ਬਣਨ ਦਾ ਮਤਲਬ ਕੀ ਹੋ ਗਿਆ ਕਿ ਆਪਣੇ ਹੀ ਭਾਰਤ ਦੀ ਬਾਉਂਡਰੀ 'ਚ ਰਹਿ ਕੇ ਜਿਹੜੇ ਸਟੇਟ ਨੇ ਉਹਨਾਂ ਨੂੰ ਬਣਾਉਣਾ। ਪਰ ਆਰਟੀਕਲ 2 ਨੇ ਸਾਨੂੰ ਇਸ ਚੀਜ਼ ਨੂੰ ਹੋਰ ਥੋੜਾ ਡਿਫਰੈਂਸ ਜਿਹੜਾ ਕਲੀਅਰ ਕੀਤਾਗਾ ਕਿ ਅਨੁਛੇਦ 2 ਦੇ ਤਹਿਤ ਅਸੀਂ ਭਾਰਤ ਦੇ ਦਾਇਰੇ ਤੋਂ ਬਾਹਰ ਵਾਲੇ ਦੇਸ਼ ਨੇ ਜਿਹੜੇ ਉਹਨਾਂ ਦੇ ਵਿੱਚੋਂ ਵੀ ਸਟੇਟਸ ਨੂੰ ਐਂਟਰ ਕਰਾ ਸਕਦੇ ਹਾਂ, ਉਹਨਾਂ ਦੇ ਵਿੱਚੋਂ ਵੀ ਯੂਟੀਜ਼ ਵਗੈਰਾ ਨੂੰ ਐਂਟਰ ਕਰਾ ਸਕਦੇ ਹਾਂ। ਫॉर एग्जांपल ਸਾਡਾ ਅਸੀਂ ਆਪਣੇ ਗੁਆਂਢੀ ਦੇਸ਼ਾਂ ਨਾਲ ਲੱਗਦੇ ਹਾਂ, ਸਾਡਾ ਭਾਰਤ ਦਾ ਏਰੀਆ ਚਾਈਨਾ, ਇੱਥੇ ਪਾਕਿਸਤਾਨ, ਅਫਗਾਨਿਸਤਾਨ ਹੈ। ਪਾਕਿਸਤਾਨ ਨਾਲ ਸਾਡਾ ਡਿਸਪਿਊਟ ਚੱਲ ਰਿਹਾ, ਪਾਕਿਸਤਾਨ ਤੋਂ ਅਸੀਂ ਕੋਈ ਜਗ੍ਹਾ ਲੈ ਲਈ ਜਿਹੜੀ ਕਿ ਅਸੀਂ ਲੜ ਕੇ ਆਪਦੇ ਅੰਦਰ ਲੈ ਲਈ, ਤਾਂ ਉਹਨੂੰ ਵੀ ਤਾਂ ਅਸੀਂ ਭਾਰਤ ਦੇ ਵਿੱਚ ਐਂਟਰ ਕਰਵਾਵਾਂਗੇ ਨਾ। ਉਹ ਵੀ ਚੀਜ਼ ਤਾਂ ਇੱਕ ਨਵੀਂ ਸਟੇਟ ਫਾਰਮੇਸ਼ਨ ਵਾਲੀ ਗੱਲ ਹੋਗੀ। ਹੁਣ ਜੇ ਤਾਂ ਤੁਹਾਨੂੰ ਸਿੱਧੇ ਤੌਰ ਤੇ ਪ੍ਰਸ਼ਨ ਪੁੱਛਿਆਗਾ, ਜੇ ਤਾਂ ਤੁਹਾਨੂੰ ਕੁਐਸਚਨ ਪੁੱਛਿਆ ਗਿਆ ਹੈ, ਜਿਵੇਂ ਹੁਣ ਤੁਹਾਡਾ ਕੁਐਸਚਨ ਹੈ ਕਿ ਨਵਾਂ ਰਾਜ ਬਣਾਉਣ ਦੀ ਸ਼ਕਤੀ, ਨਵਾਂ ਰਾਜ ਬਣਾਉਣ ਦੀ ਸ਼ਕਤੀ ਦਾ ਮਤਲਬ ਕੀ ਹੋ ਗਿਆ ਕਿ ਅਸੀਂ ਭਾਰਤ ਅੰਦਰ ਹੀ ਕਿਸੇ ਸਟੇਟ ਦੀ ਗੱਲ ਕਰ ਰਹੇ ਹਾਂ, ਅਸੀਂ ਭਾਰਤ ਤੋਂ ਬਾਹਰਲੀ ਸਟੇਟ ਨੂੰ ਐਡਮਿਟ ਜਾਂ ਐਡਮਿਸ਼ਨ ਕਰਨ ਦੀ ਗੱਲ ਨਹੀਂ ਕਰ ਰਹੇ, ਹੈ ਨਾ। ਤਾਂ ਬੇਸਿਕਲੀ ਇਹਦਾ ਆਨਸਰ ਹੈ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ। ਇੱਕ ਮਿੰਟ ਮੈਂ ਥੋੜਾ ਚੈਟ ਬਾਕਸ ਹੈ ਜਿਹੜਾ ਉਹ ਖੋਲਣਾ, ਠੀਕ ਹੈ, ਇੱਕ ਮਿੰਟ ਰੁਕੋ। ਹਾਂਜੀ, ਜਿਹੜੇ ਬੱਚੇ ਸੀ ਆਨਸਰ ਕਰ ਰਹੇ ਨੇ ਵੈਰੀ ਗੁੱਡ, ਠੀਕ ਹੈ। ਹੁਣ ਇਹਨਾਂ ਦੇ ਵਿੱਚ ਡਿਫਰੈਂਸ ਰੱਖਣਾ ਹੈਗਾ। ਆਰਟੀਕਲ 3 ਹੈ ਜਿਹੜਾ ਉਹ ਗੱਲ ਕਰਦਾ ਹੈਗਾ ਕਿ ਸਾਡੇ ਹੀ ਭਾਰਤ ਦੇ ਵਿੱਚੋਂ, ਸਾਡੇ ਹੀ ਦੇਸ਼ ਦੇ ਵਿੱਚੋਂ ਕਿਸੇ ਨਵੀਂ ਸਟੇਟ ਦੀ ਫਾਰਮੇਸ਼ਨ ਹੋਣੀ। ਹੁਣ ਆਪਾਂ ਜੰਮੂ ਕਸ਼ਮੀਰ ਨੂੰ ਕੀ ਬਣਾ ਲਿਆ, ਯੂਟੀ ਬਣਾ ਲਿਆ ਨਾ। ਜੇ ਆਪਾਂ ਗੱਲ ਕਰੀ ਲਦਾਖ, ਇੱਕ ਆਪਾਂ ਨਵੀਂ ਯੂਟੀ ਕੱਢ ਲਈ। ਤਾਂ ਆਰਟੀਕਲ 3 ਇਹਨਾਂ ਦੀ ਗੱਲ ਕਰਦਾ ਹੈ ਕਿ ਭਾਰਤ ਵਿੱਚੋਂ ਹੀ ਇੱਕ ਤੋਂ ਵੱਧ ਰਾਜਾਂ ਨੂੰ ਮਿਲਾ ਕੇ ਨਵਾਂ ਰਾਜ, ਪੁਰਾਣੇ ਰਾਜ ਚੋਂ ਕੱਢ ਕੇ ਨਵਾਂ ਰਾਜ, ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮਿਲਾ ਕੇ ਕਹਿ ਲਓ ਕਿ ਆਪਾਂ ਲਿਖ ਸਕਦੇ ਹਾਂ ਕਿਸੇ ਸਟੇਟ ਨੂੰ ਯੂਟੀ 'ਚ ਬਦਲ ਸਕਦੇ ਹਾਂ, ਯੂਟੀ ਨੂੰ ਸਟੇਟ 'ਚ ਬਦਲ ਸਕਦੇ ਹਾਂ। ਤਾਂ ਇਹ ਸਾਡਾ ਆਰਟੀਕਲ ਕਿਹੜਾ ਕਹਿੰਦਾ ਸੀ, 3 ਆਰਟੀਕਲ ਕਹਿੰਦਾ ਸੀ, ਠੀਕ ਹੈ। ਜੇ ਕਿਤੇ ਇਹ ਹੁੰਦਾ ਕਿ ਅਜਿਹੇ ਰਾਜ ਦੀ ਵਿਵਸਥਾ ਜਿਹਨੂੰ ਅਸੀਂ ਭਾਰਤ ਦੇ ਵਿੱਚ ਐਡਮਿਟ ਕਰ ਰਹੇ ਹਾਂ ਜਾਂ ਭਾਰਤ ਦੇ ਵਿੱਚ ਕੀ ਕਰ ਰਹੇ ਹਾਂ, ਆਪਾਂ ਐਡਮਿਸ਼ਨ ਕਰਾ ਰਹੇ ਹਾਂ, ਜੋ ਕਿ ਭਾਰਤ ਦਾ ਹਿੱਸਾ ਨਹੀਂ ਹੈਗਾ, ਇਹੋ ਜਿਹੇ ਰਾਜਾਂ ਨੂੰ ਦਖਲਅੰਦਾਜ਼ੀ ਕਰਨ ਦੇ ਕਿਹੜਾ ਆਰਟੀਕਲ ਹੁੰਦਾ ਸਾਡੇ ਕੋਲੇ, 2 ਨੰਬਰ ਆਰਟੀਕਲ ਹੈ। ਵੀ ਜਾਂ ਫਿਰ ਆਪਾਂ ਇਹ ਵੀ ਡਿਸਕਸ ਕੀਤਾ ਸੀ ਕਿ ਆਰਟੀਕਲ 2 ਜਿਵੇਂ ਆਪਾਂ ਨਾ ਕੋਈ ਮਤਲਬ ਭਾਰਤ ਦੇ ਅਲੱਗ-ਅਲੱਗ ਰਿਸਰਚ ਸੈਂਟਰ ਲੱਗੇ ਹੋਏ ਨੇ, ਕਿਤੇ ਆਪਾਂ ਨੂੰ ਨਵਾਂ ਆਈਲੈਂਡ ਮਿਲਦਾ ਹੈਗਾ ਜਿਹਦੇ ਉੱਤੇ ਕਿਸੇ ਦੇਸ਼ ਦਾ ਕਬਜ਼ਾ ਨਹੀਂ ਹੈਗਾ, ਉਹ ਆਈਲੈਂਡ ਨੂੰ ਆਪਾਂ ਆਪਣਾ ਆਈਲੈਂਡ ਬਣਾ ਲਈਏ, ਤਾਂ ਉਹ ਕਿਹੜੇ ਆਰਟੀਕਲ ਦੇ ਅੰਡਰ ਹੋਊਗਾ, 2। ਜਿਹੜੀ ਚੀਜ਼ ਤਾਂ ਭਾਰਤ ਤੋਂ ਬਾਹਰੋਂ ਲਿਆ ਕੇ ਆਪਾਂ ਭਾਰਤ ਨਾਲ ਜੋੜਨੀ ਹੈ ਉਹ ਆਰਟੀਕਲ 2 ਦੇ ਤਹਿਤ ਹੋਊਗੀ, ਤੇ ਜਿਹੜੀ ਚੀਜ਼ ਸਾਡੇ ਭਾਰਤ ਦੇ ਵਿੱਚ ਹੀ ਆ, ਸਾਡੇ ਭਾਰਤ ਦੇ ਰਾਜਾਂ ਦੇ ਵਿੱਚ, ਸਾਡੇ ਭਾਰਤ ਦੇ ਖੇਤਰਫਲ ਦੇ ਵਿੱਚ, ਉਹ ਆਰਟੀਕਲ ਕਿਹਦੇ ਅੰਡਰ ਹੋਊਗਾ, 3 ਦੇ ਅੰਡਰ ਹੋਊਗਾ। ਇਹਨਾਂ ਪੁਆਇੰਟ
ਵਿੱਚ ਰੱਖਣਾ ਹੈ। ਠੀਕ ਹੈ, ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਕਹਿੰਦੇ ਇੱਕ ਨਵਾਂ ਰਾਜ ਬਣਾਉਣ ਦੀ ਸ਼ਕਤੀ ਇਹਨਾਂ ਵਿੱਚੋਂ ਨਿਯਤ ਹੈ। ਇਹ ਚੀਜ਼, ਇਹ ਪੁਆਇੰਟ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਦੇਸ਼ ਦੇ ਵਿੱਚ ਜਦੋਂ ਵੀ ਨਵਾਂ ਸਟੇਟ ਬਣੂਗਾ, ਸਾਡੇ ਦੇਸ਼ ਦੇ ਵਿੱਚ ਚਾਹੋ ਤਾਂ ਬਾਹਰੋਂ ਆ ਕੇ ਨਵਾਂ ਸਟੇਟ ਐਡ ਹੋ ਰਿਹਾ ਹੈਗਾ, ਚਾਹੋ ਅਸੀਂ ਆਪਣੇ ਦੇਸ਼ ਦੇ ਵਿੱਚੋਂ ਹੀ ਨਵਾਂ ਸਟੇਟ ਬਣਾ ਰਹੇ ਹਾਂ, ਤਾਂ ਇਹ ਸ਼ਕਤੀ ਸਾਡੇ ਦੇਸ਼ ਦੀ ਕਿਹਦੇ ਕੋਲੇ ਰਹਿੰਦੀ ਆ? ਹਮੇਸ਼ਾ ਹੀ ਸੰਸਦ ਕੋਲੇ ਰਹਿੰਦੀ ਹੈ। ਜਿਹੜਾ ਵੀ ਬਿੱਲ ਹੋਊਗਾ ਨਵੀਂ ਸਟੇਟ ਫਾਰਮੇਸ਼ਨ ਦਾ, ਨਵੇਂ ਰਾਜ ਬਣਾਉਣ ਦਾ, ਉਹ ਬਿੱਲ ਹਮੇਸ਼ਾ ਕਿੱਥੇ ਪਾਸ ਕੀਤਾ ਜਾਊਗਾ? ਸੰਸਦ ਦੇ ਵਿੱਚ ਪਾਸ ਕੀਤਾ ਜਾਊਗਾ, ਰਾਸ਼ਟਰਪਤੀ ਦੀ ਰეკਮੈਂਡੇਸ਼ਨ ਤੇ ਰੱਖਿਆ ਜਾਊਗਾ। ਔਰ ਮੈਂ ਤੁਹਾਨੂੰ ਇਹ ਵੀ ਚੀਜ਼ ਦੱਸੀ ਸੀ, ਹੁਣ ਫॉर ਐਗਜ਼ਾਮਪਲ ਆਪਾਂ ਇੱਕ ਇਹਨੂੰ ਥੋੜਾ ਹੋਰ ਐਕਸਪਲੇਨੇਟਰੀ ਰੱਖਦੇ ਹਾਂ। ਸੰਸਦ ਕੋਲੇ ਰਾਈਟ ਆ ਗਿਆ, ਆਪਾਂ ਇੱਕ ਚੀਜ਼ ਕਹੀ, ਪਹਿਲੀ ਗੱਲ ਤਾਂ ਇਹਦੇ ਉੱਪਰ ਕਿਸੇ ਸੋਧ ਦੀ ਜ਼ਰੂਰਤ ਨਹੀਂ ਹੁੰਦੀ। ਇਹ ਚੀਜ਼ ਕਿਹਦੇ ਚ ਨਹੀਂ ਆਉਂਦੀ? ਸੋਧ ਚ ਨਹੀਂ ਆਉਂਦੀ ਹੈਗੀ, ਅਮੈਂਡਮੈਂਟ ਦੇ ਵਿੱਚ ਨਹੀਂ ਹੁੰਦੀ। ਦੂਸਰੀ ਚੀਜ਼ ਆਪਾਂ ਕਹੀ ਸੀ, ਹੁਣ ਜਿਵੇਂ ਆਪਾਂ ਕਿਹਾ ਕਿ ਸਾਡਾ ਆਂਧਰਾ ਪ੍ਰਦੇਸ਼ ਸੀ ਜਿਹੜਾ, ਉਹਦੇ ਚੋਂ ਇੱਕ ਨਵਾਂ ਸਟੇਟ ਨਿਕਲ ਗਿਆ ਜਿਹਦਾ ਨਾਮ ਕੀ ਬਣ ਗਿਆ? ਤੇਲੰਗਾਨਾ ਬਣ ਗਿਆ। ਇਹ ਪਾਵਰ ਨਾ ਤਾਂ ਆਂਧਰਾ ਪ੍ਰਦੇਸ਼ ਦੀ ਵਿਧਾਨ ਸਭਾ ਵਿਧਾਨ ਪ੍ਰੀਸ਼ਦ ਕੋਲੇ ਸੀਗੀ, ਨਾ ਤੇਲੰਗਾਨਾ ਦੀ ਵਿਧਾਨ ਸਭਾ ਵਿਧਾਨ ਪ੍ਰੀਸ਼ਦ ਕੋਲੇ ਸੀਗੀ, ਕਿਉਂਕਿ ਜਿਹੜੇ ਸਾਡੇ ਰਾਜ ਵਿਧਾਨ ਮੰਡਲ ਨੇ ਉਹਨਾਂ ਕੋਲੇ ਕੋਈ ਪਾਵਰ ਨਹੀਂ ਰਹਿੰਦੀ ਸਟੇਟ ਦੇ ਅਦਲ ਬਦਲ ਦੀ। ਸਟੇਟ ਦੇ ਅਦਲ ਬਦਲ ਦੀ ਪਾਵਰ ਸਿਰਫ ਤੇ ਸਿਰਫ ਕੇਂਦਰ ਪੱਧਰ ਤੇ ਕਿਹਦੇ ਕੋਲੇ ਹੁੰਦੀ ਹੈ? ਸੰਸਦ ਕੋਲੇ ਹੁੰਦੀ ਹੈ। ਪਰ ਮੈਂ ਤੁਹਾਨੂੰ ਇੱਕ ਚੀਜ਼ ਦੱਸੀ ਸੀ ਕਿ ਉਹ ਆਪਦੇ ਕਨਸੈਂਟ ਦੇ ਲਈ ਬਿੱਲ ਜ਼ਰੂਰ ਕਿਹਦੇ ਕੋਲੇ ਭੇਜ ਦਿੰਦਾ ਹੈ? ਉਸ ਪਾਰਟਿਕੂਲਰ ਰਾਜ ਕੋਲੇ ਭੇਜ ਦਿੰਦਾ ਹੈਗਾ ਕਿ ਸੰਸਦ ਜਦੋਂ ਬਿੱਲ ਪਾਸ ਕਰਦਾ ਹੈਗਾ ਨਾ, ਉਦੋਂ ਬਾਅਦ ਇੱਕ ਵਾਰੀ ਇਹਨਾਂ ਨੂੰ ਦੇ ਦਿੰਦਾ ਹੈ, ਜਾਂ ਜਿਹੜੇ ਵੀ ਰਾਜ ਦੇ ਨਾਲ ਉਹ ਛੇੜਖਾਨੀ ਕਰ ਰਹੇ ਨੇ ਉਹਨੂੰ ਦੇ ਦਿੰਦਾ ਹੈ ਕਿ ਭਾਈ ਤੁਸੀਂ ਮਾੜਾ ਜਿਹਾ ਦੇਖ ਲਓ, ਜੇ ਤੁਹਾਨੂੰ ਲੱਗਦਾ ਹੈ ਕਿ ਕੁਝ ਚੀਜ਼ਾਂ ਐਡ ਅਪ ਕਰਨੀਆਂ ਤਾਂ ਅਸੀਂ ਉਸ ਚੀਜ਼ ਨੂੰ ਧਿਆਨ 'ਚ ਰੱਖ ਲਾਂਗੇ। ਮਤਲਬ ਇੱਕ ਫਾਰਮੂਲੇਸ਼ਨ ਜਾਂ ਇੱਕ ਫਾਰਮੈਲਿਟੀ ਦੇ ਲਈ ਬਿੱਲ ਜਾਂਦਾ ਹੈਗਾ। ਜੇ ਸਟੇਟ ਸਹਿਮਤ ਹੈ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਜੇ ਸਟੇਟ ਸਹਿਮਤ ਨਹੀਂ ਹੈ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਜੇ ਸਟੇਟ ਕੋਈ ਸਹਿਮਤੀ ਜਾਂ ਸਲਾਹ ਦੇ ਰਹੀ ਹੈ, ਉਹ ਮੰਨਣਾ ਜਾਂ ਨਾ ਮੰਨਣਾ ਕਿਹਦੇ ਆਧਾਰ ਤੇ ਹੋਊਗਾ? ਸੰਸਦ। ਭਾਵ ਕਿ ਕਿਸੇ ਵੀ ਸਟੇਟ ਨਵਾਂ ਰਾਜ ਬਣਨ ਦੀ ਸ਼ਕਤੀ ਸਿਰਫ ਤੇ ਸਿਰਫ ਸਾਡੇ ਦੇਸ਼ 'ਚ ਕਿਹਦੇ ਕੋਲੇ ਰਹਿੰਦੀ ਹੈ? ਸੰਸਦ ਕੋਲੇ ਰਹਿੰਦੀ ਹੈ। ਰਾਜਾਂ ਕੋਲੇ ਕਦੇ ਪਾਵਰ ਨਹੀਂ ਜਾਂਦੀ। ਹੁਣ ਕੱਲ ਨੂੰ ਜੇ ਪੰਜਾਬ ਨੂੰ ਲੈ ਕੇ ਕੋਈ ਚੀਜ਼ ਹੋਣ ਲੱਗਦੀ ਆ, ਪੰਜਾਬ ਦੇ ਬਾਉਂਡਰੀ ਏਰੀਆ ਤਾਂ ਉਹ ਸਾਰੀ ਪਾਵਰ ਕਿਹਦੇ ਕੋਲੇ ਜਾਊਗੀ? ਸੰਸਦ ਕੋਲੇ ਜਾਊਗੀ। ਇੱਕ ਫਾਰਮੈਲਿਟੀ ਦੇ ਲਈ ਬਿੱਲ ਜ਼ਰੂਰ ਭੇਜਿਆ ਜਾਂਦਾ ਹੈ, ਕਿਹਦੇ ਕੋਲੇ ਭੇਜਿਆ ਜਾਊਗਾ? ਪੰਜਾਬ ਵਿਧਾਨ ਸਭਾ ਜਾਂ ਪੰਜਾਬ ਲੈਜਿਸਲੇਚਰ ਕੋਲੇ ਭੇਜਿਆ ਜਾਊਗਾ। ਠੀਕ ਹੈ, ਇਹ ਪੁਆਇੰਟ ਨੇ ਜਿਹੜੇ ਤੁਸੀਂ ਧਿਆਨ ਦੇ ਵਿੱਚ ਰੱਖਣੇ ਨੇ। ਸੋ ਆਪਣੀ ਪਾਵਰ ਕਿਹਦੇ ਨਾਂ ਤੇ ਵੈਸਟ ਕੀਤੀ ਜਾਂਦੀ ਹੈ? ਸੰਸਦ। ਅੱਛਾ, ਇੱਕ ਹੋਰ ਚੀਜ਼, ਜਦੋਂ ਆਪਾਂ ਕਹਿੰਦੇ ਆ ਕਿ ਨਵਾਂ ਰਾਜ ਬਣ ਰਿਹਾ ਹੈਗਾ, ਸੰਸਦ ਦੇ ਵਿੱਚ ਕੀ ਹੁੰਦਾ ਹੈ? ਬਿੱਲ ਪਾਸ ਕੀਤੇ ਜਾਂਦੇ ਨੇ। ਇਹੀ ਚੀਜ਼ ਹੁੰਦੀ ਹੈ ਜਦੋਂ ਆਪਾਂ ਸੰਸਦ ਦੇ ਵਿੱਚ ਕੋਈ ਨਵੀਂ ਚੀਜ਼ ਬਣਾਉਨੇ ਆ ਤਾਂ ਉਹ ਚੀਜ਼ ਕਿਵੇਂ ਇੰਟਰੋਡਿਊਸ ਹੁੰਦੀ ਹੈ? ਐਜ਼ ਅ ਬਿੱਲ ਇੰਟਰੋਡਿਊਸ ਹੁੰਦੀ ਹੈ। ਜਦੋਂ ਉਹਨੇ ਸੰਸਦ ਦੇ ਵਿੱਚੋਂ ਪਾਸ ਹੋ ਜਾਣਾ, ਉਹੀ ਬਿੱਲ ਸਾਡੇ ਦੇਸ਼ ਦੇ ਵਿੱਚ ਕੀ ਬਣ ਜਾਂਦਾ ਹੁੰਦਾ ਹੈ? ਕਾਨੂੰਨ ਬਣ ਜਾਂਦਾ ਹੈਗਾ। ਹੁਣ ਜਦੋਂ ਆਪਾਂ ਦੇਖਦੇ ਹਾਂ ਕਿ ਸੰਸਦ ਦੇ ਵਿੱਚ ਜਿਹੜਾ ਬਿੱਲ ਹੈ ਉਹ ਪਾਸ ਹੋਊਗਾ ਜਾਂ ਰੁਕੂਗਾ, ਇਹ ਕਿਹਦੇ ਉੱਪਰ ਡਿਪੈਂਡ ਕਰਦਾ ਹੈ? ਬਹੁਮਤ ਦੇ ਉੱਪਰ ਡਿਪੈਂਡ ਕਰਦਾ ਹੈ, ਜਿਹਨੂੰ ਤੁਸੀਂ ਮੈਜੋਰਿਟੀ ਵੀ ਕਹਿ ਦਿੰਦੇ ਹੋਗੇ। ਠੀਕ ਹੈ, ਹੁਣ ਆਪਾਂ ਜਦੋਂ ਵੀ ਕਿਸੇ ਬਿੱਲ ਦੀ ਖਾਸੀਅਤ ਹੈ, ਕਿਸੇ ਬਿੱਲ ਨੂੰ ਆਮ ਬਹੁਮਤ ਨਾਲ ਪੇਸ਼ ਕੀਤਾ ਜਾਂਦਾ ਹੈ ਜਾਂ ਪਾਸ ਕੀਤਾ ਜਾਂਦਾ ਹੈ, ਕਿਸੇ ਬਿੱਲ ਨੂੰ ਖਾਸ ਬਹੁਮਤ ਨਾਲ ਵੀ ਪਾਸ ਕੀਤਾ ਜਾਂਦਾ ਹੈ। ਪਰ ਜੇ ਆਪਾਂ ਗੱਲ ਕਰੀਏ ਸੰਸਦ ਦੇ ਵਿੱਚ ਨਵਾਂ ਰਾਜ ਬਣਾਉਣ ਸੰਬੰਧੀ ਬਿੱਲ ਹੈ ਜਿਹੜਾ, ਉਹ ਕਿਹੜੇ ਬਹੁਮਤ ਦੇ ਨਾਲ ਪਾਸ ਕੀਤਾ ਜਾਂਦਾ ਹੈ? ਆਮ ਬਹੁਮਤ ਦੇ ਨਾਲ। ਇਹਦੇ ਮੈਂ 2-3 ਪ੍ਰਸ਼ਨ ਵੀ ਅੱਗੇ ਜਾ ਕੇ ਪਾਏ ਹੋਏ ਨੇਗੇ। ਠੀਕ ਹੈ, ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਭਾਰਤ ਦੇ ਸੰਵਿਧਾਨ ਅਧੀਨ ਰਾਜਾਂ ਦੀਆਂ ਸੀਮਾਵਾਂ ਨੂੰ ਬਦਲਣ ਲਈ ਹੇਠ ਦਿੱਤਿਆਂ ਵਿੱਚੋਂ ਕਿਸ ਨੂੰ ਅਧਿਕਾਰ ਦਿੱਤਾ ਗਿਆ? ਦੇਖੋ ਸੇਮ ਕਨਸੈਪਟ ਹੈ, ਸੇਮ ਪ੍ਰਸ਼ਨ ਹੈ। ਆਪਾਂ ਕੀ ਕੀਤਾ ਕਿ ਨਵਾਂ ਰਾਜ ਬਣਾਉਣ ਦੀ ਸ਼ਕਤੀ ਕਿਹਦੇ ਕੋਲੇ ਹੈ? ਸੰਸਦ ਕੋਲੇ। ਕਿਸੇ ਵੀ ਰਾਜਾਂ ਦੀਆਂ ਸੀਮਾਵਾਂ ਵਧਾਉਣੀਆਂ, ਘਟਾਉਣੀਆਂ, ਬਾਉਂਡਰੀ ਆਲਟਰ ਕਰਨੀ, ਹਨਾ, ਆਹ ਚੀਜ਼ ਹਰਿਆਣੇ 'ਚ ਸ਼ਾਮਲ ਹੈ, ਪੰਜਾਬ 'ਚ ਸ਼ਾਮਲ ਹੈ, ਇਹਨੂੰ ਕੱਲ ਨੂੰ ਆਪਾਂ ਕਿਤੇ ਹੋਰ ਸ਼ਾਮਿਲ ਕਰਦੇ ਆ। ਕਿਸੇ ਵੀ ਸਟੇਟ ਦਾ ਨਾਂ ਬਦਲ ਹੋਣਾ, ਕਿਸੇ ਵੀ ਸਟੇਟ ਦੇ ਵਿੱਚ ਜਿਹੜੀ ਫਾਰਮੇਸ਼ਨ ਹੁੰਦੀ ਹੈ, ਬਦਲਾਵ ਹੁੰਦੇ ਨੇ, ਉਹਦੀ ਪਾਵਰ ਵੀ ਕਿਹਦੇ ਕੋਲੇ ਰਹਿੰਦੀ ਹੈ? ਸੰਸਦ ਕੋਲੇ ਰਹਿੰਦੀ ਹੈ। ਸੰਸਦ ਕੋਲੇ ਸਾਰੀ ਪਾਵਰ ਹੈ ਨਾਂ ਬਦਲਣਾ, 2 ਨੂੰ 1 ਕਰਨਾ, 1 ਤੋਂ 2 ਕਰਨਾ, ਕੈਪੀਟਲ ਚੇਂਜ ਕਰਨੀ, ਕੈਪੀਟਲ ਨਵੀਂ ਲਿਆਉਣੀ, ਸਾਰੀ ਪਾਵਰ ਕਿਹਦੇ ਕੋਲੇ ਹੈ? ਸਾਡੇ ਦੇਸ਼ ਦੇ ਵਿੱਚ ਸੰਸਦ ਕੋਲੇ ਹੈ, ਪਾਰਲੀਮੈਂਟ ਕੋਲੇ ਹੈ। ਠੀਕ ਹੈ, ਅਗਲਾ ਪੁਆਇੰਟ ਹੈ, ਕਹਿੰਦੇ ਹੇਠ ਦਿੱਤੇ ਵਿੱਚੋਂ
किस कोल संघ विच राज नूं दाखिल करन ਜਾਂ ਨਵੇਂ ਰਾਜ ਸਥਾਪਿਤ ਕਰਨ ਦੀ ਸ਼ਕਤੀ ਹੈ ਤਾਂ ਸਾਡਾ ਆਨਸਰ ਕੀ ਹੈ ਸੰਸਦ। ਮੈਂ ਲੈਂਗੁਏਜ ਮੋਲਡ ਕਰਕੇ ਇਸ ਤਰੀਕੇ ਦੇ ਪ੍ਰਸ਼ਨ ਪੇਪਰਾਂ ਚ ਆਉਂਦੇ ਨੇ ਪਰ ਕਈ ਵਾਰੀ ਅਸੀਂ ਭਾਸ਼ਾ ਨੂੰ ਸਮਝ ਕੇ ਕਨਫਿਊਜ਼ ਹੋ ਜਾਂਦੇ ਆ। ਆਨਸਰ ਸੰਸਦ ਹੈ ਪਰ ਹਰ ਕੁਐਸਚਨ ਦੀ ਲੈਂਗੁਏਜ ਹੈ ਜਿਹੜੀ ਉਹ ਕੀ ਕੀਤੀ ਗਈ ਹੈ ਬਦਲੀ ਗਈ ਹੈ। ਸੋ ਸੰਸਦ ਕੋਲੇ ਸਾਰੀਆਂ ਪਾਵਰਸ ਨੇ ਰਾਜਾਂ ਨੂੰ ਅਦਲ ਬਦਲ ਕਰਨ ਦੇ ਸੰਬੰਧੀ। ਜਿਹੜੇ ਬੱਚੇ ਆਨਸਰ ਕਰ ਰਹੇ ਨੇ ਇਹ ਆਨਸਰ ਬਿਲਕੁਲ ਰਾਈਟ ਹੈ। ਹੁਣ ਇਸ ਨੂੰ ਧਿਆਨ ਦੇ ਨਾਲ ਪੜ੍ਹਨਾ ਤੁਸੀਂ ਇਸ ਕੁਐਸਚਨ ਨੂੰ ਕਿਵੇਂ। ਕਹਿੰਦੇ ਜੀ ਭਾਰਤ ਵਿੱਚ ਸੰਘੀ ਪ੍ਰਣਾਲੀ ਦੇ ਸੰਦਰਭ ਵਿੱਚ ਕਿਹੜੇ ਬਿਆਨ ਸਹੀ ਨੇ। ਹੁਣ ਆਪਾਂ ਨੂੰ ਪਤਾ ਹੈ ਕਿ ਸਾਡੇ ਦੇਸ਼ ਦੇ ਵਿੱਚ ਫੈਡਰਲਿਜ਼ਮ ਹੈ, ਸਾਡੇ ਦੇਸ਼ ਦੇ ਵਿੱਚ ਸੰਘੀ ਪ੍ਰਣਾਲੀ ਅਰਧ ਸੰਘੀ ਪ੍ਰਣਾਲੀ ਵਾਲਾ ਸਿਸਟਮ ਹੈ ਬੇਸਿਕਲੀ, ਹੈ ਨਾ। ਕਹਿੰਦੇ ਵੀ ਕਿਹੜਾ ਇਹਨਾਂ ਦੇ ਵਿੱਚੋਂ ਸਹੀ ਹੈ। ਜਿਹੜਾ ਸਹੀ ਹੈ ਉਹ ਆਪਾਂ ਲਿਖਣਾ। ਕਹਿੰਦੇ ਭਾਰਤ ਦੇ ਸੰਵਿਧਾਨ ਦੇ ਤਹਿਤ ਰਾਜਾਂ ਨੂੰ ਸੰਘ ਤੋਂ ਵੱਖ ਹੋਣ ਦਾ ਕੋਈ ਅਧਿਕਾਰ ਨਹੀਂ ਹੈ। ਬਿਲਕੁਲ ਸਹੀ। ਹੁਣ ਜੇ ਆਪਾਂ ਕਹਿ ਰਹੇ ਹਾਂ ਕਿ ਸਾਡਾ ਆਪਾਂ ਕਹਿ ਰਹੇ ਹਾਂ ਨਾ ਕਿ ਸਾਡਾ ਫੰਡਾਮੈਂਟਲ ਰਾਈਟ ਅਸੀਂ ਮਤਲਬ ਵੀ ਕਿਸੇ ਵੀ ਤਰੀਕੇ ਦੇ ਨਾਲ ਆਪਣੀਆਂ ਜਿਹੜੀਆਂ ਪਾਵਰਸ ਨੇ ਉਹ ਵਰਤ ਸਕਦੇ ਹਾਂ, ਬਦਲ ਸਕਦੇ ਹਾਂ, ਪਰ ਕੋਈ ਵੀ ਰਾਜ ਕੋਈ ਵੀ ਸਟੇਟ ਆਪਣੀ ਮਰਜ਼ੀ ਨਾਲ ਭਾਰਤ ਤੋਂ ਕੀ ਨਹੀਂ ਹੋ ਸਕਦਾ, ਵੱਖਰਾ ਨਹੀਂ ਹੋ ਸਕਦਾ। ਕੱਲ ਨੂੰ ਅਸੀਂ ਕਹਿ ਦਾਂਗੇ ਕਿ ਅਸੀਂ ਪੰਜਾਬ ਹੈ ਤੇ ਅਸੀਂ ਕੀ ਕਰਨਾ, ਆਪਦਾ ਸਟੇਟ ਬਣਾਵਾਂਗੇ, ਆਪਦਾ ਦੇਸ਼ ਬਣਾਵਾਂਗੇ। ਬਿਲਕੁਲ ਵੀ ਨਹੀਂ। ਬਹੁਤ ਵੱਡਾ ਕਨਸੈਂਟ ਹੋਊਗਾ, ਬਹੁਤ ਵੱਡਾ ਮੁੱਦਾ ਇਹ। ਸਾਡੇ ਦੇਸ਼ ਦੇ ਵਿੱਚ ਰਾਜਾਂ ਨੂੰ ਸੰਘ ਤੋਂ, ਰਾਜ ਭਾਵ ਕੇ ਸਾਡੇ ਸਟੇਟ ਜਿਵੇਂ ਪੰਜਾਬ, ਹਰਿਆਣਾ, ਹਿਮਾਚਲ, ਸੰਘ ਭਾਵ ਕੇ ਸਾਡਾ ਕੇਂਦਰ, ਸਾਡਾ ਦੇਸ਼, ਸਾਡਾ ਭਾਰਤ, ਉਹਦੇ ਤੋਂ ਆਹੋ ਕਹਿਣ ਵੀ ਇਸ ਤਾਂ ਵੱਖਰੇ ਹੁੰਦੇ ਆ, ਸਾਡਾ ਤਾਂ ਆਪਣਾ ਚਲਾਵਾਂਗੇ, ਨਹੀਂ ਹੋ ਸਕੂਗਾ ਕਦੇ ਵੀ। ਆਪਾਂ ਇੱਕ ਚੀਜ਼ ਪੜ੍ਹੀ ਕਿ ਸਾਡਾ ਦੇਸ਼ ਕੀ ਹੈ, ਰਾਜਾਂ ਦਾ ਸੰਘ ਹੈ। ਯੂਨੀਅਨ ਆਫ ਕੀ ਹੈ, ਸਟੇਟਸ ਹੈ। ਪਹਿਲਾਂ ਯੂਨੀਅਨ ਹੈ ਫਿਰ ਉਹਦੇ ਤੋਂ ਕੀ ਬਣੇ ਨੇ, ਰਾਜ ਬਣੇ ਨੇ। ਸੋ ਰਾਜ ਹਮੇਸ਼ਾ ਕਿਹਦੇ ਅੰਡਰ ਰਹਿ ਕੇ ਕੰਮ ਕਰਨਗੇ, ਯੂਨੀਅਨ ਦੇ। ਉਹਨਾਂ ਦੀ ਕੋਈ ਆਪਣੀ ਮਰਜ਼ੀ ਨਹੀਂ ਕਿ ਆਪਣੀ ਮਰਜ਼ੀ ਨਾਲ ਆਪਦਾ ਅੱਡ ਤੋਂ ਦੇਸ਼ ਬਣਾ ਲਿਆ ਜਾਂ ਕੁਝ ਕਰ ਲਿਆ। ਅੱਜ ਤੱਕ ਜੰਮੂ ਕਸ਼ਮੀਰ ਐਡਾ ਸਟਰਗਲਰ ਸਟੇਟ ਰਹੇਗਾ, ਉਹ ਵੀ ਨਹੀਂ ਬਣਾ ਪਾਏ ਬੇਸਿਕਲੀ, ਠੀਕ ਹੈ। ਹੁਣ ਜੇ ਆਪਾਂ ਗੱਲ ਕਰੀਏ ਪਹਿਲਾ ਆਪਣਾ ਕੀ ਹੋ ਗਿਆ, ਗਲਤ ਹੋ ਗਿਆ। ਦੂਜਾ ਕੀ ਆਪਣਾ, ਸਿਰਫ ਵੱਖ ਹੋਣ ਦੀ ਵਕਾਲਤ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੀ ਸੁਰੱਖਿਆ ਹੋਵੇਗੀ। ਕਹਿੰਦੇ ਜਸਟ ਐਡਵੋਕੇਸੀ ਆਫ secession will have the protection of freedom of expression। ਬਿਲਕੁਲ ਗਲਤ। secession ਮਤਲਬ ਸਟੇਟ ਕੋਲੇ, ਇਹ ਥੋੜਾ ਜਿਹਾ ਇਸ ਚੀਜ਼ ਨੂੰ ਸਮਝੋ। ਇੱਥੇ ਐਡਵੋਕੇਸੀ ਦਾ ਮਤਲਬ ਵਕਾਲਤ ਨਹੀਂ, ਇੱਕ ਬੜਾ ਟੈਕਨੀਕਲ ਟਰਮ ਦੇ ਤੌਰ ਤੇ ਚੀਜ਼ ਯੂਜ਼ ਕੀਤੀ ਜਾਂਦੀ ਹੈ। ਐਡਵੋਕੇਸੀ ਨੂੰ, ਐਡਵੋਕੇਸੀ ਆਫ secession, ਵੱਖਰਾਪਣ। secession ਕੀ ਹੁੰਦਾ ਹੈ, ਵੱਖਰਾਪਣ। ਜਿਹੜਾ ਹੈਗਾ ਉਹ ਫਰੀडम ਆਫ ਐਕਸਪ੍ਰੈਸ਼ਨ ਹੈ। ਕਹਿੰਦੇ ਵੀ ਜੇ ਕੋਈ ਸਟੇਟ ਵੱਖਰੀ ਹੋ ਜੂਗੀ ਨਾ ਤਾਂ ਉਹਦਾ ਫਰੀडम ਆਫ ਐਕਸਪ੍ਰੈਸ਼ਨ ਆ ਹੋ ਸਕਦੀ ਹੈ। ਮੈਂ ਤੁਹਾਨੂੰ ਕੀ ਸਮਝਾਇਆ ਕਿ ਸਟੇਟ ਵੱਖਰੀ ਨਹੀਂ ਹੋ ਸਕਦੀ ਕਦੇ ਵੀ। ਆਪਣੀ ਮਰਜ਼ੀ ਨਾਲ ਰਾਜ ਜਿਹੜਾ ਹੈਗਾ ਉਹ ਕੇਂਦਰ ਤੋਂ ਵੱਖਰੇ ਤੌਰ ਤੇ ਪਰਫਾਰਮ ਨਹੀਂ ਕਰੂਗਾ। ਸੋ ਸਾਡਾ ਆਨਸਰ ਜਿਹੜਾ ਕੀ ਆਊਗਾ, ਜੇ ਆਪਾਂ ਗੱਲ ਕਰੀਏ ਤਾਂ ਇਹ ਗਲਤ ਆ, ਇਹ ਸਹੀ ਹੈ। ਦੋਨੇ ਚੀਜ਼ ਪਤਾ ਲੱਗੀ। ਰਾਜ ਆਪਣੀ ਮਰਜ਼ੀ ਦੇ ਨਾਲ ਪ੍ਰਗਟਾਵੇ ਦੀ ਆਜ਼ਾਦੀ ਦੇ ਤੌਰ ਤੇ ਵੱਖਰਾ ਨਹੀਂ ਹੋ ਸਕਦਾਗਾ। ਤਾਂ ਇਹ ਕੀ ਹੋ ਗਿਆ, ਗਲਤ। ਇਹ ਕੀ ਹੋ ਗਿਆ, ਸਹੀ। ਆਪਾਂ ਨੂੰ ਸਹੀ ਪੁੱਛਿਆ ਸੀ, ਸੋ ਸਾਡਾ ਆਨਸਰ ਕਿਹੜਾ ਹੋ ਗਿਆ, ਪਹਿਲਾ। ਠੀਕ ਹੈ। ਹੁਣ ਜਿਵੇਂ ਪਹਿਲਾ ਦੁਬਾਰਾ ਦੇਖੋ, ਭਾਰਤ ਦੇ ਸੰਵਿਧਾਨ ਦੇ ਤਹਿਤ ਰਾਜਾਂ ਨੂੰ ਸੰਘ ਤੋਂ ਵੱਖ ਹੋਣ ਦਾ ਕੋਈ ਅਧਿਕਾਰ ਨਹੀਂ। ਇਹ ਸਹੀ ਹੈ, ਵੱਖ ਨਹੀਂ ਹੋ ਸਕਦੇ ਕਦੇ ਵੀ ਰਾਜ ਆਪਣੇ ਦੇਸ਼ ਤੋਂ, ਭਾਰਤ ਤੋਂ ਵੱਖ ਨਹੀਂ ਹੋ ਸਕਦੇ। ਠੀਕ ਹੈ, ਇਸ ਚੀਜ਼ ਨੂੰ ਧਿਆਨ ਚ ਰੱਖਣਾ। ਸੋ ਦੋ ਆਪਸ਼ਨ ਆਪਣਾ ਗਲਤ, ਇੱਕ ਸਹੀ, ਸੋ ਇੱਕ ਵਾਲਾ ਆਨਸਰ ਹੋ ਗਿਆ। ਠੀਕ ਹੈ। ਮੈਂ ਨਾ ਇੱਕ ਮਿੰਟ, ਤੁਸੀਂ ਨਾ ਐ ਕਰੋ, ਸ਼ੀਟਸ ਲਿਆਓ ਉਹਨਾਂ ਤੋਂ ਫੜ ਕੇ, ਫਿਰ ਤੁਹਾਨੂੰ ਸੌਖਾ ਹੋ ਜਾਊਗਾ। ਪ੍ਰਿੰਟ ਆਊਟ ਲੈ ਲਿਓ। ਹੁਣ ਮੈਮ ਨੇ ਕਿਹਾ ਵੀ ਸ਼ੀਟਸ ਦੇ ਦਿਓ। ਠੀਕ ਹੈ। ਹਾਂਜੀ, ਅਗਲਾ ਪੁਆਇੰਟ ਹੈ, ਕਹਿੰਦੇ ਆਜ਼ਾਦੀ ਤੋਂ ਬਾਅਦ ਭਾਸ਼ਾਈ ਆਧਾਰ ਤੇ ਭਾਰਤੀ ਰਾਜਾਂ ਦਾ ਪੁਨਰਗਠਨ ਕਿਸ ਸਾਲ ਕੀਤਾ ਗਿਆ। ਇਸ ਕੁਐਸਚਨ ਤੋਂ ਪਹਿਲਾਂ ਇੱਕ ਆਪਾਂ ਕਨਸੈਪਟ ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਣਾ ਇੱਕ ਛੋਟਾ ਜਿਹਾ ਕਨਸੈਪਟ ਹੈ ਜਿਹੜਾ ਉਹ ਪੈਂਡਿੰਗ ਸੀਗਾ, ਉਸ ਕਨਸੈਪਟ ਨੂੰ ਥਿਓਰੈਟੀਕਲੀ ਤੁਸੀਂ ਵੀ ਲਿਖਣਾ ਹੈਗਾ। ਬਸ 5 ਮਿੰਟ ਦਾ ਕਨਸੈਪਟ ਹੈ। ਆਪਣੇ ਪ੍ਰਸ਼ਨ ਜਿਹੜੇ ਹੈਗੇ ਨੇ ਉਹ ਸੋਲਵ ਫੇਰ ਹੋਣਗੇ। ਕੀ ਹੈਡਿੰਗ ਬਣਾਓਗੇ, ਭਾਸ਼ਾ ਦੇ ਆਧਾਰ ਤੇ, ਭਾਸ਼ਾ ਦੇ ਆਧਾਰ ਤੇ ਰਾਜਾਂ ਦਾ ਪੁਨਰਗਠਨ, ਭਾਸ਼ਾ ਦੇ ਆਧਾਰ ਤੇ ਰਾਜਾਂ ਦਾ ਪੁਨਰਗਠਨ। ਜਿਵੇਂ ਸਿੱਧੇ ਕੁਐਸਚਨ ਕਰਾਤੇ ਫਿਰ ਤੁਹਾਨੂੰ ਫਿਰ ਕਨਫਿਊਜ਼ਨ ਹੋਈ ਰਹਿਣੀ ਹੈ। ਸੋ ਆਪਾਂ ਬੇਸਿਕਲੀ ਪਹਿਲਾਂ ਇਹ ਕਨਸੈਪਟ ਕਰ ਲਈਏ। ਭਾਸ਼ਾ ਦੇ ਆਧਾਰ ਤੇ ਰਾਜਾਂ ਦੇ ਪੁਨਰਗਠਨ ਦਾ ਕੀ ਮਤਲਬ ਹੈ। ਜਦੋਂ ਅਸੀਂ 15 ਅਗਸਤ 1947 ਦੇ ਵਿੱਚ ਆਜ਼ਾਦ ਹੋਏ ਤੇ 26 ਜਨਵਰੀ 1950 ਦੇ ਵਿੱਚ ਆਪਣਾ ਸੰਵਿਧਾਨ ਲਾਗੂ ਕੀਤਾ, ਸਭ ਤੋਂ ਵੱਡਾ ਮੁੱਦਾ ਇਹ ਸੀ ਕਿ ਸਾਡੇ ਦੇਸ਼ ਦੇ ਵਿੱਚ ਜਿਹੜੇ ਰਾਜ ਬਣਨਗੇ, ਜਿਹੜੇ ਸਟੇਟ ਡਿਵੀਜ਼ਨ ਹੋਊਗੀ, ਉਹਦਾ ਆਧਾਰ ਕੀ ਰੱਖਿਆ ਜਾਊਗਾ। ਪਹਿਲੀ ਗੱਲ ਤਾਂ
ਤੁਹਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਸਾਡੇ ਦੇਸ਼ ਦੇ ਵਿੱਚ ਜੇ ਅੱਜ 28 ਰਾਜ ਬਣੇ ਨੇ, ਉਹਨਾਂ ਨੇ ਬਣਨ ਦਾ ਆਧਾਰ ਕਿਹੜਾ ਹੈਗਾ? ਭਾਸ਼ਾ ਹੈਗੀ ਹੈ। ਇਹ ਚੀਜ਼ ਯਾਦ ਰੱਖੋਗੇ। ਸਾਡੇ ਦੇਸ਼ ਦੇ ਵਿੱਚ ਰਾਜਾਂ ਦੀ ਵੰਡ ਕਿਹੜੇ ਆਧਾਰ ਤੇ ਕੀਤੀ ਗਈ ਹੈ? ਭਾਸ਼ਾ ਦੇ ਆਧਾਰ ਤੇ ਕੀਤੀ ਗਈ ਹੈ, ਲਿੰਗੁਇਸਟਿਕ ਬੇਸਿਸ ਤੇ ਕੀਤੀ ਗਈ ਹੈ। ਹੁਣ ਉਹ ਇੰਨੀ ਸੌਖੀ ਨਹੀਂ ਹੋਈ। ਪਹਿਲੀ ਵਾਰੀ ਕੁਝ ਕਮਿਸ਼ਨ ਵੀ ਬਣੇ, ਕੁਝ ਕਮੇਟੀਆਂ ਵੀ ਬਣੀਆਂ, ਉਹਨਾਂ ਦੇ ਨਾਲ ਰਿਲੇਟਡ ਤੁਹਾਨੂੰ ਪ੍ਰਸ਼ਨ ਵੀ ਪੁੱਛਿਆ ਜਾਂਦਾ ਹੁੰਦਾ ਹੈ, ਜਿਵੇਂ ਧਾਰ ਕਮਿਸ਼ਨ ਪੁੱਛਿਆ ਜਾਂਦਾ ਹੈ, JVP ਕਮੇਟੀ ਪੁੱਛੀ ਜਾਂਦੀ ਹੈ, ਫੈਜ਼ਲ ਅਲੀ ਕਮਿਸ਼ਨ ਪੁੱਛਿਆ ਜਾਂਦਾ ਹੈ। ਬੜੇ ਪੈਟ ਕੁਐਸਚਨ ਨੇ, ਥੋੜਾ ਐਗਜ਼ਾਮੀਨਰ ਪਾਉਂਦਾ ਹੈਗਾ। ਸਭ ਤੋਂ ਪਹਿਲਾਂ ਇਹਦੇ ਨਾਲ ਸੰਬੰਧਿਤ ਕਿਹੜਾ ਕਮਿਸ਼ਨ ਬਣਿਆ? ਧਾਰ ਕਮਿਸ਼ਨ ਬਣਿਆ, ਜਿਹੜਾ ਕਿ ਕਦੋਂ ਬਣਿਆ ਸੀ? 1948 ਦੇ ਵਿੱਚ। ਠੀਕ ਹੈ, ਧਾਰ ਕਮਿਸ਼ਨ ਕਦੋਂ ਬਣਿਆ? 1948 ਦੇ ਵਿੱਚ। ਇਹ ਕਮਿਸ਼ਨ ਤੋਂ ਸਲਾਹ ਲਈ ਗਈ ਸੀ, ਬੇਸਿਕਲੀ SK ਧਾਰ ਸੀਗੇ ਜਿਹੜੇ ਇਸ ਕਮਿਸ਼ਨ ਦੇ ਹੈੱਡ ਸੀ, ਉਹਨਾਂ ਦੇ ਨਾਂ ਤੇ ਧਾਰ ਕਮਿਸ਼ਨ ਬਣਾਇਆ ਗਿਆ। ਇਸ ਕਮਿਸ਼ਨ ਤੋਂ ਸਲਾਹ ਲਈ ਗਈ ਕਿ ਵੀ ਜਦੋਂ ਅਸੀਂ ਹੁਣ ਸਟੇਟਸ ਬਣਾਵਾਂਗੇ, ਜਦੋਂ ਅਸੀਂ ਰਾਜ ਬਣਾਵਾਂਗੇ, ਤਾਂ ਰਾਜਾਂ ਦੇ ਬਣਨ ਦਾ ਆਧਾਰ ਕੀ ਹੋਣਾ ਚਾਹੀਦਾ ਹੈ? ਸਭ ਤੋਂ ਪਹਿਲਾ ਪੁਆਇੰਟ ਤਾਂ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਰਾਜ ਬਣਨ ਦੇ ਆਧਾਰ ਤੇ ਪਹਿਲਾ ਕਮਿਸ਼ਨ ਕਿਹੜਾ ਕ੍ਰੀਏਟ ਹੋਇਆ ਸੀ? ਧਾਰ ਕਮਿਸ਼ਨ। ਜਾਂ ਧਾਰ ਕਮਿਸ਼ਨ ਦਾ ਸੰਬੰਧ ਕਿਹਦੇ ਨਾਲ ਹੈ? ਰਾਜਾਂ ਦੇ ਪੁਨਰਗਠਨ ਦੇ ਨਾਲ ਹੈ। ਠੀਕ ਹੈ, ਹੁਣ ਕੀ ਹੋਇਆ? ਇਸ ਕਮਿਸ਼ਨ ਨੇ ਕੀ ਕਿਹਾ? ਧਾਰ ਕਮਿਸ਼ਨ ਨੇ ਕੀ ਕਿਹਾ ਕਿ ਰਾਜ ਨੇ ਜਿਹੜੇ ਉਹ ਭਾਸ਼ਾ ਦੇ ਆਧਾਰ ਤੇ ਨਹੀਂ ਵੰਡੇ ਜਾਣਗੇ, ਪ੍ਰਸ਼ਾਸਨਿਕ ਪ੍ਰਬੰਧ ਦੇ ਆਧਾਰ ਤੇ ਵੰਡੇ ਜਾਣਗੇ। ਐਡਮਿਨਿਸਟ੍ਰੇਸ਼ਨ ਜਿਹੜਾ ਬੇਸ ਆ ਉਹ ਹੋਊਗਾ, ਭਾਸ਼ਾ ਕਦੇ ਬੇਸ ਨਹੀਂ ਰਹੂਗਾ। ਹੁਣ ਇਸ ਕਮਿਸ਼ਨ ਦੀ ਸਮੀਖਿਆ ਕਰਨ ਦੇ ਲਈ, ਧਾਰ ਕਮਿਸ਼ਨ ਦੀ ਸਮੀਖਿਆ ਕਰਨ ਦੇ ਲਈ ਕਿਹੜੀ ਕਮੇਟੀ ਬਣਾਈ ਗਈ ਸੀ? JVP ਕਮੇਟੀ ਬਣਾਈ ਗਈ ਸੀ, ਜਿਹੜੀ ਕਦੋਂ ਬਣੀ ਹੈ? 1949 ਦੇ ਵਿੱਚ ਬਣੀ ਹੈ। ਠੀਕ ਹੈ ਜੀ, ਧਾਰ ਕਮਿਸ਼ਨ ਕਿਹਦੇ ਨਾਲ ਸੰਬੰਧਿਤ ਹੈ? ਰਾਜਾਂ ਦੇ ਪੁਨਰਗਠਨ ਨਾਲ ਸੰਬੰਧਿਤ ਹੈ। JVP ਕਮੇਟੀ ਕਿਹਦੇ ਨਾਲ ਸੰਬੰਧਿਤ ਹੈ? ਰਾਜਾਂ ਦੇ ਪੁਨਰਗਠਨ ਨਾਲ ਸੰਬੰਧਿਤ ਹੈ। ਧਾਰ ਕਮਿਸ਼ਨ ਦੇ ਲਈ ਕਿਹੜੀ ਕਮੇਟੀ ਬਣਾਈ ਐਗਜ਼ਾਮਿਨ ਕਰਨ ਦੇ ਲਈ? JVP ਕਮੇਟੀ ਬਣਾਈ ਗਈ ਸੀ। ਠੀਕ ਹੈ, ਹੁਣ JVP ਕਮੇਟੀ ਨੇ ਕੀ ਕੀਤਾ ਕਿ JVP ਕਮੇਟੀ ਨਾਂ ਇਹਦਾ ਪਤਾ ਕਿਉਂ ਹੈ? J ਜਵਾਹਰ ਲਾਲ ਨਹਿਰੂ, V ਵੱਲਭ ਭਾਈ ਪਟੇਲ, P ਸੀਤਾਰਾਮਈਆ। ਸੋ ਇਹਨਾਂ ਤਿੰਨਾਂ ਬੰਦਿਆਂ ਦਾ ਇੱਕ ਬੇਸਿਕ ਕਮੇਟੀ ਸੀਗੀ ਜਿਹਦੇ ਆਧਾਰ ਤੇ ਇਹ ਚੀਜ਼ ਬਣਾਈ ਗਈ। ਨਾਂ ਵੀ ਲਿਖ ਲਿਓ ਤੁਸੀਂ। JVP ਕਮੇਟੀ ਦੇ ਮੈਂਬਰ ਕੌਣ ਸੀ? J ਫॉर ਜਵਾਹਰ ਲਾਲ ਨਹਿਰੂ, V ਫॉर ਵੱਲਭ ਭਾਈ ਪਟੇਲ ਤੇ P ਫॉर P ਸੀਤਾਰਾਮਈਆ। ਠੀਕ ਹੈ ਜੀ, ਇਹ ਤਿੰਨ ਬੰਦੇ ਇਸ ਕਮੇਟੀ ਦੇ ਵਿੱਚ ਸ਼ਾਮਲ ਹੋਏ। ਹੁਣ ਇਹਨਾਂ ਤਿੰਨਾਂ ਬੰਦਿਆਂ ਨੇ ਨਿਚੋੜ ਕੱਢਿਆ। ਕੀ ਨਿਚੋੜ ਕੱਢਿਆ? ਕਿ ਵੀ ਜਿਵੇਂ ਧਾਰ ਕਮਿਸ਼ਨ ਕਹਿ ਰਿਹਾ ਨਾ ਕਿ ਭਾਸ਼ਾ ਦੇ ਆਧਾਰ ਤੇ ਨਹੀਂ ਬਣਨਗੇ, ਅਸੀਂ ਵੀ ਕਹਿ ਰਹੇ ਹਾਂ ਭਾਸ਼ਾ ਦੇ ਆਧਾਰ ਤੇ ਨਹੀਂ ਬਣਨਗੇ। ਇਹਨਾਂ ਨੇ ਤਰਜੀਹ ਦਿੱਤੀ ਕਿ ਜਿਹੜੇ ਸਟੇਟ ਫਾਰਮੇਸ਼ਨ ਹੋਊਗੀ ਉਹ ਭਾਸ਼ਾ ਦੇ ਆਧਾਰ ਤੇ ਨਹੀਂ ਹੋਊਗੀ। ਕਿਹੜੇ ਆਧਾਰ ਤੇ ਹੋਊਗੀ? ਪ੍ਰਸ਼ਾਸਨਿਕ ਆਧਾਰ ਤੇ ਹੋਊਗੀ। ਮਤਲਬ ਭਾਸ਼ਾ ਦੇ ਆਧਾਰ ਤੇ ਸਾਡੇ ਦੇਸ਼ 'ਚ ਕੀ ਨਹੀਂ ਵੰਡੇ ਜਾਣਗੇ? ਰਾਜ ਨਹੀਂ ਵੰਡੇ ਜਾਣਗੇ। ਹੁਣ ਹੋਇਆ ਕੀ? ਜੇ ਆਪਾਂ ਪ੍ਰੈਜ਼ੈਂਟ ਦੇਖੀਏ ਨਾ, ਪ੍ਰੈਜ਼ੈਂਟ ਜਿਹੜਾ ਸਾਡੇ ਮੌਜੂਦਾ ਸਿਨਾਰੀਓ ਆ, ਆਪਾਂ ਜੇ ਦੇਖੀਏ ਸਾਡੇ ਦੇਸ਼ ਦੇ ਵਿੱਚ ਜਿੰਨੀ ਵੀ ਸਟੇਟ ਫਾਰਮੇਸ਼ਨ ਹੋਈ ਹੈ ਉਹਦਾ ਬੇਸ ਕੀ ਬਣੇਗਾ? ਭਾਸ਼ਾ ਹੀ ਬਣੇਗਾ। ਹੁਣ ਕੀ ਇਹੋ ਜਿਹਾ ਬਦਲਾਵ ਆਇਆ ਵੀ ਦੋ ਕਮੇਟੀਆਂ, ਇੱਕ ਕਮੇਟੀ ਤੇ ਇੱਕ ਕਮਿਸ਼ਨ ਇਸ ਗੱਲ ਤੇ ਅੜੇ ਸੀ ਭਾਸ਼ਾ ਆਧਾਰ ਤੇ ਬਣਨਾ ਨਹੀਂ ਚਾਹੀਦਾ, ਪਰ ਬਦਲਾਵ ਕੀ ਆਇਆ ਕਿ ਸਾਡੇ ਦੇਸ਼ ਦੇ ਵਿੱਚ ਜਿਹੜੇ ਨਵੇਂ ਰਾਜ ਬਣੇ ਨੇ ਉਹਨਾਂ ਦਾ ਬੇਸ ਕੀ ਰਿਹਾ? ਭਾਸ਼ਾ ਰਹੇਗਾ। ਅਸਲ 'ਚ ਹੋਇਆ ਕੀ ਸੀ? ਆਂਧਰਾ ਪ੍ਰਦੇਸ਼ ਦਾ ਇੱਕ ਬੰਦਾ, ਮਤਲਬ ਬਹੁਤ ਐਕਟਿਵਿਸਟ ਸੀਗਾ, ਆਂਧਰਾ ਪ੍ਰਦੇਸ਼ ਦਾ ਇੱਕ ਬੰਦਾ ਸ਼੍ਰੀ ਮੱਲੂ, ਜੇ ਆਪਾਂ ਉਹਦਾ ਪੂਰਾ ਨਾਮ ਵੱਡਾ ਥੋੜਾ ਜਿਹਾ ਸ਼੍ਰੀ ਮੱਲੂ ਪੜ੍ਹੀਏ, ਉਹਨੇ ਪ੍ਰੋਟੈਸਟ ਕੀਤਾ, ਭੁੱਖ ਹੜਤਾਲ ਤੇ ਬੈਠ ਗਿਆ। ਉਹ ਬੇਸਿਕਲੀ ਭੁੱਖ ਹੜਤਾਲ ਤੇ ਸ਼੍ਰੀ ਮੱਲੂ। ਠੀਕ ਹੈ, ਆਂਧਰਾ ਪ੍ਰਦੇਸ਼ ਦਾ ਇਹ ਬੰਦਾ ਹੈ। 1953 ਦੇ ਵਿੱਚ ਇਹ ਕੀ ਬੈਠਾ ਹੈ? ਅਕਤੂਬਰ 1953 ਦੇ ਵਿੱਚ ਇਹ ਭੁੱਖ ਹੜਤਾਲ ਤੇ ਬਹਿ ਗਿਆ। ਵੀ ਇਹ ਕੋਈ ਆਮ ਬੰਦਾ ਨਹੀਂ ਸੀਗਾ, ਇਹ ਬਹੁਤ ਵੱਡਾ ਐਕਟਿਵਿਸਟ ਸੀਗਾ, ਇਹਦੇ ਨਾਲ ਬਹੁਤ ਦੁਨੀਆ ਸੀ। ਹੁਣ ਹੋਇਆ ਕੀ? ਜਦੋਂ ਇਹ ਭਾਈ ਇਸ ਗੱਲ ਤੇ ਅੜ ਗਿਆ ਕਿ ਅਸੀਂ ਤਾਂ ਭਾਸ਼ਾ ਦੇ ਆਧਾਰ ਤੇ ਹੀ ਸਟੇਟ ਫਾਰਮੇਸ਼ਨ ਕਰਾਂਗੇ, ਭੁੱਖ ਹੜਤਾਲ ਤੇ ਬੈਠੇ ਬੈਠੇ ਦੀ ਇਹਦੀ ਕੀ ਹੋਗੀ? ਡੈਥ ਹੋ ਗਈ। ਜਦੋਂ ਇਹਦੀ ਮੌਤ ਹੋ ਗਈ ਤਾਂ ਜਿਹੜਾ ਇੱਕ ਪ੍ਰੋਟੈਸਟ ਸੀ ਉਹਨੇ ਮਜਬੂਰ ਕਰਤਾ ਕਿ ਸਾਡੇ ਦੇਸ਼ ਦੇ ਵਿੱਚ ਜਿੰਨੇ ਵੀ ਰਾਜ ਬਣਨਗੇ ਉਹ ਕਿਹੜੇ ਆਧਾਰ ਤੇ ਹੀ ਬਣਨਗੇ? ਭਾਸ਼ਾ ਦੇ ਆਧਾਰ ਤੇ। ਜਿਹੜੀ ਚੀਜ਼ ਧਾਰ ਕਮਿਸ਼ਨ ਤੇ JVP ਕਮੇਟੀ ਨੇ ਗਲਤ ਠਹਿਰਾਈ
ਉਹਨੂੰ ਆਖਰਕਾਰ ਸਾਨੂੰ ਅਪਣਾਉਣਾ ਪੈ ਗਿਆ ਇਸ ਬੰਦੇ ਦੀ ਡਿਮਾਂਡ ਤੋਂ ਬਾਅਦ। ਹੁਣ ਕਈ ਵਾਰੀ ਤੁਹਾਨੂੰ ਪੇਪਰ 'ਚ ਕੁਐਸਚਨ ਵੀ ਪੁੱਛਿਆ ਜਾਂਦਾ ਹੁੰਦਾ ਹੈ ਕਿ ਭਾਸ਼ਾ ਦੇ ਆਧਾਰ ਤੇ ਬਣਨ ਵਾਲਾ ਪਹਿਲਾ ਰਾਜ ਕਿਹੜਾ ਹੈ, ਤਾਂ ਤੁਹਾਡਾ ਆਨਸਰ ਕੀ ਹੋਊਗਾ? ਆਂਧਰਾ ਪ੍ਰਦੇਸ਼। 1953 ਦੇ ਵਿੱਚ ਇਸ ਬੰਦੇ ਦੀ ਮੌਤ ਤੋਂ ਬਾਅਦ ਭਾਰਤ ਦੇ ਵਿੱਚ ਪਹਿਲਾ ਰਾਜ ਭਾਸ਼ਾ ਦੇ ਆਧਾਰ ਤੇ ਬਣਨ ਵਾਲਾ, ਉਹਦਾ ਨਾਂ ਕੀ ਸੀ? ਆਂਧਰਾ ਪ੍ਰਦੇਸ਼। ਜੇ ਆਪਾਂ ਵੈਸੇ ਨਾਰਮਲ ਗੱਲ ਕਰੀਏ ਨਾ, ਅੱਗੇ ਇੱਕ ਕਮਿਸ਼ਨ ਬਣੂਗਾ। ਹੁਣ ਇਹ ਤਾਂ ਹੈ ਨਹੀਂ ਕਿ ਬੰਦੇ ਨੇ ਧਰਨਾ ਦੇਤਾ ਔਰ ਇਹਦੇ ਆਧਾਰ ਤੇ ਸਾਰੇ ਦੇ ਸਾਰੇ ਸਟੇਟ ਬਣ ਗਏ, ਇਹਦੇ ਆਧਾਰ ਤੇ ਸਿਰਫ ਆਂਧਰਾ ਪ੍ਰਦੇਸ਼ ਬਣ ਗਿਆ ਸੀ। ਹੁਣ ਇੱਕ ਹੋਰ ਕਮਿਸ਼ਨ ਬਣੂਗਾ ਜਿਹਦੇ ਬੇਸਿਸ ਤੇ ਆਫੀਸ਼ੀਅਲੀ ਭਾਸ਼ਾ ਦੇ ਆਧਾਰ ਤੇ ਦੁਬਾਰਾ ਤੋਂ ਕੀ ਬਣਨਗੇ? ਰਾਜ ਬਣਨਗੇ, ਔਰ ਉਸ ਕਮਿਸ਼ਨ ਦਾ ਨਾਮ ਹੈ ਫੈਜ਼ਲ ਅਲੀ ਕਮਿਸ਼ਨ। ਵੈਰੀ ਵੈਰੀ ਇੰਪੋਰਟੈਂਟ, ਠੀਕ ਹੈ ਜੀ। ਹੁਣ ਕੀ ਹੋਇਆ, ਜਦੋਂ ਰਾਮੁਲੂ ਦੇ ਮੌਤ ਤੋਂ ਬਾਅਦ, ਸ਼੍ਰੀ ਮੁੱਲੂ ਦੇ ਮੌਤ ਤੋਂ ਬਾਅਦ ਇਹ ਚੀਜ਼ ਬਣਾ ਦਿੱਤੀ ਗਈ, ਆਂਧਰਾ ਪ੍ਰਦੇਸ਼ ਬਣਾਤਾ 1953 ਦੇ ਵਿੱਚ ਆਲਰੇਡੀ। ਹੁਣ ਕਿਹੜਾ ਕਮਿਸ਼ਨ ਬਣੂਗਾ? ਫੈਜ਼ਲ ਅਲੀ ਕਮਿਸ਼ਨ ਬਣੂਗਾ। ਤੇ ਫੈਜ਼ਲ ਅਲੀ ਕਮਿਸ਼ਨ ਨੇ ਕੀ ਕਿਹਾ ਕਿ ਜਿਹੜੀ ਇਹ ਮੰਗ ਆ, ਕਿਹੜੀ ਮੰਗ? ਭਾਸ਼ਾ ਦੇ ਆਧਾਰ ਤੇ ਨਵੇਂ ਰਾਜ ਬਣਨ ਵਾਲੀ ਮੰਗ ਹੈ ਜਿਹੜੀ, ਉਹਨੂੰ ਕੀ ਕਰ ਦਿੱਤਾ ਗਿਆ? ਸਵੀਕਾਰ ਕਰ ਦਿੱਤਾ ਗਿਆ। ਭਾਰਤ 'ਚ ਇਸ ਤੋਂ ਬਾਅਦ ਜਿੰਨੇ ਵੀ ਨਿਊ ਸਟੇਟ ਫਾਰਮੇਸ਼ਨ ਹੋਊਗੀ ਉਹ ਹਮੇਸ਼ਾ ਕਿਹਦੇ ਆਧਾਰ ਤੇ ਹੋਊਗੀ? ਭਾਸ਼ਾ ਦੇ ਆਧਾਰ ਤੇ ਹੋਊਗੀ। ਅੱਛਾ, ਹੁਣ ਫੈਜ਼ਲ ਅਲੀ ਕਮਿਸ਼ਨ ਜਿਹੜਾ ਬਣਿਆ ਇਹ ਦਸੰਬਰ 1953 ਦੇ ਵਿੱਚ ਬਣਿਆ। ਇਹ ਕਦੋਂ ਬਣਿਆ? ਦਸੰਬਰ 1953 ਦੇ ਵਿੱਚ ਬਣਿਆ। ਤੇ ਇਹਨੇ ਆਪਣੀ ਰਿਪੋਰਟ ਆ ਜਿਹੜੀ, ਇਹਨੇ ਆਪਣੀ ਰਿਪੋਰਟ ਹੈ ਜਿਹੜੀ ਕਦੋਂ ਦਿੱਤੀ ਹੈ? 1955 ਦੇ ਵਿੱਚ ਦਿੱਤੀ ਹੈ। 1955 ਦੇ ਵਿੱਚ ਦਿੱਤੀ ਹੈ। ਫਿਰ ਉਸ ਤੋਂ ਬਾਅਦ 1956 ਤੋਂ ਸਾਡੇ ਦੇਸ਼ ਦੇ ਵਿੱਚ ਰਾਜ ਨੇ ਜਿਹੜੇ ਉਹ ਕਿਹੜੇ ਆਧਾਰ ਤੇ ਬਣਨੇ ਸ਼ੁਰੂ ਹੋ ਗਏ? ਭਾਸ਼ਾ ਦੇ ਆਧਾਰ ਤੇ ਬਣਨੇ ਸ਼ੁਰੂ ਹੋ ਗਏ। ਸੋ ਚਾਹੋ ਤੁਸੀਂ JVP ਕਮੇਟੀ ਦਾ ਨਾਂ ਲਓ, ਚਾਹੋ ਤੁਸੀਂ ਧਾਰ ਕਮਿਸ਼ਨ ਦਾ ਨਾਂ ਲਓ, ਚਾਹੋ ਤੁਸੀਂ ਫੈਜ਼ਲ ਅਲੀ ਕਮਿਸ਼ਨ ਦਾ ਨਾਂ ਲਓ, ਪਹਿਲੀ ਗੱਲ ਤਾਂ ਤਿੰਨੋਂ ਹੀ ਕਾਦੇ ਵਾਸਤੇ ਹੈ? ਰਾਜਾਂ ਦੇ ਪੁਨਰਗਠਨ ਵਾਸਤੇ ਹੈ। ਧਾਰ ਕਮਿਸ਼ਨ ਨੇ ਪ੍ਰਸ਼ਾਸਨਿਕ ਪ੍ਰਬੰਧ ਨੂੰ ਤਰਜੀਹ ਦਿੱਤੀ। ਧਾਰ ਕਮਿਸ਼ਨ ਨੂੰ ਸਟੱਡੀ ਐਗਜ਼ਾਮਿਨ ਕਰਨ ਦੇ ਲਈ ਕੀ ਬਣਾਈ ਗਈ? JVP ਕਮੇਟੀ। JVP ਕਮੇਟੀ ਨੇ ਭਾਸ਼ਾ ਦੇ ਆਧਾਰ ਤੇ ਬਣਨ ਵਾਲੀ ਮੰਗ ਨੂੰ ਕੀ ਕੀਤਾ? ਠੁਕਰਾਇਆ ਵੀ ਨਹੀਂ ਬਣੂਗਾ। ਫਿਰ ਆਖਰਕਾਰ ਫੈਜ਼ਲ ਅਲੀ ਕਮਿਸ਼ਨ ਬਣਿਆ ਜਿਹਨੇ ਫੇਵਰ ਕੀਤਾ ਕਿ ਹਾਂਜੀ ਨਵੇਂ ਰਾਜ ਬਣਨਗੇ, ਉਹਨਾਂ ਦਾ ਬੇਸ ਕੀ ਹੋਊਗਾ? ਲਿੰਗੁਇਸਟਿਕ ਹੋਊਗਾ। ਕਦੋਂ ਬਣਿਆ ਕਮਿਸ਼ਨ? 1953 ਚ। ਰਿਪੋਰਟ ਕਦੋਂ ਦਿੱਤੀ? 55। ਤੇ 1956 ਦੇ ਵਿੱਚ ਸਾਡੇ ਦੇਸ਼ ਦੇ ਵਿੱਚ 14 ਰਾਜ ਬਣਾਏ ਗਏ ਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਗਏ। ਉਸ ਤੋਂ ਬਾਅਦ ਫਿਰ ਇਹ ਕੀ ਹੋ ਗਿਆ? ਵੱਧਦੇ ਗਏ, ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਗਏ, ਫਿਰ ਇਹਨਾਂ ਦੀ ਗਿਣਤੀ ਹੌਲੀ ਹੌਲੀ ਵੱਧਦੀ ਗਈ। 1956 ਤੋਂ ਬਾਅਦ ओरिजिनली 14 राज बने, लिंग्विस्टिक बेसिस बने और नाल किन्ने यूटी बने? 6 यूटी बने। ये भी चीज तुहानू कई बार एग्जाम दे विच पुछ लई जांदी है, ठीक है। पर एक चीज होर है, जेड़े फैजल अली कमीशन है ना, इन्हें ये चीज तां कहती कि भाषा के आधार ते स्टेट बना लो, पर एक होर थ्योरी दिती जांदी सी, किहड़े वाली थ्योरी? कि वन लैंगुएज वन स्टेट। पर एक चीज रखनी है, एक राज एक भाषा, एक भाषा एक राज, ये थ्योरी दिती जाती सी, वन लैंगुएज वन स्टेट। पर फैजल अली कमीशन कहता भी आ चीज नहीं होगी, ठीक है। भाषा के आधार ते राज बन गए, पर एक भाषा एक राज, मतलब सिर्फ पंजाबी होगी, मतलब जे आपां पंजाब की गल करिए, हिंदी अंग्रेजी होर कोई भाषा नहीं होगी। वो कहते ये नहीं होगा, एक भाषा एक राज वाली गल नहीं मनी जाऊ। हाँ, लिंग्विस्टिक बहुत गिणती जिहड़े लोग बोलते हैं उन्होंने आधार ते राज की फॉर्मेशन है जिहड़ी भाषा के आधार ते हो जाऊगी। सो ये कॉन्सैप्ट सीगा जिहड़ा अपना थोड़ा जिहा पेंडिंग सी। हुण इहदे आधार ते अगले प्रश्न ने जिहड़े आपां सॉल्व आउट करदे हां। हुण देखो तुसीं कि अगला क्वेश्चन जिहड़ा ये वाला बनदा हैगा, कहंदे जी आजादी तो बाद भाषाई आधार ते भारतीय राज्यां दा पुनर्गठन किहड़े साल कीता गया सी? 1956। हुण तुहाडे आंसर्स ने तुहानूं प्रॉपर तरीके नाल पता लगणगे। 1956 दे विच 14 स्टेट्स ते 6 यूटीज जिहड़ियां हैगीआं ने ओह बनाईआं गईआं सी। उहनां दा बेस की सीगा? भाषा। अगला प्रश्न मैं तुहानूं दिन्नी आ स्क्रीन दे उपर, इहनूं पढ़ लो। भारतीय संविधान दे अनुच्छेद 1 दे अनुसार भारत की है? जल्दी जल्दी आंसर करो। जल्दी जल्दी थोड़े कमेंट सैक्शन दे विच मैं नाले माड़ी जी चाह पी ला। जल्दी जल्दी जिहड़े बच्चे ए आंसर कर रहे हैं, बिल्कुल यूनियन ऑफ स्टेट्स। दीदार पानी दे दो यार मैनू।
ਆਂਟੀ ਨੂੰ ਕਹਿ ਦੇ। ठीक है, भारतीय संविधान के अनुसार अनुच्छेद पहला आपां कित्थों शुरू करते हैं, दो ही चीज़ां ने अनुच्छेद पहले दे विच किहड़ियां-किहड़ियां, एक तां लिखिआ है कि भारत है ना जिहड़ा वो की है यूनियन ऑफ स्टेट्स है, राज्यां दा संघ है। ते एक भारत दा नाम लिखिआ आपां, भारत दे नाम दो तरीके नाल है, एक तां भारत लिखिआ होया एक इंडिया लिखिआ। ऑफिशियली साडे देश दे दो ही नाम नेगे, एक भारत है एक इंडिया है। और यूनियन ऑफ स्टेट राज्यां दा संघ जिहड़ा हैगा वो आर्टिकल पहले दे विच आ। मैं तुहानूं पहलां भी बहुत बारी डिफाइन कीता कि भारत राज्यां दा संघ है, पहला राज है सॉरी पहला देश है फिर राज बने ने, देश तो डिवाइड होके स्टेट फॉर्मेशन हुई है। ठीक है, सो पहले अनुच्छेद दे विच की डिफाइन किया गया है कि भारत किहदा समूह है, राज्यां दा, भारत किहदा यूनियन है, यूनियन ऑफ स्टेट्स है। नैक्सट प्रश्न है जिहड़ा साडा, कहते जी नवे राज्यां दे गठन दे मामले विच, नवे राज्यां दा गठन मतलब फॉर्मेशन, नवे स्टेट फॉर्मड किवें होणगे, हेठ लिखिआं विचों किहड़ा सही नहीं है। माड़ा जा स्टेटमेंट दे विच इह भी देख लिया करो कि तुहानूं सही है पुछेगा कि सही नहीं पुछेगा। तां कई बारी असीं उत्थे एग्जाम दा प्रैशर हुंदा है, पढ़ो जल्दी जल्दी और मैनूं आंसर करो छेती तो पहलां। जिवें तुहानूं लगदा है गलत आउण दे कोई चक्कर नहीं, सही आउण दे कोई चक्कर नहीं, गलत पूछे इत्थे गलत किहड़ा हैगा, सो गलत आंसर करना हैगा। रमन कह रहा है भी सी गलत है, चलो आपां देखदे हां कि की गलत है बेसिकली। एक मिनट मैं दित्ता तुहानूं, करो इहनूं। हाँ जी, सी बी डी सारे टाइप के आंसर आ रहे ने, सी भी आ रहा है, बी भी आ रहा है, डी भी आ रहा है, कित्थे कन्फ्यूजन है। देखो पहला ध्यान नाल पढ़ो, कहंदे गलत वाला लभना मतलब आपां सही सही देखी जाने, किहड़ा जिहड़ा रह गया वो गलत हो जाऊगा। संसद नवे राज दा कानून बना सकती है, सही है। नवे राज बनाउण दा कानून कौन बनाउंदी है, संसद ही तां बनाउंदी है, राज्यां कोल तां कोई राइट नहीं, सिंपल मेजोरिटी दे नाल संसद नवे राज बना सकती है, सही हो गया। अजिहे कानून विच संविधान दी पहली अनुसूची अते चौथी अनुसूची विच सोध लई उपबंध होणगे। कहंदे सच लॉज शैल कंटेन प्रोविजन फॉर द अमेंडमेंट ऑफ द फर्स्ट स्केड्यूल एंड द फोर्थ स्केड्यूल ऑफ द कॉन्स्टिट्यूशन। बिल्कुल सही है। पहले शेड्यूल दे विच आपां की गल करदे हां, नवे राज्यां ते केंद्र शासित प्रदेशां बारे, ते चौथे दे विच आपां काहदी गल करदे आंगे, ਜਿਹੜੀਆਂ ਆਪਣੀਆਂ ਐਡਮਿਨਿਸਟ੍ਰੇਟਿਵ ਸਿਸਟਮ ਜਾਂ ਉਹ ਸਾਰੀਆਂ ਚੀਜ਼ਾਂ ਦਾ ਗੱਲ ਕਰਦੇ ਆ, ਰਾਜ ਸਭਾ ਦਾ ਸੀਟਾਂ ਦੀ ਡਿਵੀਜ਼ਨ ਹੋਰ ਗੱਲ ਕਰਦੇ ਆ। ਠੀਕ ਹੈ, ਇਹ ਵੀ ਸਹੀ ਹੋ ਗਿਆ। ਤੀਜਾ ਕੀ ਹੈ, ਸੱਚ ਲਾਅ ਸ਼ੈਲ ਬੀ ਡੀਮਡ ਟੂ ਬੀ ਐਨ ਅਮੈਂਡਮੈਂਟ ਆਫ ਦ ਕਨਸਟੀਟਿਊਸ਼ਨ ਫॉर द ਪਰਪਸ ਆਫ ਆਰਟੀਕਲ। ਕਹਿੰਦੇ ਅਜਿਹੇ ਕਾਨੂੰਨਾਂ ਨੂੰ ਧਾਰਾ 368 ਦੇ ਉਦੇਸ਼ ਲਈ ਸੰਵਿਧਾਨ ਦੀ ਸੋਧ ਮੰਨਿਆ ਜਾਵੇਗਾ। ਮੈਂ ਤੁਹਾਨੂੰ ਕਿੰਨੇ ਵਾਰੀ ਕਿਹਾ ਹੈਗਾ ਕਿ ਜਦੋਂ ਵੀ ਆਪਾਂ ਰਾਜਾਂ ਨੂੰ ਨਵੇਂ ਤੌਰ ਤੇ ਐਡ ਕਰਨਾ ਹੈ, ਜਦੋਂ ਵੀ ਆਪਾਂ ਫਾਰਮੇਸ਼ਨ ਕਰਨੀ ਹੈ, ਉਹਦੇ ਲਈ ਕੋਈ ਵੀ ਸੋਧ ਹੈ ਜਿਹੜੀ ਉਹ ਨਹੀਂ ਹੋਊਗੀ। ਸੋ ਅਮੈਂਡਮੈਂਟ ਸ਼ਬਦ ਹੈ ਜਿਹੜਾ ਤੁਸੀਂ ਇਹਨੂੰ ਪ੍ਰੋਪਰ ਡਿਫਾਈਨ ਨਹੀਂ ਕਰਨਾ ਹੈਗਾ। ਅਮੈਂਡਮੈਂਟ ਸ਼ਬਦ ਦੇ ਲਈ ਨਹੀਂ ਵਰਤਿਆ ਜਾਂਦਾ ਜਦੋਂ ਆਪਾਂ ਆਪਣੇ ਦੇਸ਼ ਦੇ ਵਿੱਚ ਕੀ ਕਰਦੇ ਹਾਂ, ਕੁਝ ਸੰਸ਼ੋਧਿਤ ਕਰਦੇ ਹਾਂ। ਸੀ ਆਪਸ਼ਨ ਵਾਲੇ ਬੱਚੇ ਬਿਲਕੁਲ ਸਹੀ ਨੇ। ਅਗਲਾ ਪੁਆਇੰਟ ਪੜ੍ਹ ਲਈਏ, ਅਜਿਹੇ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਕੋਈ ਬਿੱਲ ਉਦੋਂ ਤੱਕ ਸੰਸਦ ਵਿੱਚ ਪੇਸ਼ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਰਾਜਾਂ ਦੀ ਵਿਧਾਨ ਸਭਾ ਨੂੰ ਨਹੀਂ ਭੇਜਿਆ ਜਾਂਦਾ। ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਕਹੀ ਕਿ ਬੇਸ਼ੱਕ ਆਪਾਂ ਇਹ ਚੀਜ਼ ਕਰ ਰਹੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਜਦੋਂ ਵੀ ਕੋਈ ਨਵੀਂ ਫਾਰਮੇਸ਼ਨ ਦਾ ਬਿੱਲ ਹੈ ਜਿਹੜਾ ਪਾਸ ਕੀਤਾ ਜਾਂਦਾ ਹੈਗਾ, ਉਦੋਂ ਸਿਰਫ ਕਿਹਦੇ ਕੋਲੇ ਮਰਜ਼ੀ ਹੁੰਦੀ ਹੈ, ਸੰਸਦ ਕੋਲੇ ਮਰਜ਼ੀ ਹੁੰਦੀ ਹੈ। ਨਵੇਂ ਰਾਜ ਆਪਾਂ ਕਿਵੇਂ ਇਨਸਰਟ ਕਰ ਸਕਦੇ ਹਾਂ, ਸੰਸਦ ਦੀ ਮਰਜ਼ੀ ਦੇ ਨਾਲ ਇਨਸਰਟ ਕਰ ਸਕਦੇ ਹਾਂ। ਪਰ ਮੈਂ ਤੁਹਾਨੂੰ ਇੱਕ ਚੀਜ਼ ਕਹੀ ਸੀ ਨਾ ਕਿ ਇਹ ਰਾਜਾਂ ਦੀ ਸਲਾਹ ਲਈ ਬਿੱਲ ਹੈ ਜਿਹੜਾ ਉਹ ਰਾਜਾਂ ਕੋਲੇ ਭੇਜਿਆ ਜਾਂਦਾ ਹੈ। ਉਹ ਚੀਜ਼ ਮੈਟਰ ਨਹੀਂ ਕਰਦੀ ਕਿ ਰਾਜ ਬਿੱਲਾਂ ਨੂੰ ਲੈ ਕੇ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ, ਪਰ ਰਾਜਾਂ ਦੀ ਸਲਾਹ ਜਿਹੜੀ ਹੈਗੀ ਹੈ ਬਿੱਲਾਂ ਦੇ ਉੱਪਰ, ਉਹਦੇ ਲਈ ਬਿੱਲ ਕੀ ਕੀਤਾ ਜਾਂਦਾ, ਭੇਜਿਆ ਜਾਂਦਾ ਹੈ। ਸੋ ਆਪਾਂ ਨੂੰ ਰਾਜਾਂ ਦੀ ਵਿਧਾਨ ਸਭਾ ਨੂੰ ਨਹੀਂ ਭੇਜਿਆ ਜਾਂਦਾ ਜਦੋਂ ਤੱਕ ਹਾਂ ਵੀ ਉਹਨਾਂ ਟਾਈਮ ਸੰਸਦ ਵਿੱਚ ਪੇਸ਼ ਨਹੀਂ ਹੋਊਗਾ। ਪਹਿਲਾਂ ਕਿਹਦੇ ਕੋਲੇ ਭੇਜਿਆ ਜਾਊਗਾ, ਰਾਜਾਂ ਦੀਆਂ ਵਿਧਾਨ ਸਭਾਵਾਂ ਕੋਲੇ। ਪਰ ਇਹ ਕੁਝ ਵੀ ਕਹਿ ਰਹੇ ਨੇ, ਫॉर एग्जांपल ਰਾਜ ਵਿਧਾਨ ਸਭਾ ਕਹਿ ਰਹੀ ਵੀ ਅਸੀਂ ਸਹਿਮਤ ਨਹੀਂ ਹੈਗੇ, ਸੰਸਦ ਨੂੰ ਕੋਈ ਬੰਧਤਾ ਨਹੀਂ ਹੈਗੀ, ਜੇ ਤੁਸੀਂ ਸਹਿਮਤ ਨਹੀਂ ਤਾਂ ਨਾ ਰਹੋ, ਕੋਈ ਚੱਕਰ ਵਾਲੀ ਗੱਲ ਨਹੀਂ। ਸੰਵਿਧਾਨ ਤੁਹਾਨੂੰ ਪਾਵਰ ਹੀ ਨਹੀਂ ਦੇ ਰਿਹਾ, ਸਿਰਫ ਇੱਕ ਸਲਾਹਬੰਦੀ ਲਈ
ਬਿੱਲ ਹੈ ਜਿਹੜਾ ਉਹ ਕਿਹਦੇ ਕੋਲੇ ਦਿੱਤਾ ਜਾਊਗਾ, ਵਿਧਾਨ ਸਭਾ ਕੋਲੇ ਭੇਜਿਆ ਜ਼ਰੂਰ ਜਾਂਦਾ ਹੈ। ਸੋ ਆਪਣਾ ਇਹ ਆਪਸ਼ਨ ਵੀ ਕੀ ਹੋ ਜਾਂਦਾ ਹੈ, ਸਹੀ। ਆਪਾਂ ਨੂੰ ਗਲਤ ਪੁੱਛਿਆ ਸੀ, ਗਲਤ ਕਿਹੜਾ ਰਹਿ ਗਿਆ ਆਪਣਾ, ਸੀ ਵਾਲਾ, ਕਿ ਅਜਿਹੇ ਕਾਨੂੰਨਾਂ ਨੂੰ ਸੋਧਿਤ ਕਾਨੂੰਨਾਂ ਜਾਂ ਸੋਧਾਂ ਦੇ ਨਾਲ ਕਾਊਂਟ ਨਹੀਂ ਕੀਤਾ ਜਾਂਦਾ। ਠੀਕ ਹੈ, ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਕਹਿੰਦੇ ਭਾਰਤ ਵਿੱਚ ਇੱਕ ਨਵਾਂ ਰਾਜ ਬਣਾਉਣ ਦੇ ਉਦੇਸ਼ ਲਈ ਇੱਕ ਬਿੱਲ ਇਹਨਾਂ ਦੁਆਰਾ ਪਾਸ ਕੀਤਾ ਜਾਣਾ ਚਾਹੀਦਾ। ਦੇਖੋ ਕਹਿੰਦੇ ਨਵਾਂ ਰਾਜ ਬਣ ਰਿਹਾ, ਨਿਊ ਫਾਰਮੇਸ਼ਨ ਹੋ ਰਹੀ ਹੈ, ਜਿਹੜਾ ਬਿੱਲ ਹੈ ਉਹ ਕਿਹਦੇ ਦੁਆਰਾ ਪਾਸ ਕੀਤਾ ਜਾਣਾ ਚਾਹੀਦਾ। ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸੀ ਕਿ ਸਾਡਾ ਬਿੱਲ ਦੀ ਪਾਵਰ ਲੈ ਕੇ ਕਿਹਨੂੰ ਹੈ, ਸੰਸਦ ਨੂੰ। ਵੀ ਜਦੋਂ ਨਵਾਂ ਰਾਜ ਬਣੂਗਾ ਬਿੱਲ ਕਿੱਥੇ ਜਾਊਗਾ, ਸੰਸਦ। ਸਟੇਟ ਕੋਲੇ ਸਿਰਫ ਇੱਕ ਕਨਸੈਂਟ ਸਲਾਹਕਾਰੀ ਉਹਦੇ ਲਈ ਜਾਊਗਾ, ਹਨਾ। ਫਿਰ ਮੈਂ ਤੁਹਾਨੂੰ ਦੱਸਿਆ ਵੀ ਸੰਸਦ ਦੇ ਵਿੱਚ ਜਦੋਂ ਆਪਾਂ ਬਿੱਲ ਲੈ ਕੇ ਜਾਂਦੇ ਆ ਤਾਂ ਬਿੱਲ ਦੇ ਉੱਪਰ ਬਹੁਮਤ ਜ਼ਰੂਰੀ ਹੈ, ਕਿਉਂਕਿ ਬਹੁਮਤ ਹੀ ਡਿਸਾਈਡ ਕਰੂ ਵੀ ਬਿੱਲ ਪਾਸ ਹੋ ਗਿਆ ਕਿ ਬਿੱਲ ਰੁਕ ਗਿਆ। ਅਜਿਹੇ ਬਿੱਲ ਹਮੇਸ਼ਾ ਕਿਹੜੇ ਬਹੁਮਤ ਦੇ ਨਾਲ ਪਾਸ ਕੀਤੇ ਜਾਂਦੇ ਨੇ, ਸਧਾਰਨ ਬਹੁਮਤ ਦੇ ਨਾਲ ਪਾਸ ਕੀਤੇ ਜਾਂਦੇ ਨੇ। ਸੋ ਸੰਸਦ ਦੇ ਵਿੱਚ ਜਦੋਂ ਆਪਾਂ ਨੂੰ ਸਧਾਰਨ ਬਹੁਮਤ ਮਿਲ ਜੂਗਾ ਤੇ ਸਾਡਾ ਬਿੱਲ ਕੀ ਹੋ ਜਾਊਗਾ, ਪਾਸ ਹੋ ਜਾਊਗਾ। ਹੁਣ ਪਹਿਲਾਂ ਦੇਖੋ, ਸੰਸਦ ਵਿੱਚ ਸਧਾਰਨ ਬਹੁਮਤ ਤੇ ਰਾਜਾਂ ਦੇ 2/3 ਤੋਂ ਘੱਟ ਨਾ ਹੋਣ ਦੀ ਪ੍ਰਵਾਨਗੀ। ਸਟੇਟ ਕੋਲੇ ਤਾਂ ਕਨਸੈਂਟ ਦੀ ਪਾਵਰ ਹੈ, ਸਟੇਟ ਪਾਵਰ ਲੈ ਹੀ ਨਹੀਂ ਸਕਦਾ ਬਿੱਲਾਂ ਨੂੰ ਲੈ ਕੇ। ਦੂਜਾ ਪੁਆਇੰਟ, ਤੀਜਾ ਪੁਆਇੰਟ ਦੇਖੋ, ਸੰਸਦ ਵਿੱਚ 2/3 ਬਹੁਮਤ, ਜੇ ਆਪਾਂ ਗੱਲ ਕਰੀਏ 2/3 ਬਹੁਮਤ ਹੁੰਦਾ ਜਿਹੜਾ, ਉਹ ਕਿਹੜਾ ਬਹੁਮਤ ਹੁੰਦਾ ਹੈਗਾ, ਖਾਸ ਬਹੁਮਤ ਹੁੰਦਾ ਹੈਗਾ। ਉਹ ਕਿਹੜਾ ਬਹੁਮਤ ਹੁੰਦਾ ਹੈ, ਖਾਸ ਬਹੁਮਤ, ਜਿਹਨੂੰ ਤੁਸੀਂ ਕਿਹੜਾ ਮੈਜੋਰਿਟੀ ਬੋਲ ਦਿੰਦੇ ਹੋ, 2/3 ਮੈਜੋਰਿਟੀ ਬੋਲ ਦਿੰਦੇ ਹੋ। ਤਾਂ ਆਪਾਂ ਸੰਸਦ ਤੋਂ 2/3 ਬਹੁਮਤ ਤਾਂ ਲੈਣਾ ਹੀ ਨਹੀਂ, ਆਪਾਂ ਤਾਂ ਕਿਹੜਾ ਲੈਣਾ, ਸਧਾਰਨ ਲੈਣਾ। ਸਧਾਰਨ ਕਿਹੜਾ ਹੁੰਦਾ, 1/2+1 ਵਾਲਾ। ਵੀ ਜੇ 100 ਬੰਦੇ ਬੈਠੇ ਨੇ, ਜੇ 100 ਬੰਦੇ ਬੈਠੇ ਨੇ, 51 ਬੰਦਿਆਂ ਨੇ ਬਿੱਲ ਦੇ ਸਬੰਧ ਚ ਵੋਟ ਪਾਤੀ, ਮਤਲਬ 1/2+1 ਵੋਟ ਬਿੱਲ ਦੇ ਸਬੰਧ ਚ ਪੈ ਗਈ, ਤਾਂ ਬਿੱਲ ਕੀ ਸਮਝਿਆ ਜਾਊਗਾ, ਪਾਸ ਸਮਝਿਆ ਜਾਊਗਾ। ਸੋ ਸਧਾਰਨ ਬਹੁਮਤ। ਬੱਚੇ ਜਿਹੜੇ ਬੀ ਆਨਸਰ ਕਰ ਰਹੇ ਨੇ ਬਿਲਕੁਲ ਸਹੀ ਹੈ ਜੀ। ਅਗਲੇ ਪੁਆਇੰਟ ਤੇ ਚੱਲਦੇ ਆ। ਕਹਿੰਦੇ ਇੱਕ ਨਵੇਂ ਰਾਜ ਦੀ ਸਿਰਜਣਾ ਲਈ, ਇੱਕ ਨਵੇਂ ਰਾਜ ਦੀ ਸਿਰਜਣਾ ਲਈ ਕਾਦੀ ਲੋੜ ਹੈ, ਉੱਪਰੋਂ ਪੜ੍ਹਦੇ ਮਾੜਾ ਜਾ। ਕ੍ਰੀਏਸ਼ਨ ਆਫ ਅ ਨਿਊ ਸਟੇਟ ਰਿਕੁਆਇਰ ਅ ਮੈਜੋਰਿਟੀ ਫॉर द ਕਨਸਟੀਟਿਊਸ਼ਨਲ ਅਮੈਂਡਮੈਂਟ। ਕਹਿੰਦੇ ਕਿਹੜੀ ਮੈਜੋਰਿਟੀ ਚਾਹੀਦੀ ਹੈ ਜਦੋਂ ਨਵੇਂ, ਦੇਖੋ ਦੋ ਤਰੀਕੇ ਨਾਲ ਚੀਜ਼ਾਂ ਨੇ, ਇਹ ਚੀਜ਼ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸੀ। ਇੱਕ ਤਾਂ ਆਰਟੀਕਲ 2 ਆ, ਇੱਕ ਆਰਟੀਕਲ 3 ਆ। ਆਰਟੀਕਲ 2 ਉਹਨਾਂ ਰਾਜਾਂ ਨੂੰ ਭਾਰਤ ਵਿੱਚ ਜੋੜਨ ਦੀ ਗੱਲ ਕਰਦਾ ਹੈ ਜਿਹੜੇ ਭਾਰਤ ਦੀ ਬਾਉਂਡਰੀ ਤੋਂ ਬਾਹਰ ਦੇ ਨੇ। ਠੀਕ ਹੈ, ਕੱਲ ਨੂੰ ਅਸੀਂ ਕਿਸੇ ਦੇਸ਼, ਚਾਈਨਾ ਨਾਲ ਸਾਡੀ ਲੜਾਈ ਹੋਗੀ, ਚਾਈਨਾ ਵੀ ਤਾਂ ਸਾਡਾ ਕਿੰਨਾ ਹਿੱਸਾ ਭਾਰਤ ਦਾ ਲੈ ਰਿਹਾ, ਅਸੀਂ ਲੜ ਕੇ ਚਾਈਨਾ ਦਾ ਕੋਈ ਹਿੱਸਾ ਗ੍ਰੈਬ ਕਰ ਲੈਂਦੇ ਆ, ਫਿਰ ਉਹਦੀ ਸਾਡੇ ਭਾਰਤ 'ਚ ਐਂਟਰੀ ਕਿਹੜੇ ਆਰਟੀਕਲ ਦੇ ਤਹਿਤ ਆਊਗੀ, 2 ਦੇ ਤਹਿਤ ਆਊਗੀ। ਜਾਂ ਫਿਰ ਕੋਈ ਅਨਨੋਨ ਟਾਪੂ ਲੱਭ ਲਿਆ ਸੀ, ਮਤਲਬ ਦੁਨੀਆ 'ਚ ਸਾਰੀ ਜਗ੍ਹਾ ਹੀ ਪਈ ਹੈਗੀ, ਹੁਣ ਆਪਾਂ ਕੋਈ ਅਨਨੋਨ ਟਾਪੂ ਲੱਭ ਲਿਆ ਜਿਹਦੇ ਉੱਤੇ ਆਲਰੇਡੀ ਕਿਸੇ ਦਾ ਰਾਜ ਹੈ ਨਹੀਂਗਾ, ਅਸੀਂ ਉਹਨੂੰ ਕਿਹਦੇ 'ਚ ਐਂਟਰ ਕਰ ਸਕਦੇ ਹਾਂ, ਭਾਰਤ ਦੇ ਵਿੱਚ। ਕਿਹੜੇ ਆਰਟੀਕਲ ਨੂੰ ਵਰਤ ਕੇ, 2 ਨੂੰ। ਇੱਕ ਚੀਜ਼ ਆਪਾਂ ਕੀ ਕਰਦੇ ਆ ਕਿ ਸਾਡਾ ਦੇਸ਼ ਹੈ, ਉਹਦੇ ਅੰਦਰ ਕੀ ਨੇ, ਵੱਖ-ਵੱਖ ਸਟੇਟਸ ਨੇ, 2 ਨੂੰ ਇਕੱਠਾ ਕਰ ਲਿਆ, 2 ਨੂੰ ਅੱਡ ਕਰ ਲਿਆ। ਜੰਮੂ ਕਸ਼ਮੀਰ ਸਟੇਟ ਸੀ, ਉਹਨੂੰ ਯੂਟੀ ਬਣਾਤਾ। ਆਂਧਰਾ ਪ੍ਰਦੇਸ਼ ਤੋਂ ਤੇਲੰਗਾਨਾ ਕੱਢ ਲਿਆ। ਪਹਿਲਾਂ ਪੰਜਾਬ ਦੇ ਵਿੱਚ ਹਿਮਾਚਲ ਵੀ ਸੀ, ਹਰਿਆਣਾ ਵੀ ਸੀ, ਹਰਿਆਣਾ ਅੱਡ ਕਰਤਾ, ਹਿਮਾਚਲ ਅੱਡ ਕਰਤਾ, ਪੰਜਾਬ ਅੱਡ ਕਰਤਾ। ਜਿਹੜੀਆਂ ਸਾਡੇ ਦੇਸ਼ ਦੇ ਅੰਦਰ ਚੀਜ਼ਾਂ ਹੋਣਗੀਆਂ ਉਹ ਕਿਹੜੇ ਆਰਟੀਕਲ ਦੇ ਅੰਡਰ ਹੋਣਗੀਆਂ, 3 ਦੇ ਅੰਡਰ ਹੋਣਗੀਆਂ, ਇਹ ਯਾਦ ਰੱਖਣਾ। ਅਗਲੀ ਚੀਜ਼, ਜਿਹੜੀਆਂ ਚੀਜ਼ਾਂ ਆਰਟੀਕਲ 3 ਦੇ ਅੰਡਰ ਹੋਣਗੀਆਂ ਉਹਨਾਂ ਲਈ ਸੋਧ ਹੈ ਜਿਹੜੀ ਉਹ ਨਹੀਂ ਕੀਤੀ ਜਾਂਦੀ, ਅਮੈਂਡਮੈਂਟ ਨਹੀਂ ਕਾਊਂਟ ਕੀਤਾ ਜਾਂਦਾ ਉਸ ਬਿੱਲ ਨੂੰ, ਸਿੰਪਲ ਮੈਜੋਰਿਟੀ ਨਾਲ ਪਾਸ ਕਰ ਦੋ, ਦੈਟਸ ਇਟ। ਪਰ ਜਿਹੜੀਆਂ ਚੀਜ਼ਾਂ ਆਰਟੀਕਲ 2 ਦੇ ਤਹਿਤ ਬਾਹਰੋਂ ਆ ਕੇ ਭਾਰਤ 'ਚ ਐਂਟਰ ਹੋਣਗੀਆਂ ਉਹਨਾਂ ਲਈ ਸੋਧ ਨੂੰ ਕੀ ਦਿੱਤੀ ਜਾਂਦੀ ਹੈ, ਤਰਜੀਹ ਦਿੱਤੀ ਜਾਂਦੀ ਹੈ। ਮੈਂ ਤੁਹਾਨੂੰ ਕੇਸ ਵੀ ਕਰਾਇਆ ਸੀ ਕਿ ਕਿਹੜੇ ਕੇਸ ਦੇ ਤਹਿਤ ਇਹ ਚੀਜ਼ ਹੋਈ ਹੈ। ਹੁਣ ਦੇਖੋ, ਪਹਿਲਾਂ ਤੁਸੀਂ ਆਨਸਰ ਕਰੋ, ਜਲਦੀ ਜਣੇ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਕਰੋ। ਇਹ ਆਨਸਰ ਮੈਮ ਕਦੇ ਲੋਕ ਸਭਾ ਆ ਜਾਂਦਾ ਆ, ਲੋਕ ਸਭਾ ਦਾ ਮਤਲਬ, ਜਸਵੀਰ ਕੀ ਕੁਐਸਚਨ ਪੁੱਛ ਰਹੇ ਹੋ, ਦੁਬਾਰਾ ਪੈਰਾ ਬਣਾ ਕੇ ਲਿਖੋ ਕੁਐਸਚਨ ਦਾ ਪ੍ਰੋਪਰ, ਮੈਂ ਥੋੜਾ ਕੁਐਸਚਨ ਪੜੂੰਗੀ। ਰਮਨ ਕਹਿ ਰਿਹਾ ਇਹ ਆਨਸਰ ਹੈ, ਬਾਕੀ ਬੱਚੇ ਕੀ ਕਹਿ ਰਹੇ ਨੇ, ਇਹ ਆਨਸਰ ਹੈ। ਹਾਂਜੀ, ਬਾਕੀ ਬੱਚੇ ਕੀ ਕਹਿ ਰਹੇ ਨੇ, ਜਲਦੀ ਜਸਵੀਰ ਜਲਦੀ ਕੁਐਸਚਨ ਪੁੱਛੋ ਆਪਣਾ, ਤੁਹਾਡਾ ਕੀ ਹੈ, ਮੈਨੂੰ ਨਹੀਂ ਪਤਾ ਲੱਗ ਰਿਹਾ ਤੁਹਾਡਾ ਕੁਐਸਚਨ ਕੀ ਹੈਗਾ ਬੇਸਿਕਲੀ। ਡੀ ਆਨਸਰ ਹੈ, ਰਮੇਸ਼ ਕੁਮਾਰ ਕਹਿ ਰਿਹਾ ਡੀ ਆਨਸਰ ਹੈ, ਰਾਧਿਕਾ ਇਹ ਆਨਸਰ ਹੈ। ਹਾਂਜੀ, ਇੱਕ ਨਵੇਂ ਰਾਜ ਦੀ ਸਿਰਜਣਾ ਇੱਕ ਆਸਾਨ ਸੰਵਿਧਾਨਿਕ, ਇਹ ਨਾ ਅਸਲ ਦੇ ਵਿੱਚ ਥਲੜਾ ਨਿਊਤਲਾ ਪੜ੍ਹਦੇ ਆ, ਪੰਜਾਬੀ ਥੋੜਾ ਲਾਈਨਾਂ ਅੱਡ ਕਰਤੀਆਂ। ਕ੍ਰੀਏਸ਼ਨ ਆਫ ਅ ਨਿਊ ਸਟੇਟ ਰਿਕੁਆਇਰਡ ਅ ਮੈਜੋਰਿਟੀ ਫॉर ਕਨਸਟੀਟਿਊਸ਼ਨਲ ਅਮੈਂਡਮੈਂਟ। ਕਿੰਨੀ ਮੈਜੋਰਿਟੀ ਚਾਹੀਦੀ ਹੈ, ਸਿੰਪਲ। ਕਿੰਨੀ ਮੈਜੋਰਿਟੀ ਚਾਹੀਦੀ ਹੈ, ਸਿੰਪਲ। ਸਿੰਪਲ ਮਤਲਬ ਆਸਾਨ, ਇਹ ਨਾ ਤੁਸੀਂ ਸਿੰਪਲ ਸਧਾਰਨ ਲਿਖ ਲਿਆ ਕਰੋ, ਸਿੰਪਲ ਇਹਨਾਂ ਨੇ ਆਸਾਨ, ਕਈ ਵਾਰੀ ਅਸੀਂ ਪੰਜਾਬੀ ਕਨਵਰਟ ਕਰਦੇ ਆ ਨਾ ਤਾਂ ਉਹ ਗੂਗਲ ਬੜਾ ਪ੍ਰੋਪਰ ਕਨਵਰਜ਼ਨ ਕਰ ਦਿੰਦਾ ਹੈ। ਪੋਲਿਟੀ ਦੀ ਆਪਣੀ ਵੀ ਇੱਕ ਲੈਂਗੁਏਜ ਹੁੰਦੀ ਹੈ, ਸੋ ਇਹ ਸਧਾਰਨ ਬਹੁਮਤ ਹੈ।
ਇਹੀ ਤਾਂ ਗੱਲ ਕਹੀ ਹੈ। ਜਿਹੜੇ ਬੱਚੇ ਇਹ ਆਨਸਰ ਕਰ ਰਹੇ ਉਹਨਾਂ ਦਾ ਸਹੀ ਹੈ, ਜਿਹੜੇ ਬਾਕੀ ਕਰ ਰਹੇ ਨੇ ਉਹਨੂੰ ਕੀ ਸੋਚ ਕੇ ਕਰ ਰਹੇ ਹੋ? 2/3 ਦਾ ਤਾਂ ਮਤਲਬ ਹੀ ਨਹੀਂ। ਖਾਸ ਮੁਹੰਮਦ ਦਾ ਤਾਂ ਮੈਂ ਨਾ ਹੀ ਨਹੀਂ ਲੈਂਦੀ, ਖਾਸ ਮੁਹੰਮਦ ਦਾ ਤਾਂ ਕਿਤੇ ਜ਼ਿਕਰ ਨਹੀਂ। ਅਗਲਾ ਕੀ ਹੈ, 3/3 ਪਲੱਸ ਸਾਰੇ ਰਾਜਾਂ ਦੇ 3/3 ਕੋਈ ਬਹੁਮਤ ਹੀ ਨਹੀਂ ਹੁੰਦਾ ਸਾਡੇ। 3/3 ਨਾਂ ਦੀ ਕਹਿ ਲਓ ਕਿ ਸ਼ਬਦ ਹੀ ਨਹੀਂ ਲਿਖੇ ਗਏ ਸਾਡੇ। ਉਪਰੋਕਤ ਵਿੱਚੋਂ ਕੋਈ ਨਹੀਂ, ਉਪਰੋਕਤ ਵਿੱਚੋਂ ਇੱਕ ਤੋਂ ਵੱਧ। ਪਹਿਲਾ ਆਨਸਰ ਆਊਗਾ। ਸਧਾਰਨ ਬਹੁਮਤ ਨਾਲ ਅਸੀਂ ਨਵੇਂ ਸਟੇਟ ਫਾਰਮੇਸ਼ਨ ਕਰ ਸਕਦੇ ਹਾਂ। ਠੀਕ ਹੈ, ਅਗਲੇ ਪੁਆਇੰਟ ਤੇ ਚੱਲਦੇ ਹਾਂ। ਕਹਿੰਦੇ ਸੰਵਿਧਾਨਕ ਉਪਬੰਧਾਂ ਦੇ ਅਨੁਸਾਰ ਇਸ ਦੀਆਂ ਸੀਮਾਵਾਂ ਨੂੰ ਬਦਲਣ ਦੇ ਲਈ ਸਹਿਮਤੀ ਕਿਹੜੀ ਹੈ? ਦ ਕੰਸੈਂਟ ਆਫ, ਕੀ ਕੰਸੈਂਟ ਇੱਥੇ ਆਪਾਂ ਖਾਲੀ ਥਾਂ ਭਰਨੀ ਹੈ। required for alternating its boundary according to the constitutional provisions। ਜਲਦੀ ਜਲਦੀ ਫਿਲ ਆਊਟ ਕਰੋ, ਫਿਰ ਮੈਂ ਆਨਸਰ ਦੱਸੂਗੀ ਕਿ ਕੀ ਆਊਗਾ। ਹਾਂਜੀ ਕਹਿੰਦੇ ਵੀ ਜਦੋਂ ਅਸੀਂ ਧਿਆਨ ਨਾਲ ਸਮਝਾਉਣੀ ਆ, ਜਦੋਂ ਅਸੀਂ ਰਾਜਾਂ ਦੀਆਂ ਸੀਮਾਵਾਂ ਬਦਲਣੀਆਂ ਤਾਂ ਸਾਨੂੰ ਕਿਹਦੀ ਜ਼ਰੂਰਤ ਨਹੀਂ ਪੈਂਦੀ? ਸਟੇਟ ਦੀ। ਮੈਂ ਤੁਹਾਨੂੰ ਕਿਹਾ ਵੀ ਸਟੇਟ ਬਹੁਮਤੀ ਕਰੇ ਨਾ ਕਰੇ, ਸਹਿਮਤੀ ਦੇਵੇ ਨਾ ਦੇਵੇ, ਮੈਜੋਰਿਟੀ ਪਾਵੇ ਨਾ ਪਾਵੇ, ਇੱਕ ਸਲਾਹ ਲਈ ਬਿੱਲ ਭੇਜਿਆ ਜਾਂਦਾ ਹੈ। ਸਟੇਟ ਦਾ ਕੋਈ ਉਹ ਤਾਂ ਮੈਟਰ ਕਰਦਾ ਨਹੀਂ ਹੈਗਾ। ਜੇ ਸਟੇਟ ਨਾ ਵੀ ਕਰ ਰਿਹਾ, ਸੰਸਦ ਫਿਰ ਵੀ ਬਿੱਲ ਪਾਸ ਕਰੂਗੀ ਨਵੇਂ ਸਟੇਟ ਦੀ ਫਾਰਮੇਸ਼ਨ ਲਈ। ਸੋ ਰਾਜ ਨਹੀਂ ਹੈ। ਦ ਸਟੇਟ ਇਜ਼ ਨॉट, ਦ ਕੰਸੈਂਟ ਆਫ ਸਟੇਟ ਇਜ਼ ਨॉट ਰਿਕੁਆਇਰਡ। ਚਾਹੀਦਾ ਨਹੀਂ, ਸਲਾਹ ਨਹੀਂ ਚਾਹੀਦੀ ਰਾਜ ਦੀ, ਕੋਈ ਬਹੁਮਤ ਨਹੀਂ ਚਾਹੀਦਾ ਰਾਜ ਦਾ। ਸੋ ਡੀ ਆਪਸ਼ਨ ਵਿਲ ਬੀ ਦ ਰਾਈਟ ਆਪਸ਼ਨ। ਠੀਕ ਹੈ ਜੀ, ਇਹ ਚੀਜ਼ ਯਾਦ ਰੱਖਣੀ ਹੈ। ਡੀ ਆਪਸ਼ਨ ਆਨਸਰ ਆਊਗਾ। ਜਿਹੜੇ ਸਟੂਡੈਂਟਸ ਡੀ ਆਨਸਰ ਕਰ ਰਹੇ ਨੇ, ਰਾਧਿਕਾ ਡੀ ਆਨਸਰ, ਸੁਖਦੀਪ ਡੀ ਆਨਸਰ, ਵੈਰੀ ਗੁੱਡ ਰਾਧਿਕਾ ਐਂਡ ਸੁਖਦੀਪ। ਰਾਜਾਂ ਦੀ ਕੋਈ ਲੋੜ ਨਹੀਂ ਪੈਂਦੀ ਸਾਨੂੰ, ਸਟੇਟ ਦੇ ਕੰਸੈਂਟ ਦੀ, ਮੈਜੋਰਿਟੀ ਦੀ ਕੋਈ ਲੋੜ ਨਹੀਂ ਪੈਂਦੀ। ਅੱਛਾ ਇੱਕ ਚੀਜ਼ ਹੋਰ ਦੱਸਾਂ, ਆਪਾਂ ਕਹਿ ਤਾਂ ਰਹੇ ਹਾਂ ਕਿ ਅਸੀਂ ਸਟੇਟ ਦੀ ਸਲਾਹ ਦੇ ਲਈ ਬਿੱਲ ਭੇਜਦੇ ਹਾਂ। ਜੇ ਸਟੇਟ ਸਲਾਹ ਦਿੰਦਾ ਹੈ ਨਾ, ਤਾਂ ਉਹ ਵੀ ਸਲਾਹ ਸੰਸਦ ਦੀ ਮਰਜ਼ੀ ਹੁੰਦੀ ਹੈ ਵੀ ਮੈਂ ਮੰਨੂਗਾ ਜਾਂ ਨਹੀਂ ਮੰਨੂਗਾ। ਬਸ ਆਪਾਂ ਇੱਕ ਐਂ ਕਹਿ ਦਈਏ ਵੀ ਇੱਕ ਸੁਨੇਹਾ ਲਾਉਣਾ ਹੁੰਦਾ ਹੈ ਵੀ ਭਾਈ ਤੁਹਾਡੇ ਆਹ ਕਰੀ ਜਾਂਦੇ ਆ, ਉਹ ਸੁਨੇਹੇ 'ਚ ਤੁਸੀਂ ਸਹਿਮਤ ਹੋ, ਤੁਹਾਡੀ ਸਲਾਹ, ਤੁਹਾਡੀ ਅਸਹਿਮਤੀ ਮੈਟਰ ਹੀ ਨਹੀਂ ਕਰਦੀ। ਪੂਰੀ ਪਾਵਰ ਹੈ ਜਿਹੜੀ ਉਹ ਕਿਹਦੇ ਕੋਲੇ ਹੁੰਦੀ ਹੈ? ਸੰਸਦ ਕੋਲੇ ਹੁੰਦੀ ਹੈ। ਰਾਜਾਂ ਕੋਲੇ ਪਾਵਰ ਹੀ ਨਹੀਂ ਹੈਗੀ। ਠੀਕ ਹੈ, ਅਗਲੇ ਪੁਆਇੰਟ ਤੇ ਚੱਲਦੇ ਹਾਂ। ਭਾਰਤ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਪ੍ਰਬੰਧਨ ਇਹਨਾਂ ਦੁਆਰਾ ਕੀਤਾ ਜਾਂਦਾ ਹੈ। ਅੱਛਾ, ਆਪਣੇ ਦੇਸ਼ ਦੇ ਵਿੱਚ ਪ੍ਰਸ਼ਾਸਨਿਕ ਪ੍ਰਬੰਧ ਚੱਲਦਾ ਹੈ ਦੋ ਤਰੀਕੇ ਦਾ। ਇੱਕ ਤਾਂ ਆਪਣੇ ਦੇਸ਼ ਦੇ ਵਿੱਚ ਕੀ ਬਣੇ ਹੋਏ ਨੇ? ਰਾਜ ਬਣੇ ਹੋਏ ਨੇ, ਤੇ ਇੱਕ ਆਪਣੇ ਦੇਸ਼ ਦੇ ਵਿੱਚ ਕੀ ਬਣੇ ਹੋਏ ਨੇ? ਕੇਂਦਰ ਸ਼ਾਸਿਤ ਪ੍ਰਦੇਸ਼ ਬਣੇ ਹੋਏ ਨੇ। ਯੂਟੀ ਸਟੇਟ ਦਾ ਸਿਸਟਮ ਚੱਲਦਾ ਹੈ। ਜਿਹੜੇ ਸਟੇਟ ਸਿਸਟਮ ਦਾ ਹੈਂਡਲਰ ਹੁੰਦਾ ਉਹ ਕੌਣ ਹੁੰਦਾ ਹੈ? ਸੀਐਮ ਹੁੰਦਾ ਹੈ, ਮੁੱਖ ਮੰਤਰੀ ਹੁੰਦਾ ਹੈਗਾ। ਸਾਨੂੰ ਸਭ ਨੂੰ ਪਤਾ ਹੈ ਕਿ ਐਡਮਿਨਿਸਟ੍ਰੇਟਿਵ ਸਿਸਟਮ ਪ੍ਰਸ਼ਾਸਨਿਕ ਪ੍ਰਬੰਧ ਹੈਂਡਲ ਕਰਦਾ ਹੈ। ਯੂਟੀਜ਼ ਦੇ ਵਿੱਚ ਦੋ ਤਰੀਕੇ ਦਾ ਪ੍ਰਬੰਧਨ ਆਪਣੇ। ਦੋ ਤਾਂ ਇਹੋ ਜਿਹੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ, ਦਿੱਲੀ ਤੇ ਪੁਡੂਚੇਰੀ, ਜਿੱਥੇ ਵਿਧਾਨ ਸਭਾ ਹੁੰਦੀ ਹੈ। ਜੇ ਵਿਧਾਨ ਸਭਾ ਹੈਗੀ ਹੈ ਤਾਂ ਡੈਫੀਨਿਟਲੀ ਕੌਣ ਹੋਊਗਾ? ਸੀਐਮ ਹੋਊਗਾ। ਜਿਹੜੇ ਯੂਟੀਜ਼ ਦੇ ਵਿੱਚ ਵਿਧਾਨ ਸਭਾ ਨਹੀਂ ਹੈਗੀ, ਮਤਲਬ ਟੋਟਲ 8 ਨੇ, 8 ਚੋਂ 2 ਘਟਾ ਕੇ ਕਿੰਨੇ ਰਹਿ ਗਏ? 6। 6ਾਂ ਦੇ ਵਿੱਚ ਕੀ ਹੁੰਦੇ ਨੇ? ਲੈਫਟੀਨੈਂਟਲ ਗਵਰਨਰ ਹੁੰਦੇ ਨੇ। ਜਿਵੇਂ ਆਪਣੇ ਰਾਜ ਦੇ ਵਿੱਚ ਇੱਕ ਗਵਰਨਰ ਹੁੰਦਾ ਹੈ ਨਾ, ਇਹਨਾਂ ਨੂੰ ਅਪਾਇੰਟ ਕੌਣ ਕਰਦਾ ਹੈ? ਸਾਡੇ ਦੇਸ਼ ਦਾ ਪ੍ਰੈਜ਼ੀਡੈਂਟ। ਲੈਫਟੀਨੈਂਟਲ ਗਵਰਨਰ ਰਾਜਾਂ ਦੇ ਰਾਜਪਾਲ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜਪਾਲ ਦੀ ਅਪਾਇੰਟਮੈਂਟ ਕਿਹਦੀ ਮਰਜ਼ੀ ਨਾਲ ਜਾਂਦੀ ਹੈ। ਜਾਂ ਆਪਾਂ ਕਹਿ ਲਈਏ ਕਿ ਡਾਇਰੈਕਟਲੀ ਉਹਨਾਂ ਦਾ ਰਾਜ ਕਿਹਦੇ ਕੋਲੇ ਹੁੰਦਾ ਹੈ? ਰਾਸ਼ਟਰਪਤੀ ਕੋਲੇ ਹੁੰਦਾ ਹੈ। ਉਹਨੇ ਆਪਣਾ ਇੱਕ ਨੁਮਾਇੰਦਾ ਛੱਡਿਆ ਹੁੰਦਾ ਹੈ, ਲੈਫਟੀਨੈਂਟ ਗਵਰਨਰ ਜਿਹਨੂੰ ਕਹਿ ਦਿੰਦੇ ਆ। ਸੋ ਇਹ ਪਾਵਰ ਸਾਡੇ ਦੇਸ਼ ਦੇ ਕਿਹਦੇ ਕੋਲੇ ਜਾਂਦੀ ਹੈ? ਪ੍ਰੈਜ਼ੀਡੈਂਟ, ਪ੍ਰਧਾਨ ਨਹੀਂ, ਰਾਸ਼ਟਰਪਤੀ ਕੋਲੇ। ਲੱਗਿਆ ਪਤਾ? ਰਾਸ਼ਟਰਪਤੀ ਕੋਲੇ ਪਾਵਰ ਹੈ ਜਿਹੜੀ ਆਟੋਮੈਟਿਕਲੀ ਵੈਸਟ ਕੀਤੀ ਜਾਂਦੀ ਹੈ। ਜਿਹੜੇ ਬੱਚੇ ਆਨਸਰ ਕਰ ਰਹੇ ਨੇ ਬਿਲਕੁਲ ਸਹੀ ਹੈ। ਐਡਮਿਨਿਸਟ੍ਰੇਟਰ ਜਿਹੜਾ ਹੈਗਾ, ਰਾਸ਼ਟਰਪਤੀ ਆਪਣੇ ਵੱਲੋਂ ਇੱਕ ਨੁਮਾਇੰਦਾ ਅਪਾਇੰਟ ਕਰਕੇ ਉਹਦਾ ਪ੍ਰਸ਼ਾਸਨਿਕ ਪ੍ਰਬੰਧ ਹੈ ਜਿਹੜਾ ਉਹਨੂੰ ਕੰਟਰੋਲ ਕਰਦਾ ਹੈਗਾ। ਉਹ ਨੁਮਾਇੰਦਾ ਜ਼ਰੂਰ ਲੈਫਟੀਨੈਂਟ ਗਵਰਨਰ ਹੁੰਦਾ, ਪਰ ਉਹਦੀ ਪਾਵਰ ਕਿਹਦੇ ਕੋਲੇ ਪਈ ਹੈ? ਰਾਸ਼ਟਰਪਤੀ ਕੋਲੇ ਪਈ ਹੈ। ਕਿਉਂਕਿ ਰਾਸ਼ਟਰਪਤੀ ਗਵਰਨਰ ਨੂੰ ਜਦੋਂ ਮਰਜ਼ੀ ਹਟਾ ਦੇ, ਜਦੋਂ ਮਰਜ਼ੀ ਲਾ ਦੇ, ਜਦੋਂ ਮਰਜ਼ੀ ਇੱਧਰ ਉੱਧਰ ਸ਼ਿਫਟ ਕਰ ਦੇ। ਸਾਰੀ ਪਾਵਰ ਗਵਰਨਰ ਰਾਜਾਂ ਨੂੰ ਲੈ ਕੇ ਔਰ ਲੈਫਟੀਨੈਂਟਲ ਗਵਰਨਰ ਯੂਟੀਜ਼ ਨੂੰ ਲੈ ਕੇ ਕਿਹਦੇ ਹੱਥ 'ਚ ਹੁੰਦੀ ਆ? ਰਾਸ਼ਟਰਪਤੀ ਦੇ ਹੱਥ 'ਚ ਹੁੰਦੀ ਹੈ। ਯਾਦ ਰੱਖਣਾ ਵਾ। ਠੀਕ ਹੈ, ਅਗਲਾ ਪ੍ਰਸ਼ਨ ਹੈ। ਲਓ ਜੀ, ਆਹ ਤੁਹਾਡੇ ਪ੍ਰਸ਼ਨ ਇਹੋ ਜਿਹੇ ਹੁੰਦੇ ਨੇ ਜਿਹੜੇ ਇਹਨਾਂ ਨੂੰ ਧਿਆਨ ਨਾਲ ਕਰਨਾ ਹੈ। ਭਾਰਤ ਇੱਕ ਸੰਘ ਨਹੀਂ ਹੈ। ਕਿਉਂ ਨਹੀਂ ਹੈਗਾ? ਇੰਡੀਆ ਇਜ਼ ਅ ਯੂਨੀਅਨ। ਆਪਾਂ ਕਹਿ ਰਹੇ ਹਾਂ ਕਿ ਸਟੇਟ ਯੂਨੀਅਨ ਆਫ ਸਟੇਟਸ ਕੁਛ ਇਸ ਤਰੀਕੇ ਦਾ ਫਾਰਮੇਸ਼ਨ। ਅਗਲਾ ਪੜ੍ਹਦੇ ਹਾਂ। ਕੇਂਦਰੀ ਸੰਸਦ ਕੋਲ ਕਿਸੇ ਵੀ ਰਾਜ ਦੇ ਖੇਤਰ, ਸੀਮਾ ਅਤੇ ਨਾਮ ਨੂੰ ਉਸਦੀ ਸਹਿਮਤੀ ਤੋਂ ਬਿਨਾਂ ਬਦਲਣ ਦੀ ਸ਼ਕਤੀ ਹੈ। ਜਲਦੀ ਜਲਦੀ ਆਨਸਰ ਕਰੋ। ਕੀ ਸਮਝੋਗੇ ਇਸ ਕੁਐਸਚਨ ਤੋਂ? ਕੀ ਇਸ ਕੁਐਸਚਨ ਦਾ ਭਾਵ ਹੈ? ਪਹਿਲਾਂ ਇਹ ਅਸਰਸ਼ਨ ਦੇਖਣਾ ਹੈ। ਮੈਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਸਮਝਾਇਆ ਸੀਗਾ ਕਿ ਦੋਨੇ ਸਹੀ ਹੋ ਸਕਦੇ ਨੇ, ਪਰ ਹੋ ਸਕਦਾ ਹੈ ਕਾਰਨ ਇਹਦਾ ਸਹੀ ਨਾ ਹੋਵੇ।
मतलब एक दूजे नाल कोरिलेट ना करते होण। कई बारी हुंदा भी दोने सही ने, एक दूजे नाल कोरिलेट करते हुंदे ने, कई बारी पहला सही है दूजा गलत है, दूजा सही है पहला गलत है। सो जल्दी जल्दी आंसर करो की आ। कहंदे भारत एक संघ नहीं आ, आपां की करना है सही चुनना है। गलत है, भारत एक यूनियन तो है, स्टेट ऑफ यूनियन, स्टेट ऑफ यूनियन, यूनियन शब्द असीं किन्ने वारी वरत्या हैगा, ठीक है। अगला की कहंदे ने, कहंदे भी ये गलत हो गया अपना, हाँ कहंदे भी केंद्रीय संसद कोल किसी भी राज दे खेतर सीमा तो इसकी सहमति तो बिना बदलने की शक्ति है, बिल्कुल है। स्टेट दा तो कंसेंट असीं ले ही नहीं ना रहे, तो बेसिकली आ की हो गया अपना सही ते आ की हो गया अपना गलत। सो ए गलत आ ते आर सही आ, ए गलत आ ते आर की अपने कोले सही है। कुछ इस तरीके के प्रश्न है जिहड़े सॉल्व करने ने, जिहड़े डी आंसर कर रहे हैं बिल्कुल सही है। देखो कई बारी ना तुहानूं जिवें हुण एक संघ नहीं है, सही पूछा है गलत पूछा है, कई बार इत्थे लिखते हैं जवाब गलत चुनो। प्रेजेंस ऑफ माइंड इज वेरी मस्ट। 4-5 क्वेश्चन कॉमन सेंस दे, 4-5 क्वेश्चन थोड़े प्रेजेंस ऑफ माइंड दे। जो ਉਹੀ बुकलेट ਤੁਹਾਨੂੰ ਘਰੇ ਲਿਆ ਕੇ ਦੇ ਦਈਏ ਨਾ, ਤੁਸੀਂ 5-7 ਸਕੋਰ ਜ਼ਿਆਦਾ ਕਰੋਗੇ, ਕਿਉਂਕਿ ਐਗਜ਼ਾਮ ਦੇ ਵਿੱਚ ਪ੍ਰੈਸ਼ਰ ਹੀ ਇੰਨਾ ਹੁੰਦਾ। ਪ੍ਰੈਜ਼ੈਂਸ ਆਫ ਮਾਈਂਡ ਹੀ ਇਹੋ ਜੀ ਚੀਜ਼ ਹੈ ਵੀ ਤੁਸੀਂ ਉੱਥੇ ਚਾਹ ਕੇ ਵੀ ਤੁਹਾਨੂੰ ਗਲਤ ਸਹੀ ਦਿਖਣੋਂ ਹਟ ਜਾਂਦਾ ਐਗਜ਼ਾਮੀਨਰ ਸ਼ੀਟ ਤੇ, ਹਨਾ। ਤਾਂ ਆਪਣੀ ਗਲਤੀਆਂ ਥੋੜਾ ਜਿਹਾ ਪਹਿਲਾਂ ਤੋਂ। ਹੇਠ ਦਿੱਤਿਆਂ ਵਿੱਚੋਂ ਕਿਹੜਾ ਨਵੇਂ ਰਾਜਾਂ ਦੇ ਗਠਨ ਦੇ ਲਈ ਸੰਵਿਧਾਨਕ ਵਿਵਸਥਾ ਨਹੀਂ ਹੈ। ਕਹਿੰਦੇ ਵੀ ਕਿਹੜੀ ਚੀਜ਼ ਆ ਜਿਹੜੀ ਹੋ ਨਹੀਂ ਸਕਦੀ ਸੰਵਿਧਾਨ ਦੇ ਅਨੁਸਾਰ। ਇਹ ਚੀਜ਼ ਪੁੱਛਿਆ ਗਿਆ ਵੀ ਜਿਹੜੀ ਸੰਵਿਧਾਨ ਦੇ ਵਿੱਚ ਵਿਵਸਥਾ ਨਹੀਂ ਕੀਤੀ ਗਈ ਜਦੋਂ ਆਪਾਂ ਨਵੇਂ ਰਾਜਾਂ ਦੇ ਗਠਨ ਦੀ ਗੱਲ ਕਰਦੇ ਹਾਂ। ਕਿਸੇ ਵੀ ਰਾਜ ਦਾ ਖੇਤਰਫਲ ਵਧਾ ਸਕਦੇ ਹਾਂ, ਬਿਲਕੁਲ ਵਧਾ ਸਕਦੇ ਹਾਂ। ਕਿਸੇ ਵੀ ਸਟੇਟ ਦਾ ਜਿਹੜਾ ਅਸੀਂ ਖੇਤਰਫਲ ਹੈ ਉਹ ਕੀ ਕਰ ਸਕਦੇ ਹਾਂ, ਵਧਾ ਘਟਾ ਸਕਦੇ ਹਾਂ, ਡੈਫੀਨੇਟਲੀ ਵਧਾ ਘਟਾ ਸਕਦੇ ਹਾਂ। ਇਹ ਹੈਗਾ ਆਪਾਂ ਨੂੰ ਨਹੀਂ ਵਾਲਾ ਪੁੱਛੇਗਾ, ਜਿਹੜਾ ਕ੍ਰਾਸ ਹੋਇਆ ਉਹ ਆਪਣਾ ਆਨਸਰ ਹੋਊਗਾ ਐਕਚੁਅਲੀ। ਕਿਸੇ ਵੀ ਰਾਜ ਦੇ ਖੇਤਰਫਲ ਨੂੰ ਘਟਾ ਸਕਦੇ ਹਾਂ। ਆਰਟੀਕਲ 3 ਕਹਿੰਦਾ ਖੇਤਰਫਲ ਵਧਾਉਣਾ, ਖੇਤਰਫਲ ਘਟਾਉਣਾ, ਬਾਉਂਡਰੀ ਚੇਂਜ ਕਰਨੀ, ਨਾ ਬਦਲ ਕਰਨਾ, ਸਭ ਕੁਝ ਅਧਿਕਾਰ ਹੈ। ਤੀਸਰਾ ਪੁਆਇੰਟ ਕੀ ਹੈ, ਕਿਸੇ ਵੀ ਰਾਜ ਦਾ ਨਾਮ ਬਦਲਣਾ ਜੀ, ਕਿੰਨੇ ਬਦਲੇ ਨੇ, ਬੰਬੇ, ਮੁੰਬਈ, ਇਸ ਤੋਂ ਬਾਅਦ ਪੌਂਡੀਚੇਰੀ, ਪੁਡੂਚੇਰੀ, ਤਿਰਵੰਤਮਪੁਰਮ, ਠੀਕ ਹੈ, ਚੇਨਈ, ਮਦਰਾਸ ਫਿਰ ਚੇਨਈ, ਹਨਾ। ਕਿੰਨਾ ਕੁਛ ਅਸੀਂ ਬਦਲ ਕਰਦੇ ਹਾਂ। ਬੈਂਗਲੌਰ, ਬੈਂਗਲੁਰੂ ਬਦਲ ਸਕਦੇ ਆ ਨਾ ਨਾਮ, ਸੋ ਬਦਲਿਆ ਜਾਊਗਾ। ਕਹਿੰਦੇ ਵੀ ਆ ਸਟੇਟ ਮੇ ਇਨਕਲੂਡ ਆ ਯੂਨੀਅਨ ਟੈਰੀਟਰੀ। ਕਹਿੰਦੇ ਵੀ ਕੋਈ ਵੀ ਰਾਜ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸਟੇਟ ਕੋਲੇ ਕੋਈ ਪਾਵਰ ਨਹੀਂ ਹੈਗੀ। ਮੈਂ ਤੁਹਾਨੂੰ ਫਿਰ ਕਹਿ ਰਹੀ ਹਾਂ, ਹੁਣ ਜੇ ਕਿਤੇ ਆਹ ਪਾਵਰ ਹੁੰਦੀ ਕਿ ਵੀ ਕਿਸੇ ਰਾਜ ਇੱਕ ਕੇਂਦਰ ਪ੍ਰਦੇਸ਼ ਪਰ ਸ਼ਾਮਲ ਹੋ ਸਕਦਾ ਤਾਂ ਕਿਤੇ ਤੇ ਚੰਡੀਗੜ੍ਹ ਦੱਬ ਲਿਆ ਹੁੰਦਾ। ਅਸੀਂ ਤਾਂ ਚਾਹੁੰਦੇ ਆ ਨਾ ਕਿ ਪੰਜਾਬ ਵਾਲੇ ਚਾਹੁੰਦੇ ਨੇ ਕਿ ਚੰਡੀਗੜ੍ਹ ਸਾਨੂੰ ਮਿਲੇ। ਜੇ ਸਾਡੇ ਕੋਲੇ ਪਾਵਰ ਹੁੰਦੀ ਤੇ ਅਸੀਂ ਤਾਂ ਚੰਡੀਗੜ੍ਹ ਕਿਤੇ ਦਾ ਦੱਬੀ ਬੈਠੇ ਸੀ। ਸੋ ਇਹ ਪਾਵਰ ਇੱਕ ਰਾਜ ਨਹੀਂ ਰੱਖਦਾਗਾ ਕਿ ਆਪਣੀ ਮਰਜ਼ੀ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਸ਼ਾਮਲ ਕਰ ਲੂਗਾ ਜਾਂ ਕੱਢ ਲੂਗਾ। ਇਹ ਪਾਵਰ ਸਾਰੀ ਸੈਂਟਰ ਲੈਵਲ ਤੇ ਹੈ। ਸੰਸਦ ਕਿੱਥੋਂ ਦੀ ਹੈ, ਕੇਂਦਰ ਦੀ ਹੈ। ਔਰ ਪਾਵਰ ਕਿਹਨੂੰ ਹੈ, ਸੰਸਦ ਨੂੰ ਹੈ, ਕੇਂਦਰ ਨੂੰ ਹੈ। ਸੋ ਆਪਣਾ ਕਿਹੜਾ ਗਲਤ ਹੋ ਗਿਆ, ਚੌਥਾ ਆਨਸਰ ਲਿਖਣਾ ਸੀ ਜਿਹੜਾ ਗਲਤ ਸੀ। ਸੋ ਆਨਸਰ ਕਿਹੜਾ ਬਣੂਗਾ ਆਪਣਾ, ਫੋਰਥ ਆਨਸਰ ਬਣੂਗਾ, ਠੀਕ ਹੈ। ਅਗਲਾ ਪੁਆਇੰਟ ਆ, ਅੱਛਾ ਕੁਐਸਚਨ ਕਹਿੰਦੇ ਜੀ ਸੰਵਿਧਾਨ ਵਿੱਚ ਯੂਨੀਅਨ ਆਫ ਸਟੇਟਸ, ਬੜਾ ਸ਼ਬਦ ਆਪਾਂ ਇਹਦੇ ਬਾਰੇ ਜ਼ਿਕਰ ਕੀਤਾ ਹੈ। ਯੂਨੀਅਨ ਆਫ ਸਟੇਟਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਕਿਉਂਕਿ ਭਾਰਤੀ ਰਾਜਾਂ ਨੂੰ ਵੱਖ ਹੋਣ ਦਾ ਕੋਈ ਅਧਿਕਾਰ ਨਹੀਂ ਹੈ। ਡੈਫੀਨੇਟਲੀ ਸਾਡੇ ਦੇਸ਼ ਦੇ ਆਰਟੀਕਲ ਪਹਿਲੇ, ਸਾਡੇ ਸੰਵਿਧਾਨ ਦੇ ਆਰਟੀਕਲ ਪਹਿਲੇ, ਪਾਰਟ ਪਹਿਲੇ ਦਾ ਪਹਿਲਾ ਆਰਟੀਕਲ ਕਹਿੰਦਾ ਹੈ ਕਿ ਸਾਡਾ ਦੇਸ਼ ਹੈ ਜਿਹੜਾ ਉਹ ਕੀ ਹੈ, ਯੂਨੀਅਨ ਆਫ ਸਟੇਟਸ ਹੈ। ਰਾਜਾਂ ਨੇ ਦੇਸ਼ ਨਹੀਂ ਬਣਾਇਆ, ਦੇਸ਼ ਨੇ ਰਾਜ ਬਣਾਏ ਨੇ। ਸੋ ਦੇਸ਼ ਰਾਜਾਂ ਨੂੰ ਵਧਾ ਚੇਂਜ ਕਰ ਸਕਦਾ ਹੈ, ਕੇਂਦਰ ਪੱਧਰ ਤੇ ਪਾਵਰ ਵੈਸਟ ਹੁੰਦੀ ਹੈ। ਸਟੇਟ ਆਪਣੀ ਮਰਜ਼ੀ ਨਹੀਂ ਕਰ ਸਕਦੇ ਕਦੇ ਵੀ। ਹੁਣ ਜੇ ਜੰਮੂ ਕਸ਼ਮੀਰ ਵਾਲੇ ਤਾਂ ਕਦੋਂ ਦੇ ਅੱਡ ਹੋ ਜਾਂਦੇ, ਕਿੱਡਾ ਰੌਲਾ ਉਹਨਾਂ ਦਾ। ਰੌਲਾ ਤਾਂ ਸਾਡੇ ਵੀ ਹੈ ਪੰਜਾਬ ਦੇ ਵਿੱਚ, ਖਾਲਿਸਤਾਨੀ ਟਾਈਪ ਦੀ ਟਰਮ ਅਸੀਂ ਵੀ ਯੂਜ਼ ਕਰਦੇ ਹਾਂ। ਅਸੀਂ ਕਿੱਦਾਂ ਦੇ ਅੱਡ ਹੋ ਜਾਂਦੇ, ਬੇਸਿਕਲੀ ਸਾਨੂੰ ਪਾਵਰ ਹੀ ਨਹੀਂ ਦਿੱਤੀ ਹੋਈ। ਸੋ ਪਹਿਲਾ ਸਟੇਟਮੈਂਟ ਕੀ ਹੈ ਵੀ ਜਿਹੜਾ ਯੂਨੀਅਨ ਆਫ ਸਟੇਟ ਦਾ ਮਤਲਬ ਇਹ ਆ ਕਿ ਭਾਰਤੀ ਰਾਜਾਂ ਨੂੰ ਵੱਖ ਹੋਣ ਦਾ ਕੋਈ ਅਧਿਕਾਰ ਨਹੀਂ ਹੈਗਾ। ਸਹੀ ਸਟੇਟਮੈਂਟ ਹੈ, ਬਿਲਕੁਲ ਸਹੀ ਸਟੇਟਮੈਂਟ ਹੈ। ਦੂਜੀ ਕਹਿੰਦੇ ਐਸਕੇ ਧਾਰ ਕਮਿਸ਼ਨ, ਹੁਣੇ ਆਪਾਂ ਕਰਕੇ ਹਟੇ, ਧਾਰ ਕਮਿਸ਼ਨ ਜਿਹਨੇ ਸਿਫਾਰਿਸ਼ ਕੀਤੀ ਸੀ ਉਹਦੇ ਐਗਜ਼ਾਮਨ ਦੇ ਲਈ ਜੇਬੀਪੀ ਕਮੇਟੀ ਬਣੀ। ਦੋਨੇ ਹੱਕ ਚ ਨਹੀਂ ਸੀ ਕਿ ਭਾਸ਼ਾ ਦੇ ਆਧਾਰ ਤੇ ਰਾਜ ਬਣਨਗੇ। ਪੁਨਰ ਗਠਨ ਲਈ ਭਾਸ਼ਾ ਦੀ ਬਜਾਏ ਪ੍ਰਸ਼ਾਸਨਿਕ ਸਹੂਲਤ ਨੂੰ ਤਰਜੀਹ ਦਿੱਤੀ। ਬਿਲਕੁਲ ਜੀ, ਜੇਬੀਪੀ ਕਮੇਟੀ ਤੇ ਧਾਰ ਕਮਿਸ਼ਨ ਦੋਵੇਂ ਕੀ ਕਹਿੰਦੇ ਸੀ ਕਿ ਭਾਸ਼ਾ ਦੇ ਆਧਾਰ ਤੇ ਜਮਾ ਨਹੀਂ ਬਣੂਗਾ। ਕਿਹੜੇ ਆਧਾਰ ਤੇ ਬਣੂਗਾ, ਪ੍ਰਸ਼ਾਸਨਿਕ ਆਧਾਰ ਤੇ ਬਣੂਗਾ। ਇਹ ਚੀਜ਼ ਕਰਕੇ ਹਟੇ ਆਪਾਂ। ਇਹ ਉਹੀ ਚੀਜ਼ ਕਹਿ ਰਿਹਾ ਕਿ ਐਸਕੇ ਆਧਾਰ ਤੇ ਰਾਜ ਗਠਨ ਲਈ ਭਾਸ਼ਾ ਦੀ ਬਜਾਏ ਪ੍ਰਸ਼ਾਸਨਿਕ ਤਰਜੀਹ ਦਿੱਤੀ ਸੀ। ਬਿਲਕੁਲ ਸਹੀ ਦਿੱਤੀ ਸੀ ਤਰਜੀਹ ਉਹਨਾਂ ਨੇ ਕਿਹਾ ਸੀ ਕਿ ਪ੍ਰਸ਼ਾਸਨਿਕ ਸਹੂਲਤ ਹੋਣੀ ਚਾਹੀਦੀ ਹੈ, ਭਾਸ਼ਾ ਨੂੰ ਅਸੀਂ ਕਾਊਂਟ ਹੀ ਨਹੀਂ ਕਰਾਂਗੇ। ਉਹ ਤੋਂ ਬਾਅਦ ਰੌਲਾ ਪੈ ਗਿਆ, ਫਿਰ ਥੋੜਾ ਫੈਜ਼ਲ ਅਲੀ ਕਮਿਸ਼ਨ ਬਣਿਆ ਜਿਹਦੇ ਫੇਵਰ ਤੇ ਭਾਸ਼ਾ ਦੇ ਆਧਾਰ ਤੇ ਬਣੇ ਨੇ ਰਾਜ। ਤੀਸਰਾ ਪੁਆਇੰਟ,
कांग्रेस कमेटी जवाहर लाल नेहरू, सरदार पटेल ते पताबी सीतारमैया समेत भाषा के आधार पर राज्यां दे पुनर्गठन दे विच हक च नहीं सी। बिल्कुल सही है। हुणे आपां कह के हटे जेबीपी जवाहर लाल नेहरू, वल्लभ भाई पटेल, पी सीतारमैया आपां करके हटे ते धार कमीशन दोनों भाषा के आधार पर सहमत नहीं सीगे। पहला भी सही, दूजा भी सही, तीजा भी सही। सो ऑल की बन गया, किहड़े जवाब ते विचार करो। पहला सही है यूनियन ऑफ स्टेट शादी वर्दी, क्योंकि भारतीय राज्य ਨੂੰ ਵੱਖ ਹੋਣ ਦਾ कोई अधिकार नहीं है। पहला सही है। दूसरा एस के धार कमीशन ने राज्यों के पुनर्गठन की बजाय भाषा की बजाय प्रशासनिक सहूलत ਨੂੰ तरजीह दी है। एस के धार बिल्कुल सही है। हक अच्छा समेत भाषा के आधार पर हक दे विच नहीं सी, बिल्कुल सही है। ऑल ऑफ द अबव, ठीक है, सारे सही हैं। अगले प्रश्न ते किसी भी राज ਨੂੰ भारतीय संघ ਵਿੱਚ शामिल ਕਰਨ ਜਾਂ दखल ਕਰਨ ਦੀ शक्ति ਕਿਹਨੂੰ ਦਿੱਤੀ गई है। सेम क्वेश्चन, थोड़ा सा लैंग्वेज ਦਾ मोल्ड। किसी भी स्टेट ਦੇ फॉर्मेशन ਦੀ, शामिल ਕਰਨ ਦੀ, दखल ਕਰਨ ਦੀ ਕਿਹਨੂੰ है जी? पार्लियामेंट ਨੂੰ, संसद ਨੂੰ, ठीक है। हाँ जी, अगले प्रश्न ਤੇ ਚੱਲਦੇ ਹਾਂ। जेकर नवा राज बनना है तो संविधान की किहड़ी अनुसूची विच अनुसूची आर्टिकल ना कट लो। कई बार अपना जो नवे राज का नाम लेने ना साडे दिमाग च इक्को चीज हो रही है, आर्टिकल 1 2 3 4 1 2 3 4। पहली अनुसूची भी तो यही चीज कह रही है ना। पहली अनुसूची दे विच मैं तुहानूं लिखाया सी आर्टिकल 1 2 4 जिहड़ा सारा प्रोविजन पहली अनुसूची च दिता होया। पहली अनुसूची सानूं कहंदी आ कि असीं नवे राजां जां बेसिकली नवा राज इंसर्ट करना बनना है, किहड़ी अनुसूची विच हैगा, किहड़ी अनुसूची नूं सानूं करना पऊगा। पहली कित्थे है? फर्स्ट अनुसूची विच, और तो कोई अनुसूची नहीं ना कह रही, पहली अनुसूची कह रही। अगला पॉइंट है, भारत विच किन्ने केंद्र शासित प्रदेश ने? 8। ध्यान नाल सुनना इस प्रश्न नूं। एक दो प्रश्न राज्यां ते केंद्र शासित प्रदेशों नूं लैके आउंदे ने। कई बार कैपिटल पूछ लैंदे ने, कई बार एम पूछ लैंदे ने हेठ लिखिया विचों किहड़ा यूटी है, कई बार एवें पूछ लैंदे ने नवां यूटी किहड़ा बनया। हुण बड़ा तुहानूं आपां दस्सांगे कि जम्मू कश्मीर आ जिहड़ा ओह पहला स्टेट हुंदा सी, हुण ओह की बन गया? यूटी बन गया। लद्दाख एक नवां यूटी बनया, जिहड़ा पहला जम्मू कश्मीर ओहदा हिस्सा ही हुंदा सी। हुण इन्हां दे विच लोक सभा सीटां किन्नियां ने ते इत्थे राज सभा सीटां किन्नियां ने? इह क्वेश्चन भी होना है, क्योंकि डेफिनेटली एग्जामिनर पूछूगा। नवीं चीज़ हुई है 19-20 ਦੇ ਵਿੱਚ ਕਨਸੈਪਟ ਚੇਂਜ ਹੋਏਗਾ। ਇਹਨੂੰ ਆਪਾਂ ਅੱਗੇ ਜਾ ਕੇ ਕੁਐਸਚਨਾਂ 'ਚ ਕਰਾਂਗੇ। ਆਪਾਂ ਨੂੰ ਇੱਥੇ ਪੁੱਛਿਆ ਕਿ ਭਾਰਤ 'ਚ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ? 8 ਨੇ। ਬਣੇ ਕਿਵੇਂ? ਪਹਿਲਾਂ 7 ਸੀ। ਜਦੋਂ ਆਪਾਂ ਕਿਤਾਬਾਂ 'ਚ ਪੜ੍ਹਿਆ, ਸਕੂਲਾਂ 'ਚ ਪੜ੍ਹਿਆ, ਸਾਡੀਆਂ ਕਿਤਾਬਾਂ 'ਚ 7 ਲਿਖੇ ਜਾਂਦੇ ਸੀ। 7 ਦੇ ਵਿੱਚ 2 ਨਵੇਂ ਜੋੜਤੇ, ਕਿੰਨੇ ਬਣਾਤੇ? 9 ਬਣਾਤੇ। 2 ਨਵੇਂ ਕਿਹੜੇ ਜੋੜੇ ਸੀ? ਜੰਮੂ ਕਸ਼ਮੀਰ ਜੋੜਿਆ ਸੀ ਤੇ ਦੂਜਾ ਮੈਂ ਹੁਣੇ ਦੱਸ ਕੇ ਹਟੀ ਹਾਂ ਕਿਹੜਾ ਜੋੜਿਆ ਸੀ? लद्दाख। ये ना मैं थोनू प्रॉपर लिस्ट दे दूंगी बना के, और लिस्ट दे नाल मैं थोनू ये भी दे दूंगी बना के कि ईयर ऑफ फॉर्मेशन किहड़ा राज कदों बनया, जे वो दोबारा बनेगा। जिवें शुरू दे विच किन्ने बने सी? 14 ते फिर किन्ने यूटी सी? 6। 14 तो राज वध के ऑलमोस्ट किन्ने हो गए? डबल। ते यूटीज किन्ने वध गए अपने? 2। ये किहड़ियां सोधां नाल और किहड़े साल च बनेगी? एक प्रॉपर लिस्ट बना के दे दी जाऊगी। समटाइम्स तुहानूं पुछ लैंदे ने कि आंध्र प्रदेश कदों बनया, किहड़े अमेंडमेंट नाल? गोवा जिहड़ा वख होया वो किहड़े अमेंडमेंट नाल? कुछ इस तरीके के प्रश्न है ना। हुण 9 तो की हो गई? एक घट के रह गया। किन्ने रह गए जी अपने कोले? 8। प्रेजेंट किन्ने ने? 8। किहड़े किहड़े? दिल्ली, चंडीगढ़, अंडमान निकोबार, लक्षद्वीप, पुडुचेरी। 2 इकट्ठे करते, किहड़े किहड़े? दमन दीव, दादर नगर हवेली। पहले अड्ड सी, उन्हां नूं इकट्ठा करता। जम्मू कश्मीर ते लद्दाख। टोटल किन्ने हो गए अपने कोले? 8। स्टेट विद कैपिटल, राज ते उन्हां दीयां राजधानियां, यूटीज ते उन्हां दीयां राजधानियां। किहड़ी यूटी किहड़ा स्टेट कदों बनया वो चीज तुहानूं पता होनी चाहिए है, थोड़े संविधान का हिस्सा है। ठीक है। डिफरेंस बिटवीन एडमिनिस्ट्रेटर एंड लेफ्टिनेंट गवर्नर कुछ नहीं हैगा, सेम ही चीज है रमन, कुछ नहीं हैगा। एडमिनिस्ट्रेटर वो हुंदा है जिहड़ा प्रशासनिक हैड होवे। प्रशासनिक हैड नूं नां देता कि वो की हुंदा है? लेफ्टिनेंट गवर्नर हुंदा। पछाण देती। एक यूटी दे विच एडमिनिस्ट्रेटर लेफ्टिनेंट गवर्नर होगा, एक स्टेट दे विच फॉर्मल अहुदा गवर्नर दा होगा। कुछ नहीं है, सेम पावर सेम, अपॉइंटमेंट सेम, बस नाम की ने बदलाव नाल, क्योंकि यूटी है तो की है? स्टेट है, एक नां दा बदल है, और कुछ नहीं।
ਇਹਦਾ ਆਨਸਰ ਆਉਣਾ ਹੈ 8। ਨੈਕਸਟ ਪ੍ਰਸ਼ਨ ਹੈ ਲੋਕ ਸਭਾ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਕਿੰਨੀਆਂ ਸੀਟਾਂ ਰਾਖਵੀਆਂ। ਹੁਣ ਮੈਂ ਤੁਹਾਨੂੰ ਦੱਸੂ ਰਾਜ ਸਭਾ ਚੋਂ ਕੀ ਆਇਆ, ਲੋਕ ਸਭਾ ਦੇ ਵਿੱਚ ਸੀਟਾਂ ਨਵੀਆਂ ਕਿੰਨੀਆਂ ਬਣੀਆਂ ਨੇ, ਕਿਵੇਂ ਕੁਛ ਹੈ। ਕਾਪੀ ਪੈਨ ਲੈ ਕੇ ਇਹਨਾਂ ਚੀਜ਼ਾਂ ਨੂੰ ਜ਼ਰੂਰ ਲਿਖਣਾ ਹੈਗਾ, ਕਿਉਂਕਿ ਤੁਹਾਨੂੰ ਜੰਮੂ ਕਸ਼ਮੀਰ ਦੀਆਂ ਸੀਟਾਂ ਕਿੰਨੀਆਂ ਨੇ ਕਈ ਵਾਰੀ ਸਾਈਟਸ ਤੇ ਅਪਡੇਟਡ ਵੀ ਨਹੀਂ ਮਿਲਦਾ ਹੈਗਾ ਗਾ। ਬਟ ਚੰਡੀਗੜ੍ਹ ਚ ਤਾਂ ਐਡਮਿਨਿਸਟ੍ਰੇਟਰ ਇਹ ਮੈਮ ਗੁਰਿੰਦਰ ਚ ਐਡਮਿਨਿਸਟ੍ਰੇਟਰ ਦਾ ਮਤਲਬ ਹੀ ਲੈਫਟੀਨੈਂਟ ਗਵਰਨਰ ਦਾ ਸਿਸਟਮ ਹੁੰਦਾ ਹੈ ਨਾ, ਠੀਕ ਹੈ। ਚਲੋ ਜੀ ਅਗਲੇ ਪੁਆਇੰਟ ਤੇ ਚੱਲਦੇ ਹਾਂ ਆਪਾਂ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਕਿੰਨੀਆਂ ਸੀਟਾਂ ਰਾਖਵੀਆਂ ਨੇ। ਸਭ ਤੋਂ ਪਹਿਲਾਂ ਲੋਕ ਸਭਾ ਦੀ ਗੱਲ ਹੋਈ ਹੈ। ਲੋਕ ਸਭਾ ਦੇ ਵਿੱਚ ਪਹਿਲਾਂ ਹੁੰਦੀਆਂ ਸੀ 552। ਪਹਿਲਾਂ ਧਿਆਨ ਨਾਲ ਸੁਣਨਾ ਫਿਰ ਸਾਰਾ ਉਤਾਰਨਾ ਆਰਾਮ ਨਾਲ। ਮੈਕਸਿਮਮ ਸੀਟਾਂ ਕਿੰਨੀਆਂ ਹੁੰਦੀਆਂ ਸੀ 552। ਪਰ ਸਾਡੇ ਦੇਸ਼ ਦੇ ਸੰਵਿਧਾਨ ਵਿੱਚ 134 ਸੋਧ ਹੋਈ, ਜਿਹਦੇ ਤਹਿਤ 2 ਐਂਗਲੋ ਇੰਡੀਅਨ ਜਿਹੜੇ ਰਾਸ਼ਟਰਪਤੀ ਨਾਮਜ਼ਦ ਕਰਦਾ ਸੀ ਉਹਨਾਂ ਦਾ ਪ੍ਰਬੰਧ ਆਪਾਂ ਨੇ ਕੀ ਕਰਤਾ, ਹਟਾਤਾ। 552 ਚੋਂ 2 ਘਟਾ ਕੇ ਲੋਕ ਸਭਾ ਦੇ ਵਿੱਚ ਵੱਧ ਤੋਂ ਵੱਧ ਕਿੰਨੀਆਂ ਸੀਟਾਂ ਹੋ ਸਕਦੀਆਂ ਨੇ 550। 550 ਵੱਧ ਤੋਂ ਵੱਧ ਹੋ ਸਕਦੀਆਂ ਨੇ, ਘੱਟ ਤੋਂ ਘੱਟ ਜਿੰਨੀਆਂ ਮਰਜ਼ੀ ਹੋਣ, ਚਾਹੇ 500 ਰਹਿ ਜਾਣ ਕੋਈ ਚੱਕਰ ਨਹੀਂ। ਦੂਸਰੀ ਗੱਲ ਪ੍ਰੈਜ਼ੈਂਟ ਜਿਹੜੀਆਂ ਸੀਟਾਂ ਨੇ ਉਹ ਕਿੰਨੀਆਂ ਨੇ 545। ਪਰ ਇੱਥੇ ਜਿਹੜਾ ਗੱਲ ਹੋ ਰਹੀ ਹੈ ਉਹ ਇਹ ਹੈ ਵੀ ਲੋਕ ਸਭਾ ਚ ਮੈਕਸ ਕਿੰਨੀਆਂ ਸੀਟਾਂ ਡਿਵਾਈਡ ਕੀਤੀਆਂ ਗਈਆਂ ਨੇ। 550 ਦੇ ਵਿੱਚੋਂ 530 ਸੀਟਾਂ ਨੇ ਜਿਹੜੀਆਂ ਉਹ ਕਿਹਨੂੰ ਦਿੱਤੀਆਂ ਨੇ ਆਪਾਂ ਨੇ, ਰਾਜਾਂ ਨੂੰ, ਤੇ 20 ਸੀਟਾਂ ਨੇ ਜਿਹੜੀਆਂ ਉਹ ਕਿਹਨੂੰ ਦਿੱਤੀਆਂ ਨੇ ਆਪਾਂ, ਯੂਟੀਜ਼ ਨੂੰ। 530 ਚ ਰਾਜਾਂ ਚੋਂ ਘੱਟ ਜਾਣ ਕੋਈ ਚੱਕਰ ਨਹੀਂ, 20 ਚੋਂ ਯੂਟੀਜ਼ ਘੱਟ ਜਾਣ ਕੋਈ ਚੱਕਰ ਨਹੀਂ, ਪਰ ਇੱਕ ਡਿਵੀਜ਼ਨ ਹੈ ਵੀ ਇੰਨੀਆਂ ਇਹਨਾਂ ਕੋਲੇ ਤੇ ਇੰਨੀਆਂ ਕੋਲੇ ਰਹਿਣਗੀ ਰਹਿਣੀ ਹੈ। ਪਹਿਲਾਂ ਇਹ ਲਿਖੋ ਫਿਰ ਆਪਾਂ 1 ਬਾਈ 1 ਲਿਖਾਂਗੇ ਦੂਜੀਆਂ। ਕੀ क्वेश्चन पूछ रहे हो 30-20 बिल्कुल जी बिल्कुल रमन सही आ, ठीक है। ਹੁਣ ਸਭ ਤੋਂ ਇੰਪੋਰਟੈਂਟ ਪੁਆਇੰਟ, ਕਾਫੀ ਬੱਚੇ ਮੈਨੂੰ ਪੁੱਛਦੇ ਵੀ ਨੇ ਅਸਾਈਨਡ ਸੀਟਾਂ ਕਿੰਨੀਆਂ ਨੇ, ਉਹਦੀ ਆਪਾਂ ਲਿਸਟ ਹੈ ਲੇਟੈਸਟ ਕੱਢੀ ਹੈ। ਬੇਸਿਕਲੀ ਇੱਕ ਨਾ ਜੇ ਤੁਸੀਂ ਡੇਟਾ ਵੀ ਚੈੱਕ ਕਰਨਾ ਹੁੰਦਾ ਜ਼ਰੂਰ ਆਪਣਾ ਇੰਡੀਆ ਦੀ ਜਿਹੜੀ ਆਫੀਸ਼ੀਅਲ ਸਾਈਟ ਹੈ ਉਹਦੇ ਤੇ ਡੇਟਾ ਚੈੱਕ ਕਰਿਆ ਕਰੋ। ਕੋਈ ਬੁੱਕ, ਕੋਈ ਰਾਈਟਰ, ਕੋਈ ਕਿਸੇ ਦੀ ਨਾ ਇੰਡੀਆ ਆਫੀਸ਼ੀਅਲ ਸਾਈਟ ਬਣੀ ਹੈ, ਕਿਹੜਾ ਚੋਰੀ ਦੀਆਂ ਚੀਜ਼ਾਂ ਨੇ ਯਾਰ। ਸਾਈਟ ਚੱਕੋ ਤੇ ਸਾਈਟ ਤੇ ਚੈੱਕਆਊਟ ਕਰੋ, ਠੀਕ ਹੈ। ਹੁਣ ਜੇ ਆਪਾਂ ਗੱਲ ਕਰੀਏ ਪ੍ਰੈਜ਼ੈਂਟ ਗੱਲ ਕਰੀਏ, ਹੁਣ ਮੈਂ ਤੁਹਾਨੂੰ ਦੱਸਿਆ ਵੀ ਲੋਕ ਸਭਾ ਦੇ ਵਿੱਚ ਯੂਟੀਜ਼ ਦੀਆਂ ਵੱਧ ਤੋਂ ਵੱਧ ਸੀਟਾਂ ਕਿੰਨੀਆਂ ਹੋ ਸਕਦੀਆਂ ਨੇ 20 ਤੋਂ ਵੱਧ ਕਿਸੇ ਯੂਟੀ ਜਾਂ ਯੂਟੀਜ਼ ਨੂੰ ਸੀਟਾਂ ਅਸਾਈਨ ਨਹੀਂ ਹੋਣਗੀਆਂ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਸਾਡਾ ਪ੍ਰੈਜ਼ੈਂਟ ਸਿਸਟਮ ਹੈ, ਜਿਹੜਾ ਸਾਡਾ ਮੌਜੂਦਾ ਸਿਸਟਮ ਹੈ ਉਹਦੇ ਵਿੱਚ ਯੂਟੀਜ਼ ਨੂੰ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਮਿਲੀਆਂ ਹੋਈਆਂ ਨੇ 19। ਘੱਟ ਕਿੰਨੀਆਂ ਮਰਜ਼ੀ ਜਾਣ, ਵੱਧ ਨਹੀਂ ਸਕਦੀਆਂ। ਬੇਸਿਕਲੀ ਇਹ ਪੁਆਇੰਟ ਸੀਗਾ। ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਕਿਹੜੀ ਯੂਟੀ ਨੂੰ ਕਿੰਨੀਆਂ ਸੀਟਾਂ ਮਿਲੀਆਂ ਹੋਈਆਂ ਨੇ। ਇੱਕ ਚੀਜ਼ ਸਾਨੂੰ ਸਾਰਿਆਂ ਨੂੰ ਧਿਆਨ ਚ ਹੈ ਕਿ ਮੈਕਸਿਮਮ ਸੀਟਾਂ ਲੋਕ ਸਭਾ ਦੀਆਂ ਕਿਹੜੀ ਯੂਟੀ ਤੋਂ ਨੇ, ਦਿੱਲੀ ਤੋਂ ਨੇ, ਦੈਟ ਇਜ਼ 7। ਹੁਣ ਤੁਹਾਨੂੰ ਇੱਕ ਚੀਜ਼ ਦਾ ਹੋਰ ਬੜਾ ਧਿਆਨ ਰੱਖਣਾ ਪਊਗਾ, ਮੈਂ ਲੋਕ ਸਭਾ ਦੀ ਗੱਲ ਕਰ ਰਹੀ ਹਾਂ, ਰਾਜ ਸਭਾ ਦੀ ਗੱਲ ਨਹੀਂ ਕਰ ਰਹੀ। ਰਾਜ ਸਭਾ ਦੀ ਗੱਲ ਨਹੀਂ ਕਰ ਰਹੀ। ਰਾਜ ਸਭਾ ਦੀਆਂ ਸੀਟਾਂ ਦਿੱਲੀ ਤੋਂ ਕਿੰਨੀਆਂ ਨੇ 3, ਲੋਕ ਸਭਾ ਦੀਆਂ ਸੀਟਾਂ ਕਿੰਨੀਆਂ ਨੇ ਦਿੱਲੀ ਤੋਂ 7। ਦੇਖੋ ਧਿਆਨ ਨਾਲ, ਕਨਫਿਊਜ਼ ਨਾ ਹੋਇਓ, ਠੀਕ ਹੈ। ਪ੍ਰੈਜ਼ੈਂਟ ਯੂਟੀਜ਼ ਨੂੰ 19 ਸੀਟਾਂ ਨੇ, ਦਿੱਲੀ ਤੋਂ ਕਿੰਨੀਆਂ ਅਸਾਈਨਡ ਹੋਈਆਂ ਨੇ 7 ਸੀਟਾਂ। ਅੱਗੇ 1 ਬਾਈ 1 ਲਿਖਦੇ ਜਾਇਓ। ਅੰਡੇਮਾਨ ਨਿਕੋਬਾਰ ਤੋਂ ਕਿੰਨੀ ਆ 1 ਸੀਟ, ਅੰਡੇਮਾਨ ਨਿਕੋਬਾਰ ਤੋਂ ਕਿੰਨੀ ਆ 1 ਸੀਟ। ਅੱਗੇ ਆਪਣਾ ਚੰਡੀਗੜ੍ਹ ਤੋਂ ਵੀ 1 ਸੀਟ ਰਹਿੰਦੀ ਹੈ ਲੋਕ ਸਭਾ ਦੀ। ਚੰਡੀਗੜ੍ਹ ਤੋਂ ਕਿਰਨ ਖੇਰ ਬੇਸਿਕਲੀ ਐਮਪੀ ਹੈ, ਲੋਕ ਸਭਾ ਦੀ ਬੀਜੇਪੀ ਐਮਪੀ ਹੈ, 1 ਸੀਟ। ਹੁਣ ਦੇਖੋ ਲਕਸ਼ਦੀਪ ਤੋਂ ਵੀ 1 ਸੀਟ ਆ, ਲਕਸ਼ਦੀਪ ਤੋਂ ਵੀ 1 ਸੀਟ ਆ, ਤੇ ਪੁਡੂਚੇਰੀ ਤੋਂ ਵੀ 1 ਸੀਟ ਹੈ। ਪੌਂਡੇਚੇਰੀ ਨਹੀਂ ਲਿਖਣਾ, ਪੁਡੂਚੇਰੀ ਇਜ਼ ਦਾ ਨਿਊ ਨੇਮ, 1 ਸੀਟ ਹੈ। ਹੁਣ ਆਪਾਂ ਦਾਦਰ ਨਗਰ ਹਵੇਲੀ ਤੇ ਦਮਨ ਤੇ ਦਿਊ ਨੂੰ ਕਰਤਾ ਇਕੱਠਾ। ਪਹਿਲਾਂ ਦੋਨਾਂ ਕੋਲੇ ਇੱਕ ਇੱਕ ਹੁੰਦੀ ਸੀ, ਇੱਕ ਦਾਦਰ ਨਗਰ ਹਵੇਲੀ ਦੀ ਹੁੰਦੀ ਸੀ, ਇੱਕ ਦਮਨ ਦਿਊ ਦੀ ਹੁੰਦੀ ਸੀ। ਇਕੱਠੇ ਕਰਕੇ ਕਿੰਨੀਆਂ ਬਣ ਗਈਆਂ 2। ਸੋ ਦਾਦਰ ਨਗਰ ਹਵੇਲੀ ਇਕੱਠਾ ਹੈ ਇਹ, ਦਾਦਰ ਨਗਰ ਹਵੇਲੀ, ਦਮਨ ਦਿਊ, ਇਹਨਾਂ ਤੋਂ ਹੋ ਗਈਆਂ 2, ਇੱਕ ਇੱਕ ਦੋਨਾਂ ਦੀ, ਠੀਕ ਹੈ। ਕਿੰਨੀਆਂ ਯੂਟੀਜ਼ ਹੋਈਆਂ 1 2 3 4 5 6, 3 ਰਹਿ ਗਈਆਂ। ਹੁਣ ਸਭ ਤੋਂ ਵੱਡਾ ਰੌਲਾ, ਪਹਿਲਾਂ ਤਾਂ ਇੱਕ ਉਹ ਲਿਖ ਲਓ ਤੁਹਾਡੀ, ਲਕਸ਼ਦੀਪ ਲਿਖ ਲਈ, ਚੰਡੀਗੜ੍ਹ ਲਿਖ ਲਿਆ, ਪੁਡੂਚੇਰੀ ਵੀ ਲਿਖ ਲਿਆ, ਰਹਿ ਕਿਹੜੀ ਗਈ 1 ਯੂਟੀ, ਹਾਂ ਲਦਾਖ ਤੇ JNK ਰਹਿ ਗਿਆ ਹਨਾ। ਲਿਖੋ ਜੀ ਜੰਮੂ ਕਸ਼ਮੀਰ ਤੋਂ 5 ਤੇ ਲਦਾਖ ਤੋਂ 1। ਵੈਰੀ ਵੈਰੀ ਇੰਪੋਰਟੈਂਟ, ਜੰਮੂ ਕਸ਼ਮੀਰ ਤੋਂ 5,
लद्दाख तो एक, टोटल 8 होगी। ਇਹ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਲੋਕ ਸਭਾ ਦੀਆਂ ਪ੍ਰੈਜ਼ੈਂਟ 19 ਸੀਟਾਂ ਦੀ ਡਿਵੀਜ਼ਨ ਹੈ। ਮੈਕਸਿਮਮ ਕਿੱਥੋਂ ਨੇ? ਦਿੱਲੀ ਤੋਂ। ਮਿਨੀਮਮ ਕਿੱਥੋਂ ਨੇ? 1 2 3 4 ਜਗ੍ਹਾ ਤੋਂ। याद रखना मिनिमम कितों हो गया? लक्षद्वीप, पुडुचेरी, अंडमान निकोबार, चंडीगढ़। एक सीट है। मैक्सिमम कितों ने? दिल्ली 7 सीटां ने। J&K नूं कितनियां देतियां आपां ने? 5। लद्दाख नूं कितनी सीट मिली? 1। और दमन दीव नूं इकट्ठियां करके कितनियां मिल गईयां? 2 सीटां। अच्छा, एक होर कन्फ्यूजन, ये सी लोक सभा की गल। कई बार तुसीं पुछदे हो कि राज सभा चों जिहड़ियां नवीआं 2 यूटीज बणीआं ने जी, जम्मू कश्मीर ते लद्दाख, उन्हां दीआं कितनियां सीटां ने? भी राज सभा भी तो उन्होंने सीटां दित्तियां होणगीआं ना, डेफिनेटली। जे असीं दिल्ली तो राज सभा की गल करिए, पुडुचेरी तो राज सभा दे विच, सॉरी लद्दाख की सीट ही नहीं हैगी राज सभा च। पहलां आपां किन्ना राज सभा दे विच सिर्फ कितनियां यूटी दीआं सीटां करदे सी? 2 दीआं। आपां कहंदे हुंदे सी राज सभा दे विच किहदियां सीटां ने? एक दिल्ली की सीट है ते दूजा किहदी सीट है? पुडुचेरी दी। दिल्ली दी कितनियां सीटां सी? 3। पुडुचेरी दी कितनी सी? 1। आपां कहंदे सी कि टोटल यूटीज तो राज सभा दीआं 4 सीटां ने। 3 किहदे तो ने? दिल्ली। 1 किहदे तो है? पुडुचेरी। बट हुण जम्मू कश्मीर नूं भी आपां कित्थे सीटां देतियां? राज सभा दे विच। और राज सभा दे विच J&K तो कितनियां सीटां ने? 4 सीटां ने। लोक सभा च कितनियां सीटां ने? 5। राज सभा च कितनियां सीटां ने? 4। हुण कदे भी कन्फ्यूज होके ये आंसर नहीं ला के आउणा कि सब तो वध सीटां दिल्ली च ने राज सभा तो। पहला आंसर साडे रटिया हुंदा है सब तो वध सीटां जम्मू कश्मीर कोले ने। जे आपां गल करिए यूटीज दी, राज सभा दीआं सीटां दी, मैक्स किहदे कोले ने? J&K कोले ने। सो इन्हां डेटा नूं ध्यान च रखना है। क्लीयर हो गया? शक निकले? चलो अगला प्रश्न है। कहंदे जी माड़ा जिहा पानी पी लीए, टाइम देखी दीदार है किन्ने? ओ यार क्लास का टाइम कितना होया है? होर लावांगे 15 मिनट। संदीप सर तो नहीं आउंदे हजे? पंजाबी वाले सर 30-35 मिनट की वीडियो पाउंदे हुंदे ने, है ना? मतलब खिच ला माड़ी जी क्लास, खिच लैनी 15 मिनट खिच लैनी। चलो कहंदे जी राज पुनर्गठन कमीशन, कहंदे जी स्टेट रीऑर्गेनाइजेशन कमीशन ने, मैं तुहानूं दस्सिया 1956 दे विच इह चीज तय होगी कि भाषा के आधार ते राज बनणगे। राज पुनर्गठन कमीशन बनया, 14 राज बने ते किन्ने बने? 6 यूटीज। उही साडा आंसर है। शुरू च ਜਦੋਂ ਰਾਜ ਪੁਨਰਗਠਨ ਕਮਿਸ਼ਨ ਬਣਿਆ 1956 ਦੇ ਵਿੱਚ ਕਿੰਨੇ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣੇ ਨੇ? 14 ਰਾਜ ਤੇ 6 ਯੂਟੀਜ਼ ਬਣੇ ਨੇ। ਜੇ ਤੁਹਾਨੂੰ ਪੁੱਛਿਆ ਜਾਵੇ ਕਿ ਭਾਸ਼ਾ ਦੇ ਆਧਾਰ ਤੇ ਸਭ ਤੋਂ ਪਹਿਲਾਂ ਬਣਨ ਵਾਲਾ ਰਾਜ ਕਿਹੜਾ ਸੀ? 1953 ਦੇ ਵਿੱਚ ਆਂਧਰਾ ਪ੍ਰਦੇਸ਼ ਬਣ ਚੁੱਕਿਆ ਸੀ। ਬਾਕੀ ਜਿਹੜੇ ਸਟੇਟ ਫਾਰਮੇਸ਼ਨ ਨੇ 1956 ਸ਼ੁਰੂ ਹੁੰਦੇ ਨੇ, ਕਿਉਂਕਿ ਫੈਜ਼ਲ ਅਲੀ ਦੀ ਰਿਪੋਰਟ 1955 ਚ ਆਈ। 55 ਦੀ ਰਿਪੋਰਟ ਤੋਂ ਬਾਅਦ 56 ਸਾਲ ਦੇ ਵਿੱਚ ਆਪਾਂ ਇਹ ਚੀਜ਼ ਸ਼ੁਰੂ ਕੀਤੀ, ਪਰ ਆਂਧਰਾ ਪ੍ਰਦੇਸ਼ ਦੇ ਵਿੱਚ ਰੌਲੇ ਕਰਕੇ ਪਹਿਲਾਂ ਤੋਂ ਹੀ ਕੀ ਹੋ ਗਿਆ ਸੀ? ਵੰਡਿਆ ਗਿਆ ਸੀ। ਸੋ ਕਈ ਬੱਚੇ 1956 ਲਿਖੇ ਹੁੰਦੇ ਨੇ, ਆਂਧਰਾ ਪ੍ਰਦੇਸ਼ ਦੇ ਨਾਲ ਉਹ ਗਲਤ ਹੋ ਜਾਊਗਾ। ਆਂਧਰਾ ਪ੍ਰਦੇਸ਼ ਸਭ ਤੋਂ ਪਹਿਲਾਂ ਬਣ ਗਿਆ 1953 ਦੇ ਵਿੱਚ। ਤੁਸੀਂ ਸ਼੍ਰੀ ਮੱਲੂ ਜੀ ਨੂੰ ਧਿਆਨ ਚ ਰੱਖਣਾ, ਉਹਨਾਂ ਦੇ ਪ੍ਰੋਟੈਸਟ ਕਰਕੇ। 1956 ਦੇ ਵਿੱਚ ਜਿਹੜਾ ਬਣਿਆ 14 ਰਾਜ ਤੇ 6 ਕੇਂਦਰ ਸ਼ਾਸਿਤ ਪ੍ਰਦੇਸ਼। ਮੈਂ ਇਹਨਾਂ ਦੀ ਲਿਸਟ ਵੀ ਦੇ ਦੂੰਗੀ ਤੁਹਾਨੂੰ ਕਿ ਕਿਹੜੇ ਕਿਹੜੇ ਸੀ। ਆਪਾਂ ਉਹ ਕਾਊਂਟਿੰਗ ਜਿਹੇ ਵਾਲੇ ਨਹੀਂ ਕਰਦੇ, ਕਾਊਂਟਿੰਗ ਦੀ ਲਿਸਟ ਤੁਹਾਨੂੰ PDF ਫਾਰਮ ਚ ਦੇ ਦਿਆ ਕਰੂੰਗੀ। ਉਹ ਟਾਈਮ ਕੰਜ਼ਿਊਮਿੰਗ ਹੁੰਦੀਆਂ ਨੇ ਚੀਜ਼ਾਂ। ਅਗਲਾ ਪ੍ਰਸ਼ਨ ਹੈ, ਭਾਰਤ ਵਿੱਚ ਕਿੰਨੇ ਤੇ ਰਾਜ ਤੇ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ? ਹੁਣ ਪੁੱਛਿਆ ਪੁੱਛਿਆ ਹੈਗਾ 28 ਰਾਜ ਨੇ, ਠੀਕ ਹੈ ਜੀ, 8 ਕੇਂਦਰ ਸ਼ਾਸਿਤ ਪ੍ਰਦੇਸ਼ ਨੇ। ਮਾੜਾ ਜਾ ਅੱਛਾ ਉੱਪਰ ਵਾਲਿਆਂ ਵਿੱਚੋਂ ਕੋਈ ਵੀ ਨਹੀਂ, ਠੀਕ ਹੈ। ਆਪਣੇ ਕੋਲ ਇੱਕ ਵੈਲਿਡ ਆਪਸ਼ਨ ਹੈਗੀ ਆ ਵੀ ਇਹਨਾਂ ਚੋਂ ਕੋਈ ਵੀ ਨਹੀਂ, ਕਿਉਂਕਿ 28 ਰਾਜ ਨੇ ਤੇ 8 ਯੂਟੀਜ਼ ਨੇ ਤੇ 6 ਲਿਖਿਆ ਹੋਇਆ। ਕਨਫਿਊਜ਼ਨ ਨਾ ਹੋਈਓ, ਕਈ ਵਾਰੀ ਅਸੀਂ ਪਹਿਲੀ ਆਪਸ਼ਨ ਹੀ ਲਿਖ ਕੇ ਆਨਸਰ ਕਰ ਆਉਂਦੇ ਹਾਂਗੇ। ਅਗਲਾ ਵੀ ਦੇਖਣਾ ਹੈ, 2 ਚੀਜ਼ਾਂ ਪੁੱਛੀਆਂ ਨੇ। ਅਗਲਾ ਪੁਆਇੰਟ ਹੈ तेलंगाना के गठन तो बाद भारतीय राज्यों की गिनती कितनी होगी? तेलंगाना वेरी इंपॉर्टेंट। 2014-15 ਦੇ ਵਿੱਚ ਸਾਡੀ ਨਿਊ ਸਟੇਟ ਫਾਰਮੇਸ਼ਨ ਹੋਈ ਹੈ। तेलंगाना इज द लेटेस्ट स्टेट ऑफ इंडिया। सब तो नवी बनी हुई राज केड़ा? तेलंगाना। जम्मू कश्मीर नहीं लिख के आना, जम्मू कश्मीर राज तो यूटीज कन्वर्ट होएगा। ਤੁਹਾਨੂੰ ਲੱਗਦਾ ਵੀ 19-20 ਵਾਲਾ ਦੌਰ ਅਸੀਂ ਲਿਖ ਕੇ ਆਵਾਂਗੇ। तेलंगाना इज द लेटेस्ट स्टेट। तेलंगाना ਭਾਰਤੀ ਰਾਜਾਂ ਦੀ ਗਿਣਤੀ तेलंगाना ਦੇ ਗਠਨ ਤੋਂ ਬਾਅਦ ਕਿੰਨੀ ਹੋਵੇਗੀ? 28, क्योंकि प्रेजेंट 28 है बेसिकली। ठीक है जी, ये चीज का ध्यान रखना है। 28 स्टेट ने, 28th स्टेट ऑफ इंडिया इज तेलंगाना। ठीक है। अगला प्रश्न है, कहते हेठ लिखिया विचों किहड़ा केंद्र शासित प्रदेश नहीं है? ए भी है, ए भी है, ए भी है, गोवा नहीं हैगा। राइट ऑप्शन विल बी गोवा। गोवा इज अ स्टेट बेसिकली।
ਨੈਕਸਟ ਕੁਐਸਚਨ ਹੈ, ਕਹਿੰਦੇ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਕਿਸ ਰਾਜ ਦੀ ਰਾਜਧਾਨੀ ਦਾ ਨਾਂ ਨਹੀਂ ਬਦਲਿਆ। ਵੈਰੀ ਇੰਪੋਰਟੈਂਟ ਕੁਐਸਚਨ ਹੈ। ਸਭ ਤੋਂ ਪਹਿਲਾਂ ਤਾਂ ਦੇਖੀਏ ਜਿਹੜਾ ਸਾਡੇ ਦੇਸ਼ ਦੇ ਵਿੱਚ ਨਾਂ ਬਦਲੇ ਜਾਂਦੇ ਨੇ, ਜਿਵੇਂ ਮੈਂ ਚੇਨਈ, ਮਦਰਾਸ ਤੋਂ ਕੀ ਬਣ ਗਿਆ, ਚੇਨਈ ਬਣ ਗਿਆ, ਬੰਬੇ ਟੂ ਮੁੰਬਈ ਬਣ ਗਿਆ, ਪੁਡੂਚੇਰੀ ਟੂ ਪੌਂਡੀਚੇਰੀ ਬਣ ਗਿਆ, ਬੈਂਗਲੌਰ ਟੂ ਬੈਂਗਲੁਰੂ ਬਣ ਗਿਆ, ਤ੍ਰਿਵੇਂਦਰਮ ਟੂ ਤਿਰਵੰਤਰਮਪੁਰਮ ਬਣ ਗਿਆ, ਬਦਲੇ ਜਾਂਦੇ ਨੇ ਨਾਂ। ਠੀਕ ਹੈ, ਕਹਿੰਦੇ ਵੀ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ 1947 ਤੋਂ ਬਾਅਦ ਗੱਲ ਕਰ ਰਹੇ ਹਾਂ, ਪਹਿਲਾਂ ਦੀ ਨਹੀਂ ਕਰ ਰਹੇ, ਕਿਸ ਰਾਜ ਦੀ ਰਾਜਧਾਨੀ ਦਾ ਨਾਂ ਨਹੀਂ ਬਦਲਿਆ। ਕਿਸੇ ਵੀ ਸਟੇਟ ਦੀ ਕੈਪੀਟਲ, ਕਿਸੇ ਵੀ ਸਟੇਟ ਦੀ ਕੈਪੀਟਲ ਦਾ ਨਾਂ ਜਿਹਦਾ ਨਾਂ ਬਦਲਾ ਹੋਵੇ, ਪਹਿਲਾਂ ਕੁਝ ਹੋਰ ਹੁੰਦਾ ਸੀ, ਅੰਗਰੇਜ਼ਾਂ ਵੇਲੇ ਕੁਝ ਹੋਰ ਹੁੰਦਾ ਸੀ, ਪਰ ਹੁਣ ਕੁਝ ਹੋਰ ਹੋ ਗਿਆ ਹੋਊਗਾ, ਤਾਂ ਇਹਨਾਂ ਦੇ ਵਿੱਚੋਂ ਬਦਲਿਆ ਕਿਹਦਾ ਨਹੀਂ, ਆਂਧਰਾ ਪ੍ਰਦੇਸ਼ ਦਾ ਨਹੀਂ ਬਦਲਿਆ। ਠੀਕ ਹੈ, ਜੇ ਆਪਾਂ ਗੱਲ ਕਰੀਏ ਉੱਪਰਲਿਆਂ ਦਾ ਬਦਲਿਆ, ਕੈਪੀਟਲ ਬਦਲੇਗਾ। ਹੁਣ ਧਿਆਨ ਨਾਲ ਦੇਖਣਾ ਹੈ ਵੀ ਕਿਹਦਾ ਕੈਪੀਟਲ ਕਿਵੇਂ ਬਦਲਿਆ। ਸਭ ਤੋਂ ਪਹਿਲਾਂ ਤਾਮਿਲਨਾਡੂ, ਕੈਪੀਟਲ ਰਾਜ ਨਹੀਂ, ਕੈਪੀਟਲ ਤਾਮਿਲਨਾਡੂ ਦਾ ਕੈਪੀਟਲ ਜਿਹੜਾ ਹੁੰਦਾ ਸੀ ਮਦਰਾਸ, ਫਿਰ ਇਹਦਾ ਨਾਂ ਕੀ ਪਿਆ, ਚੇਨਈ। ਨਵਾਂ ਨਾਮ ਕੀ ਹੈ ਮਦਰਾਸ ਦਾ, ਚੇਨਈ। ਨਾਲ ਦੀ ਨਾਲ ਲਿਖਣਾ, ਪਹਿਲਾਂ ਕੀ ਹੁੰਦਾ ਸੀ ਇਹਦਾ, ਮਦਰਾਸ। ਰਾਜਧਾਨੀ ਪੁੱਛਿਆ ਤੁਹਾਨੂੰ, ਰਾਜ ਨਹੀਂ ਪੁੱਛਿਆ। ਮਦਰਾਸ ਤੋਂ ਚੇਂਜ ਹੋ ਕੇ ਕੀ ਬਣ ਗਿਆ ਜੀ ਆਪਣਾ, ਚੇਨਈ। ਮਾਡਰਨ ਨਾਮ ਕੀ ਹੈ ਉਹਦੀ ਕੈਪੀਟਲ ਦਾ, ਚੇਨਈ। ਪਹਿਲਾਂ ਕੀ ਹੁੰਦਾ ਸੀ, ਮਦਰਾਸ, ਸੋ ਬਦਲਿਆ ਡੈਫੀਨਿਟਲੀ। ਦੂਸਰਾ, ਵੈਸਟ ਬੰਗਾਲ ਦੀ ਕੈਪੀਟਲ ਪਹਿਲਾਂ ਕੀ ਹੁੰਦੀ ਸੀ, ਕਲਕੱਤਾ। ਠੀਕ ਹੈ, ਪਹਿਲਾਂ ਕੀ ਹੁੰਦੀ ਸੀ, ਕਲਕੱਤਾ, ਸੀ ਵਾਲਾ ਕਲਕੱਤਾ, ਇਹ ਵਾਲਾ ਕਲਕੱਤਾ, ਤੇ ਹੁਣ ਕੀ ਬਣ ਗਿਆ, ਕੋਲਕਾਤਾ। ਬਦਲਿਆ ਨਾ ਨਾਮ। ਤੀਸਰਾ ਆਪਾਂ ਨੂੰ ਕਿਹਾ ਕੇਰਲਾ, ਕੇਰਲਾ ਦਾ ਪਹਿਲਾਂ ਕੀ ਹੁੰਦਾ ਸੀ, ਤ੍ਰਿਵੇਂਦਰਮ। ਕੇਰਲਾ ਦਾ ਪਹਿਲਾਂ ਕੀ ਹੁੰਦਾ ਸੀ, ਤ੍ਰਿਵੇਂਦਰਮ। ਹੁਣ ਕੀ ਬਣ ਗਿਆ, ਤਿਰਵੰਤਰਮਪੁਰਮ। ਬਦਲਿਆ, ਕੇਰਲਾ ਵੀ ਆ ਗਿਆ। ਜਿਹੜੇ ਬਦਲੇ ਨੇ ਸਾਰੇ ਲਿਖ ਲੈਣੇ ਆ, ਦੋ ਚਾਰ ਹੋਰ ਵੀ ਬਦਲੇ ਨੇ, ਲਿਖ ਲਓ। ਪੌਂਡੀਚੇਰੀ ਦਾ ਕੀ ਬਣਿਆ, ਪੁਡੂਚੇਰੀ। ਚੇਰੀ ਸੀ ਮੇਰੇ ਖਿਆਲ ਚ, ਪੁਡੂਚੇਰੀ। ਇਹ ਕਿਉਂ ਲਿਖ ਰਹੀ ਹੈ, ਕਿਉਂਕਿ ਪੌਂਡੀਚੇਰੀ ਦੀ ਕੈਪੀਟਲ ਪੌਂਡੀਚੇਰੀ ਸੀ। ਠੀਕ ਹੈ, ਸੋ ਸਟੇਟ ਕੈਪੀਟਲ ਦਾ ਨਾਮ ਬਦਲਿਆ। ਕਰਨਾਟਕਾ ਦੀ ਕੈਪੀਟਲ ਕਿਹੜੀ ਹੁੰਦੀ ਸੀ, ਬੈਂਗਲੌਰ। ਬੈਂਗਲੌਰ ਦਾ ਨਾਮ ਬਦਲ ਕੇ ਕੀ ਹੋ ਗਿਆ, ਬੈਂਗਲੁਰੂ। ਬੈਂਗਲੌਰ ਦਾ ਨਾਮ ਬਦਲ ਕੇ ਵੀ ਕੀ ਹੋਇਆ ਹੈ, ਬੈਂਗਲੁਰੂ। ਬੈਂਗਲੁਰੂ ਇਹ ਵੀ ਚੇਂਜ ਹੋਇਆ, ਇਹ ਵੀ ਬਦਲਿਆ। ਹੋਰ ਕਿਹੜਾ ਬਦਲਿਆਗਾ, ਬਸ 6 ਕੀ ਬਦਲੇ ਨੇ, 3 ਤੇ 2 5 ਹੋ ਗਏ। ਆਂਧਰਾ ਪ੍ਰਦੇਸ਼ ਦਾ ਨਹੀਂ ਬਦਲਿਆ ਹੈਗਾ। ਠੀਕ ਹੈ, ਕੇਰਲਾ ਦਾ ਹੋ ਗਿਆ, ਕਰਨਾਟਕਾ ਹੋ ਗਿਆ, ਮਹਾਰਾਸ਼ਟਰ ਦੀ ਕੈਪੀਟਲ ਪਹਿਲਾਂ ਕੀ ਹੁੰਦੀ ਸੀ, ਬੰਬੇ। ਨਾउ ਇਟ इज कॉल्ड ਮੁੰਬਈ। ਠੀਕ ਹੈ, ਬੰਬੇ ਟੂ ਮੁੰਬਈ, ਇਹ ਬਦਲੇ ਨੇ ਭਾਈ ਆਪਣੇ ਦੇਸ਼ ਦੇ ਵਿੱਚ, ਇਹਨਾਂ ਨੂੰ ਤੁਸੀਂ ਧਿਆਨ ਰੱਖਣਾ ਹੈ। ਬੇਸਿਕਲੀ ਇਸੇ ਹੈਗਾ ਜਿਹੜਾ ਉਹ ਬਣਦਾ ਹੈਗਾ। ਠੀਕ ਹੈ, ਆਂਧਰਾ ਪ੍ਰਦੇਸ਼ ਦੀ ਕੈਪੀਟਲ ਅਮਰਾਵਤੀ, ਬਿਲਕੁਲ ਰਮਨ, ਨਾਂ ਨਹੀਂ ਬਦਲਿਆ ਉਹਦੇ ਚ ਕੀ ਹੋਇਆ ਕਿ ਹੈਦਰਾਬਾਦ ਸੀ। ਦੇਖੋ ਧਿਆਨ ਨਾਲ ਸਾਰੇ ਬੱਚੇ ਸੁਣੋ, ਕਨਫਿਊਜ਼ਨ ਹੋਣੀ ਆ। ਪਹਿਲਾਂ ਕੀ ਹੁੰਦਾ ਸੀ, ਜਦੋਂ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਇਕੱਠੇ ਹੁੰਦੇ ਸੀ ਤਾਂ ਆਂਧਰਾ ਪ੍ਰਦੇਸ਼ ਸਟੇਟ ਹੁੰਦਾ ਸੀ, ਤੇਲੰਗਾਨਾ ਵਾਸ ਦਾ ਪਾਰਟ ਆਫ ਆਂਧਰਾ ਪ੍ਰਦੇਸ਼, ਹਿੱਸਾ ਸੀ ਆਂਧਰਾ ਪ੍ਰਦੇਸ਼ ਦਾ, ਤੇ ਇਹਦੀ ਕੈਪੀਟਲ ਸੀ ਜਿਹੜੀ ਉਹ ਕਿਹੜੀ ਹੁੰਦੀ ਸੀ, ਹੈਦਰਾਬਾਦ ਹੁੰਦੀ ਸੀ। ਫਿਰ ਇਹ ਹੋ ਗਏ ਸੈਪਰੇਟ, 2 ਸਾਲ ਦੇ ਲਈ ਇਹਨਾਂ ਦੀ ਕੈਪੀਟਲ ਸੇਮ ਰੱਖੀ ਗਈ। ਤੇਲੰਗਾਨਾ ਨੂੰ ਵੀ ਕਿਹੜੀ ਕੈਪੀਟਲ ਦਿੱਤੀ, ਹੈਦਰਾਬਾਦ। ਆਂਧਰਾ ਪ੍ਰਦੇਸ਼ ਨੂੰ ਵੀ ਕਿਹੜੀ ਦਿੱਤੀ, ਹੈਦਰਾਬਾਦ। ਪਰ ਉਦੋਂ ਕਿਹਾ ਗਿਆ ਸੀ ਵੀ ਇੰਨੇ ਸਮੇਂ ਬਾਅਦ ਤੇਲੰਗਾਨਾ ਦੀ ਕੈਪੀਟਲ ਕਿਹੜੀ ਬਣ ਜੂਗੀ, ਹੈਦਰਾਬਾਦ, ਤੇ ਆਂਧਰਾ ਪ੍ਰਦੇਸ਼ ਨੂੰ ਇੱਕ ਨਵੀਂ ਕੈਪੀਟਲ ਦੇ ਦਾਂਗੇ, ਉਹ ਕਿਹੜੀ ਕੈਪੀਟਲ ਹੋਊਗੀ, ਅਮਰਾਵਤੀ। ਹੁਣ ਪ੍ਰੈਜ਼ੈਂਟ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈ ਜਿਹੜੀ, ਉਹ ਕਿਹੜੀ ਹੈ, ਬੇਸਿਕਲੀ ਅਮਰਾਵਤੀ ਹੈਗੀ। ਠੀਕ ਹੈ, ਇਹ ਚੀਜ਼ ਦਾ ਧਿਆਨ ਰੱਖਣਾ ਹੈ, ਕਨਫਿਊਜ਼ ਨਹੀਂ ਹੋਣਾ ਹੈਗਾ। ਠੀਕ ਹੈ, ਸਭ ਨੂੰ ਪਤਾ ਲੱਗਿਆ। 10 years, Radhika, Ramesh Kumar, why are you saying that 10 years? Not of 10 years. ठीक है, अगला, दिल्ली की एक केंद्र शासित प्रदेश है। दिल्ली की एक बेसिकली साडे कोले यूटी है। अगला प्रश्न, किस संविधानक सोध द्वारा दिल्ली नू राष्ट्रीय राजधानी खेत्र का दर्जा दिता गया। वेरी इंपॉर्टेंट क्वेश्चन, सोधा बड़ियां तुहानू पुछिया जाणियां कि किहड़ी सोध नाल की होयागा। दिल्ली कैपिटल बनी है साडी किहड़ी सोध दे नाल, 69th अमेंडमेंट 1991 दे तहत कैपिटल रीजन दा अहुदा जिहड़ा दिता गया है वो दिल्ली नू दिता गया है। 5 मिनट तो लूंगी, 5 मिनट बस। 69th 1991 क्वेश्चन फिनिश हो जाएंगे मेरे ख्याल च। इट्स 26 ओनली, ओ इट्स 55।
2 ਮਿੰਟ ਲੈਣੀ ਹੈ, ਫਿਰ ਕੁਐਸਚਨ ਜ਼ਿਆਦਾ ਨਹੀਂ। ਆਪਾਂ ਐਂ ਕਰਦੇ ਹਾਂ, ਸ਼ਾਮ ਨੂੰ ਸਲੋਟ ਵਿਹਲਾ ਕੋਈ ਆਪਣਾ? ਕੱਲ ਨੂੰ, ਅੱਛਾ ਕੱਲ ਨੂੰ ਤੁਹਾਡੀ ਕਲਾਸ ਹੈ ਨਾ ਜਿਹੜੀ ਉਹ 9:30 ਹੋਊਗੀ, 1.5 ਘੰਟਾ ਕਲਾਸ ਲਵਾਂਗੇ 9:30 to 11। ਫਿਰ ਆਪਣੇ ਇਹ ਕੁਐਸਚਨ ਜਿਹੜੇ ਪੈਂਡਿੰਗ ਹੋਣਗੇ ਆਪਾਂ ਪਹਿਲੇ ਅੱਧੇ ਘੰਟੇ 'ਚ ਕਰ ਲਾਂਗੇ, ਫਿਰ ਆਪਾਂ ਨਵਾਂ ਕਨਸੈਪਟ ਛੇੜਾਂਗੇ ਸਿਟੀਜ਼ਨਸ਼ਿਪ ਦਾ। ਦੈਟ ਇਜ਼ ਆਲਸੋ ਵੈਰੀ ਇੰਪੋਰਟੈਂਟ। ਮਤਲਬ ਮੈਂ ਤੁਹਾਨੂੰ ਯਕੀਨ ਦਿਵਾਉਣੀ ਹੈ ਵੀ ਸਿਟੀਜ਼ਨਸ਼ਿਪ ਬਾਰੇ ਤੁਹਾਨੂੰ ਚੀਜ਼ਾਂ ਪਤਾ ਵੀ ਨਹੀਂ ਹੋਣਗੀਆਂ, ਜਿਵੇਂ ਕਿ ਤੁਹਾਨੂੰ ਇਹਦੇ ਬਾਰੇ ਨਹੀਂ ਪਤਾ ਸੀ। ਆਪਾਂ ਕੀ ਕਰਦੇ ਨਾ, ਪਾਰਟ 1 ਆਰਟੀਕਲ 1 to 4, ਇੱਕ ਸਾਡੇ ਦੇਸ਼ ਦਾ ਨਾਮ ਭਾਰਤ ਹੈ, ਇੰਡੀਆ, ਇੱਕ ਅਸੀਂ ਯੂਨੀਅਨ ਆਫ ਸਟੇਟਸ ਹਾਂ, ਇੱਕ ਸਾਡੇ ਰਾਜ ਦੇ ਵਿੱਚ ਰਾਜ ਐਂਟਰ ਹੋ ਸਕਦੇ ਨੇ, ਬਸ ਇੰਨਾ ਕੁ ਸਾਨੂੰ ਪਤਾ ਸੀ। ਹੁਣ ਥੋੜੇ ਕਨਸੈਪਟ ਦੇਖੋ ਕਿਤੇ ਕਲੀਅਰ ਆਊਟ ਹੋਏ ਨੇ ਵੀ ਚੀਜ਼ਾਂ ਕਿਵੇਂ ਨਹੀਂ ਹਨਾ। ਹੁਣ ਅਗਲਾ ਪ੍ਰਸ਼ਨ, 2 ਮਿੰਟ ਤਾਂ ਲਾ ਲਾ, ਠੀਕ ਹੈ। ਭਾਰਤੀ ਸੰਵਿਧਾਨ, ਚਲੋ ਆਪਾਂ 2 ਮਿੰਟ ਲਾਉਂਦੇ ਨਹੀਂ, ਕੁਐਸਚਨ ਵੱਡਾ ਜਾਊਗਾ, ਆਪਾਂ ਇੱਥੇ ਛੱਡਦੇ ਹਾਂ 26 ਤੇ 27 ਤੋਂ ਲੈ ਕੇ ਆਪਾਂ 9:30। ਧਿਆਨ ਰੱਖਣਾ ਮੈਸੇਜ ਪਵੇ ਨਾ ਪਵੇ, ਮੈਂ 9:30 ਆ ਕੇ ਕਲਾਸ ਸ਼ੁਰੂ ਕਰ ਦੂੰਗੀ। ਉਹਦੇ ਵਿੱਚ ਆਪਾਂ ਅੱਧੇ ਘੰਟੇ ਜਿਹੜੇ ਕੁਐਸਚਨ ਪੈਂਡਿੰਗ ਨੇ 27 ਤੋਂ ਆਪਾਂ ਸ਼ੁਰੂ ਕਰਾਂਗੇ, ਉਹਦੇ ਆਧਾਰ ਤੇ ਆਪਣਾ ਜਿਹੜਾ ਹੈਗਾ ਅਗਲਾ ਫਿਰ ਸਿਟੀਜ਼ਨਸ਼ਿਪ ਵਾਲਾ ਵਧੀਆ ਟੌਪਿਕ ਲੱਗ ਜੂਗਾ, ਠੀਕ ਹੈ। ਚਲੋ ਮਿਲਦੇ ਹਾਂ ਭਾਈ ਨੈਕਸਟ ਕਲਾਸ ਦੇ ਵਿੱਚ। ਡਾਊਟਸ ਨੇ ਜਿਹੜੇ ਮੈਨੂੰ ਛੱਡ ਦਿਆ ਕਰੋ, ਵਿੱਚ ਡਾਊਟਸ ਕੁਝ ਵੀ ਰਹਿਣ। मैम एमसीक्यूज की पीडीएफ नहीं मिली सोनिया, सोर्सेज वाली पीडीएफ नहीं मिली, सोर्सेज वाली तो मिली होगी, बात ही ना विद आंसर्स फाइल सोनिया, इट इज देयर, ਤੁਸੀਂ ਚੈੱਕ ਕਰ ਲਓ ਉੱਥੇ ਹੋਊਗਾ। ਅੱਜ ਵਾਲੇ ਜਿਹੜੇ ਹੈਗੇ ਨੇ ਇਹ ਕੰਪਲੀਟ ਹੋਏ ਤੋਂ ਬਾਅਦ ਮਿਲਣਗੇ, ਮਤਲਬ ਕੱਲ ਨੂੰ ਜਦੋਂ ਆਪਾਂ 9:30 ਵਜੇ ਇਹਨਾਂ ਨੂੰ ਪੂਰਾ ਕਰਤਾ, 10 ਵਜੇ ਤੁਹਾਡੇ ਕੰਪਲੀਟ ਪੀਡੀਐਫ ਹੈ ਜਿਹੜੀ ਐਪ ਤੇ ਪੈ ਜਾਊਗੀ, ਧਿਆਨ ਨਾਲ ਚੈੱਕ ਆਊਟ ਕਰ। ਨਹੀਂ ਮਿਲੀ ਕਹਿੰਦੇ।